नमस्कार, आदाब, सत श्री अकाल। हमदर्द टीवी ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਸ ਵਿੱਚ ਹੁਣ ਤੱਕ ਦੀਆਂ ਜੋ ਲੇਟੈਸਟ ਅਪਡੇਸ਼ਨਸ ਨੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਜੋ ਹੁਣ ਤੱਕ ਦੀਆਂ ਖਾਸ ਖਬਰਾਂ ਨੇ ਉਹਦੇ ਉੱਤੇ ਆਪਾਂ ਵਿਚਾਰ ਵਟਾਂਦਰਾ ਕਰਾਂਗੇ, ਤੁਹਾਡੀ ਵੀ ਰਾਏ ਜਾਣਾਂਗੇ। ਕਿਸੇ ਟੌਪਿਕ ਦੇ ਉੱਤੇ, ਕਿਸੇ ਨਿਊਜ਼ ਦੇ ਉੱਤੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ ਹੇਠ ਲਿਖੇ ਨੰਬਰਸ ਦੇ ਉੱਤੇ। ਸਟੂਡੀਓ ਵਿੱਚ ਤੁਸੀਂ ਆਪਣੀ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰੋ ਤੇ ਸਾਡੇ ਦਰਸ਼ਕਾਂ ਦੇ ਨਾਲ ਵੀ ਆਪਣੇ ਵਿਚਾਰ ਸਾਂਝੇ ਕਰੋ। ਇਸ ਨਾਲ ਹੀ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹਮੇਸ਼ਾ ਦੀ ਤਰ੍ਹਾਂ ਜੋੜ ਲੈਂਦੇ ਹਾਂ ਮੇਰੇ ਸਹਿਯੋਗੀ ਮਰਗਿੰਦ ਨਾਚੀ ਨੂੰ। ਬਹੁਤ-ਬਹੁਤ ਸਵਾਗਤ ਹੈ ਸਰ। ਰਹਿਣਗੇ ਜੇ ਇਹੀ ਹਾਲਾਤ ਫਿਰ ਕੁਝ ਸੋਚਣਾ ਪੈਣਾ। ਰਹਿਣਗੇ ਜੇ ਇਹੀ ਹਾਲਾਤ ਫਿਰ ਕੁਝ ਸੋਚਣਾ ਪੈਣਾ। ਨਹੀਂ ਮੰਨਣਗੇ ਸਾਡੀ ਬਾਤ ਫਿਰ ਕੁਝ ਸੋਚਣਾ ਪੈਣਾ। ਨਹੀਂ ਛੱਡਣਾ ਅਸੀਂ ਪੱਲਾ ਹਲਮੀ ਦਾ ਵੀ ਆਖਰ ਤੱਕ। ਮਧੋਲਣਗੇ ਅਗਰ ਜਜ਼ਬਾਤ ਫਿਰ ਕੁਝ ਸੋਚਣਾ ਪੈਣਾ। ਅਸੀਂ ਤਾਂ ਪਿਆਰ ਦਾ ਪੈਗਾਮ ਲੈ ਕੇ ਪਹੁੰਚ ਜਾਣਾ ਹੈ। ਅਸੀਂ ਤਾਂ ਪਿਆਰ ਦਾ ਪੈਗਾਮ ਲੈ ਕੇ ਪਹੁੰਚ ਜਾਣਾ ਹੈ। ਦਿਖਾਵਣਗੇ ਅਗਰ ਔਕਾਤ ਫਿਰ ਕੁਝ ਸੋਚਣਾ ਪੈਣਾ। ਦਿਖਾਵਣਗੇ ਅਗਰ ਔਕਾਤ ਫਿਰ ਕੁਝ ਸੋਚਣਾ ਪੈਣਾ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਕੀ ਹਾਲ ਚਾਲ ਨੇ ਸਰ? ਹਾਲ ਵਧੀਆ, ਚੰਗਾ ਮੌਸਮ। ਹਲੇ ਗਰਮੀ ਚੱਲ ਰਹੀ ਹੈ, ਪਰ ਜਿਹੜੀ ਅੱਜ ਵੀਕਐਂਡ ਦੇ ਉੱਤੇ ਸੂਰਜਦੀਪ ਦਾ ਕਤਲ ਹੋਇਆ ਉਹਦੇ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਬਰੈਂਪਟਨ ਦੇ ਵਿੱਚ ਇਕੱਠ ਹੋਇਆ ਜੀ। ਉਹਦੇ ਬਾਰੇ ਗੱਲਾਂ ਬਾਤਾਂ ਕੀਤੀਆਂ ਗਈਆਂ ਨੇ। ਤਰਨ ਪਤਾ ਲੱਗਿਆ ਕਿ ਜਿਹੜਾ ਜਿੱਤ ਦੋਸ਼ ਲੱਗੇ ਨੇ ਕਤਲ ਦੇ ਉਹ ਅੰਡਰ ਏਜ ਹੈ, 16 ਸਾਲ ਤੋਂ ਥੱਲੇ ਆ। ਜੀ 16 ਸਾਲ ਦੇ ਨੇ ਲਗਭਗ, ਦੋਵੇਂ ਜਿਹੜੇ ਅਲਰਟ ਨੇ। ਬਿਲਕੁਲ। ਤੇ ਉਹਨਾਂ ਦਾ ਨਾਂ ਨਹੀਂ ਬਾਹਰ ਆ ਰਿਹਾ। ਜਾਣ ਦੀ ਸੋਚਣ ਵਾਲੀ ਇਹ ਗੱਲ ਹੈਗੀ ਹੈ ਕਿ ਇਹ ਕਦ ਤੱਕ ਚੱਲੇਗਾ। ਜਦੋਂ ਦੇ ਇਹ ਕਾਨੂੰਨ ਬਣੇ ਹੋਏ ਨੇ ਉਹਨਾਂ ਵੇਲੇ ਸ਼ਾਇਦ ਜ਼ਰੂਰਤ ਨਾ ਪੈਂਦੀ ਹੋਵੇ, ਪਰ ਹੁਣ ਹਾਲਾਤ ਹੋਰ ਕਿਵੇਂ ਦੇ ਹੋ ਚੱਲੇ ਨੇ। ਆਪਾਂ ਆਪਣੇ ਦਰਸ਼ਕਾਂ ਨਾਲ ਵੀ ਇਹ ਗੱਲ ਸਾਂਝੀ ਕਰਨੀ ਚਾਹਾਂਗੇ ਵੀ ਜੇ ਤੁਸੀਂ ਇਹਦੇ ਮਾਮਲੇ 'ਚ ਕੋਈ ਵਿਚਾਰ ਦੇਣੇ ਚਾਹੁੰਦੇ ਹੋ। ਇੱਕ ਗੱਲ ਹੋਰ ਤਰਨ ਮਨ 'ਚ ਆਈ ਆ ਜਦੋਂ ਆਪਾਂ ਗੱਲਾਂ ਕਰਦੇ ਸੀਗੇ ਕਿ ਇਹ ਸਟੂਡੈਂਟ ਸੀਗਾ। ਜਦੋਂ ਸਟੂਡੈਂਟਸ ਇੱਥੇ ਕੋਈ ਹੋਰ ਗੱਲ ਕਰਦੇ ਨੇ, ਅਜਿਹੀਆਂ ਘਟਨਾਵਾਂ ਬਹੁਤ ਵਾਪਰੀਆਂ ਨੇ। ਕੁਦਰਤੀ ਹੈ, ਤੁਸੀਂ ਜਦੋਂ ਹਰ ਰੋਜ਼ ਨਵੀਂ ਘਟਨਾ ਵਾਪਰਦੀ ਆ ਤੇ ਜਿਹੜੇ ਲੋਕਲ ਹੈਗੇ ਨੇ ਉਹਨਾਂ ਨੂੰ ਇਹ ਪ੍ਰੋਬਲਮ ਆਉਣ ਲੱਗ ਜਾਂਦੀ ਸੀਗੀ। ਆ ਵੀ ਰਹੀ ਆ, ਹਜੇ ਕਿਹੜਾ ਮੁੱਕੀਆਂ ਨੇ। ਪਰ ਉਦੋਂ ਇਹ ਗੱਲ ਕੀਤੀ ਜਾਂਦੀ ਹੈ ਕਿ ਇਹਨਾਂ ਨੂੰ ਰਿਪੋਰਟ ਕਰਨਾ ਚਾਹੀਦਾ ਸਟੂਡੈਂਟਸ ਨੂੰ ਜਿਹੜੇ ਖਰੂਦੀ ਨੇ। ਇਹ ਜਿਹੜੀ ਹੁਣ ਹਾਲਾਤ ਹੋਏ ਨੇ ਇਹਦਾ ਤਾਂ ਕੋਈ ਕਸੂਰ ਵੀ ਹੈ ਨਹੀਂ ਸੀਗਾ। ਤੇ ਜਿਹੜਾ ਜਿਵੇਂ ਜੋ ਕੁਛ ਖਲ ਦੱਸਿਆ ਗਿਆ ਕਿ ਜਦੋਂ ਡੈਗਰ ਮਾਰਿਆ ਵੀ ਗਿਆ ਤੇ ਦੂਸਰੀ ਸਾਈਡ ਤੇ ਕਹਿੰਦੇ ਨਿਕਲ ਗਿਆ ਸੀਗਾ, ਅਜਿਹੀ ਬਰੂਟੈਲਿਟੀ ਦੇ ਨਾਲ ਇਹ ਗੱਲ ਕੀਤੀ ਗਈ ਹੈਗੀ ਆ। ਤੇ ਹੁਣ ਸਾਡੀ ਕਮਿਊਨਿਟੀ ਇਹਦੇ ਬਾਰੇ ਕੀ ਸੋਚ ਰਹੀ? ਸਰ, ਕਮਿਊਨਿਟੀ ਦੀ ਤੁਸੀਂ ਗੱਲ ਆਖੀ ਹੈ, ਇਹਦੇ ਵਿੱਚ ਕੁਝ ਗੱਲਾਂ ਨੇ ਜਿਹੜੀਆਂ ਹਾਈਲਾਈਟ ਕਰਨੀਆਂ ਬਹੁਤ ਜ਼ਰੂਰੀ ਨੇ। ਪਿੱਛੇ ਜੇ ਜਦੋਂ ਸਾਰੇ ਜਾਣਦੇ ਨੇ ਕਿ ਜਾਰਜ ਫਲੋਇਡ ਦੀ ਅਮਰੀਕਾ ਦੇ ਵਿੱਚ ਡੈਥ ਹੋਈ, ਪੁਲਿਸ ਵਾਲੇ ਦੇ ਵੱਲੋਂ ਉਹਨੂੰ ਬੜੀ ਉਹਦੇ ਗੋਡਾ ਰੱਖਿਆ ਗਿਆ ਸੀ ਉਹਦੀ ਨੈਕ ਦੇ ਉੱਤੇ, ਜਿਹਦੇ ਨਾਲ ਉਹਦੀ ਮੌਤ ਹੋ ਗਈ। ਬਲੈਕ ਲਾਈਵਸ ਮੈਟਰ ਉਦੋਂ ਪ੍ਰੋਟੈਸਟ ਜੋ ਸ਼ੁਰੂ ਹੋਇਆ, ਪੂਰੀ ਦੁਨੀਆ ਵਿੱਚ ਉਹ ਪ੍ਰੋਟੈਸਟ ਚੱਲਿਆ। ਉਹਨਾਂ ਕਮਿਊਨਿਟੀਜ਼ ਦੇ ਵਿੱਚ ਇੰਨੀ ਕੁ ਜ਼ਿਆਦਾ ਏਕਤਾ ਆ ਕਿ ਇੱਕ ਬੰਦੇ ਦਾ ਜੇ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਤਾਂ ਉਹ ਪੂਰੀ ਕਮਿਊਨਿਟੀ ਜਿਹੜੀ ਆ ਇਕੱਠੀ ਹੋ ਜਾਂਦੀ ਆ। ਸਾਡੇ ਇੱਥੇ ਅਨੇਕਾਂ ਵਾਰ ਪੱਗਾਂ ਨੂੰ ਹੱਥ ਪਏ ਨੇ, ਸਾਡੇ ਇੱਥੇ ਅਨੇਕਾਂ ਵਾਰ ਸਾਡੀ ਦਾੜੀ ਨੂੰ ਹੱਥ ਪਏ ਨੇ, ਅਨੇਕਾਂ ਵਾਰ ਰੇਸਿਸਟ ਅਟੈਕ ਹੋਏ ਨੇ, ਅਨੇਕਾਂ ਵਾਰ ਹੁਣ ਸੂਰਜਦੀਪ ਵਰਗੇ ਕਈ ਅਜਿਹੇ ਅੰਤਰਰਾਸ਼ਟਰੀ ਵਿਦਿਆਰਥੀ ਵੀ ਜਿਹੜੇ ਆ ਮਾਰੇ ਗਏ ਨੇ। ਪਰ ਸਾਡੀ ਕਮਿਊਨਿਟੀ ਖਾਸ ਤੌਰ ਤੇ ਜੇ ਮੈਂ ਕੈਨੇਡਾ ਦੀ ਗੱਲ ਕਰਾਂ ਤਾਂ ਸਿਰਫ ਇਹ ਡਿਫਰੈਂਸ਼ੀਏਟ ਕਰਨ ਵਿੱਚ ਲੱਗੀ ਆ ਕਿ ਇਹ ਇੰਟਰਨੈਸ਼ਨਲ ਸਟੂਡੈਂਟਸ ਨੇ, ਇਹ PR ਹੋਲਡਰਸ ਨੇ, ਇਹ ਕੈਨੇਡੀਅਨ ਸਿਟੀਜ਼ਨ ਨੇ। ਕਿਸੇ ਨੇ ਵੀ, ਅਸੀਂ ਜਦੋਂ ਗੱਲ ਕਰਦੇ ਹਾਂ ਬਲੈਕ ਲਾਈਵਸ ਮੈਟਰ, ਉਦੋਂ ਤਾਂ ਸਭ ਨੇ ਹੈਸ਼ਟੈਗਸ ਆਪਣੀ ਫੇਸਬੁੱਕਸ ਤੇ ਪਾ, ਆਪਣੇ WhatsApp ਸਟੇਟਸ ਪਾ, ਹਰ ਪਾਸੇ ਇਹ ਚੀਜ਼ ਆਸਟ੍ਰੇਲੀਆ ਕੀ, ਕੈਨੇਡਾ ਕੀ, UK ਕੀ, ਜਰਮਨੀ ਕੀ, ਇੰਡੀਆ ਕੀ, ਸਭ ਪਾਸੇ ਇਹ ਚੀਜ਼ਾਂ ਚੱਲੀਆਂ। ਹੁਣ ਜਦੋਂ ਸਾਨੂੰ ਬਰਾਊਨ ਪੀਪਲ ਨੂੰ ਲੋੜ ਹੈਗੀ ਆ, ਖਾਸ ਤੌਰ ਤੇ ਸਿੱਖਸ ਨੂੰ, ਉਦੋਂ ਕਿਉਂ ਨਹੀਂ ਕਹਿੰਦੇ ਹੈਗੇ ਸਿੱਖਸ ਲਾਈਫ ਵੀ ਮੈਟਰ ਕਰਦੀ ਆ। ਸਾਡੀ ਆਪਦੀ ਕਮਿਊਨਿਟੀ ਦੇ ਵਿੱਚ ਏਕਤਾ ਨਹੀਂ ਹੈਗੀ। ਅਸੀਂ ਖੁਦ ਜਿਹੜੇ ਆ ਵੰਡੇ ਹੋਏ ਆ। ਅਸੀਂ ਕੀ ਆਸ ਰੱਖ ਸਕਦੇ ਹਾਂ ਕਿ ਅਸੀਂ ਆਪਣੇ ਲਈ ਇਨਸਾਫ ਦੀ ਮੰਗ ਕਰ ਸਕਦੇ ਹਾਂ? ਕਾਰਨ ਜਿਹੜੀ ਸਾਡੀ ਤੁਸੀਂ ਗੱਲ ਕੀਤੀ ਲੀਡਰਸ਼ਿਪ ਵੰਡੇ ਹੋਏ ਆ, ਇਹ ਹਰ ਜਗ੍ਹਾ ਦੇ ਉੱਤੇ ਆ। ਸਾਡਾ ਜਿਹੜਾ ਮੇਨ ਜਗ੍ਹਾ ਹੁੰਦੀ ਆ ਜਿੱਥੇ ਅਸੀਂ ਧਾਰਮਿਕ ਸਥਾਨਾਂ ਤੇ ਜਾਣਾ, ਉਹ ਸਾਡੇ ਸੋਸ਼ਲ ਗੈਦਰਿੰਗ ਵੀ ਆ। ਅਸੀਂ ਉੱਥੇ ਇੱਕ ਦੂਸਰੇ ਨੂੰ ਮਿਲਦੇ ਵੀ ਆ, ਗੁਰੂ ਘਰਾਂ 'ਚ ਜਾਂਦੇ ਹਾਂ। ਗੁਰੂ ਘਰਾਂ ਦੇ ਵਿੱਚ ਕਮੇਟੀਆਂ ਦੇ ਥਾਂ ਥਾਂ ਤੇ ਰੌਲੇ ਪਏ ਹੋਏ ਨੇ। ਆਪਾਂ ਆਮ ਦੇਖੇ ਨੇ, ਫੋਟੋਜ਼ ਵਾਇਰਲ ਹੁੰਦੀਆਂ ਨੇ। ਇਕੱਲੀ ਮੈਂ ਕੈਨੇਡਾ ਦੀ ਗੱਲ ਨਹੀਂ ਕਰਦਾ, US ਦੀ ਵੀ ਗੱਲ ਕਰਦਾ, ਬਾਹਰ ਹੋਰ ਥਾਵਾਂ ਤੇ ਵੀ ਗੁਰੂ ਘਰਾਂ ਦੇ ਅੰਦਰ ਵੀ ਝਗੜੇ ਹੋਏ ਨੇ, ਪੱਗਾਂ ਅੰਦਰ ਵੀ ਲੱਥੀਆਂ ਨੇ।
ਜਦੋਂ ਅਸੀਂ ਆਪਸ ਵਿੱਚ ਇਕੱਠੇ ਨਹੀਂ ਆ ਤੇ ਅਸੀਂ ਸਿਰਫ ਅਸੀਂ ਉਸ ਵੇਲੇ ਇਕੱਠੇ ਹੁੰਦੇ ਜੋ ਲੰਗਰ ਲਾਉਣਾ ਹੈ, ਮੈਨੂੰ ਇਉਂ ਲੱਗਦਾ ਹੁੰਦਾ ਹੈ। ਕੋਈ ਹਾਲਾਤ ਐਸੇ ਕ੍ਰੀਏਟ ਹੋ ਜਾਣ ਉਦੋਂ ਅਸੀਂ ਇਕੱਠੇ ਹੋਣੇ ਵੀ ਲੰਗਰ ਲਾਓ, ਛੇਤੀ ਕਰੋ, ਲੰਗਰ ਲਾਓ, ਲੰਗਰ ਲਾਓ। ਕੋਈ ਮਾੜੀ ਗੱਲ ਨਹੀਂ ਹੈ। ਕਦੇ ਅਸੀਂ ਕਿਤਾਬਾਂ ਦਾ ਲੰਗਰ ਲਾਇਆ, ਕਦੇ ਅਸੀਂ ਕੁਝ ਹੋਰ ਗੱਲ ਕੀਤੀ ਹੈ। ਇਕੱਲਾ ਅਸੀਂ ਲੰਗਰ ਲਾਉਣ ਦੇ ਵਿੱਚ ਹੀ ਮੂਹਰੇ ਆ। ਅਸੀਂ ਕਦੇ ਆਪਣੀ ਕੌਮ ਬਾਰੇ ਸੋਚਿਆ? ਬਹੁਤ ਘੱਟ ਸੋਚਦੇ ਹਾਂ ਅਸੀਂ। ਹਾਂ, ਇਹ ਗੱਲਾਂ ਬਾਰੇ ਵਜੂਦ ਅਸੀਂ ਲੰਗਰ ਲਾਤੇ ਜੀ, ਆਹ ਕੁਛ ਕਰਤਾ। ਹੋਰ ਕੁਛ ਸਾਡੀ ਕੌਮ ਨੂੰ ਅੱਗੇ ਜਾਣ ਵਾਸਤੇ ਬਹੁਤ ਕੁਛ ਲੋੜ ਹੈ, ਸਾਨੂੰ ਇਕੱਠਿਆਂ ਹੋਣ ਦੀ ਲੋੜ ਹੈ। ਜਿਹੜੀ ਕੋਈ ਅਜਿਹੀ ਘਟਨਾ ਵਾਪਰਦੀ ਹੈ, ਅਸੀਂ ਉਹਨੂੰ ਕਿਉਂ ਨਹੀਂ ਧਰਮ ਨੂੰ ਛੱਡ ਦਿਓ ਪਰੇ? ਅਸੀਂ ਕਿਉਂ ਨਹੀਂ ਉਹਨੂੰ ਸਿੱਖ ਲਾਈਵਸ ਮੈਟਰ, ਇੰਡੀਅਨ ਲਾਈਵਸ ਮੈਟਰ, ਬਰਾਊਨ ਲਾਈਵਸ ਮੈਟਰ, ਅਸੀਂ ਇਹ ਜਿਹਾ ਕੁਛ ਕਿਉਂ ਨਹੀਂ ਕਰ ਸਕਦੇ? ਸਾਨੂੰ ਸਾਡੀ ਕੋਈ ਹੈਸ਼ਟੈਗ ਐਸਾ ਸ਼ੁਰੂ ਨਹੀਂ ਹੋਇਆ, ਕੋਈ ਕੁਛ ਨਹੀਂ ਹੋਇਆ। ਠੀਕ ਹੈ, ਕੱਲ੍ਹ ਜਿਹੜਾ ਉੱਥੇ ਇਕੱਠ ਹੋਇਆ ਉਹਦੇ ਵਿੱਚ ਸਾਡੀ ਕੌਮ ਤੋਂ ਬਿਨਾਂ ਦੂਸਰੀਆਂ ਕੌਮਾਂ ਦੇ ਬੁਲਾਰੇ ਵੀ ਸਨ, ਔਰ ਜਿਨ੍ਹਾਂ ਨੇ ਸੂਰਜਦੀਪ ਬਾਰੇ ਚੰਗੀਆਂ ਗੱਲਾਂ ਕੀਤੀਆਂ ਨੇ ਤਾਂ ਹੀ ਕੀਤੀਆਂ ਨੇ, ਚੰਗਾ ਸੀਗਾ, ਪਰ ਉਹ ਚਲਿਆ ਗਿਆ। ਅਸੀਂ ਕੀ ਕਰ ਰਹੇ ਹਾਂ ਇਸ ਮਾਮਲੇ ਵਿੱਚ? ਅਸੀਂ ਕੀ ਸਿੱਖਿਆ ਇਸ ਗੱਲ ਤੋਂ ਸਰ ਕਿ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ? ਤੇ ਸਾਨੂੰ, ਅਸੀਂ ਪੋਲੀਟੀਕਲੀ ਸੀਟਾਂ ਤੇ ਤਾਂ ਬੈਠੇ ਹਾਂ ਅਸੀਂ, ਪਰ ਕੀ ਅਸੀਂ ਐਜ਼ ਅ ਕਮਿਊਨਿਟੀ ਪੋਲੀਟੀਕਲ ਇੰਨੇ ਸਟਰੋਂਗ ਹੈਗੇ ਆ ਕਿ ਸਾਰੀ ਕਮਿਊਨਿਟੀ ਇਕੱਠੀ ਰਲ ਕੇ ਕੋਈ ਅਜਿਹੀ ਗੱਲ ਕਰ ਸਕੇ? ਔਨ ਟਾਪ ਆਫ ਦੈਟ ਇਸ ਗੱਲ ਦਾ ਪ੍ਰੈਸ਼ਰ ਪਾਇਆ ਜਾਵੇ, ਜਿਹੜੇ ਸਾਡੇ MPPs ਨੇ, ਸਾਡੇ ਮੈਂਬਰ ਪਾਰਲੀਮੈਂਟਸ ਨੇ, ਸਾਡੇ ਮਿਨਿਸਟਰਸ ਨੇ, ਚਾਹੇ ਕਿਸੇ ਵੀ ਕੰਮ ਨਾਲ ਸੰਬੰਧਿਤ ਹੈ, ਅਸੀਂ ਜਿਹੜੇ ਏਰੀਏ 'ਚ ਰਹਿੰਦੇ ਹਾਂ ਉਹਨਾਂ ਨੂੰ ਪਾਇਆ ਜਾਵੇ ਕਿ ਜਿਹੜਾ ਅਜਿਹਾ ਕਾਨੂੰਨ ਹੈ ਜਿਸ 'ਚ ਕਤਲ ਹੋਇਆ ਹੋਇਆ, ਉਹਦੇ 'ਚ ਆਇਡੈਂਟੀ ਕਿਉਂ ਲੁਕੋਈ ਜਾਵੇ, ਔਰ ਉਸ ਬੰਦੇ ਨੂੰ ਜਿਹਨੇ ਕਤਲ ਕੀਤਾ ਉਹਨੂੰ ਸਜ਼ਾ ਕਿਉਂ ਨਾ ਐਡਲਟਸ ਵਾਲੀ ਹੋਈ ਦਿੱਤੀ ਜਾਵੇ? ਜੇ ਅਜਿਹੀਆਂ ਗੱਲਾਂ ਨਹੀਂ ਕੀਤੀਆਂ ਜਾਣਗੀਆਂ ਤਾਂ ਹਮੇਸ਼ਾ ਇਹ ਗੱਲ, ਜਿਹੜੇ ਖਾਸ ਕਰਕੇ ਗੈਂਗਸ ਨੇ ਤਰਨ, ਉਹ ਵਰਤਦੇ ਆ ਛੋਟੀ ਉਮਰ ਦਿਆਂ ਨੂੰ, ਉਹਨਾਂ ਤੋਂ ਇਹੋ ਜਿਹਾ ਕਾਰਾ ਕਰਵਾਉਂਦੇ ਆ ਕਿ ਉਹ ਛੇਤੀ ਬਾਹਰ ਆ ਜਾਣਗੇ। ਤੇ ਜਿਹੜਾ ਗੈਂਗ ਦੇ ਡੌਨਸ ਹੈਗੇ ਆ ਉਹ ਆਪਦਾ ਮੌਜ ਨਾਲ ਕੰਮ ਕਰਦੇ। ਮੈਂ ਉਹ ਨਹੀਂ ਕਹਿੰਦਾ ਆਹ ਕੇਸ ਦੇ ਵਿੱਚ ਇਹ ਗੱਲ ਹੋਈ ਆ, ਪਰ ਕੋਈ ਐਸੇ ਕੇਸਿਸ ਨੇ। ਮੈਂ ਸੁਣਨਾ ਚਾਹਾਂਗਾ ਜੇ ਆਪਣੇ ਕਿਸੇ ਦਰਸ਼ਕ ਨੇ ਤੇ ਵਿਚਾਰ ਦੇਣੇ ਆ ਤਾਂ ਜਿਨ੍ਹਾਂ ਨੂੰ ਹਜੇ ਇਸ ਵਕਤ ਦੁਨੀਆ ਦੇ ਕੋਨੇ-ਕੋਨੇ ਵਿੱਚ ਦਰਸ਼ਕ ਜਿਹੜੇ ਸਾਡੇ ਨਾਲ ਜੁੜੇ ਨੇ, ਜਿਨ੍ਹਾਂ ਨੂੰ ਇਸ ਮਾਮਲੇ ਬਾਰੇ ਨਹੀਂ ਪਤਾ, ਤੁਹਾਨੂੰ ਦੱਸ ਦਈਏ ਕਿ ਸੂਰਜਦੀਪ ਸਿੰਘ 23 ਸਾਲ ਦਾ ਅੰਤਰਰਾਸ਼ਟਰੀ ਵਿਦਿਆਰਥੀ ਸੀ ਜੋ ਪੰਜਾਬ ਤੋਂ 3 ਸਾਲ ਪਹਿਲਾਂ ਕੈਨੇਡਾ ਆਇਆ ਸੀ। ਬੀਤੇ 2 ਹਫ਼ਤੇ ਪਹਿਲਾਂ ਜਿਹੜਾ ਸੂਰਜਦੀਪ ਦੀ ਜਦੋਂ ਦਿਨ ਦੇ ਸਮੇਂ ਵਿੱਚ ਦੁਪਹਿਰ ਨੂੰ 3 ਵਜੇ ਆਪਣੇ ਕੰਮ ਤੋਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਆਪਣੇ ਘਰ ਨੂੰ ਆ ਰਿਹਾ ਸੀ। ਤਿੱਖੜ ਦੁਪਹਿਰੇ 3 ਵਜੇ ਕ੍ਰੀਕ ਦੇ ਵਿੱਚ 2 ਅਲੜਾਂ ਨੇ, ਲਗਭਗ 16 ਸਾਲ ਉਹਨਾਂ ਦੀ ਉਮਰ ਸੀ, ਉਹਨਾਂ ਨੇ ਉਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਸੂਰਜਦੀਪ ਨੇ ਉਹਨਾਂ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਸੂਰਜਦੀਪ ਦੇ ਚਾਕੂ ਮਾਰ ਦਿੱਤਾ ਗਿਆ ਤੇ ਸੂਰਜਦੀਪ ਦੀ ਮੌਤ ਹੋ ਗਈ। ਇਸ ਤੋਂ ਬਾਅਦ ਹੁਣ ਦੇਖ ਰਹੇ ਹਾਂ ਅਸੀਂ ਪ੍ਰੋਟੈਸਟ ਹੋਏ ਆ। ਹੁਣੀ ਜਿਹੜਾ ਇਸ ਵਕਤ ਸੈਟਰਡੇ ਲੰਘਿਆ, ਸੈਟਰਡੇ ਨੂੰ ਕੈਂਡਲ ਲਾਈਟ ਵਿਜਲ ਕੀਤਾ ਗਿਆ ਸੀ ਤਾਂ ਕਿ ਇਨਸਾਫ ਦੀ ਮੰਗ ਕੀਤੀ ਜਾ ਸਕੇ। ਇਨਸਾਫ ਉਨੀ ਦੇਰ ਤੱਕ ਹੁਣ ਨਹੀਂ ਮਿਲਣਾ ਜਦ ਤੱਕ ਅਸੀਂ ਖੁਦ ਇਨਸਾਫ ਨਹੀਂ ਮੰਗਦੇ ਹੈਗੇ। ਲਗਾਤਾਰ ਅਜਿਹੇ ਮਾਮਲੇ ਬਹੁਤ ਜ਼ਿਆਦਾ ਵੱਧ ਰਹੇ ਨੇ। ਸੰਵਿਧਾਨ ਦੀ ਜਦੋਂ ਗੱਲ ਆਉਂਦੀ ਹੈ ਸਰ, ਤੁਸੀਂ ਵੀ ਗੱਲ ਆਖੀ ਕਿ ਪੁਰਾਣੇ ਸਮਿਆਂ 'ਚ ਸੰਵਿਧਾਨ ਬਣਿਆ ਹੋਇਆ ਸੀ, ਉਦੋਂ ਹਾਲਾਤ ਹੋਰ ਸੀ ਤੇ ਹੁਣ ਹਾਲਾਤ ਹੋਰ ਨੇ। 16 ਸਾਲ ਦਾ ਜੇ ਇੱਕ ਨੌਜਵਾਨ ਜਿਹਨੂੰ ਪਤਾ ਹੈ ਕਿ ਚਾਕੂ ਕਿੱਦਾਂ ਮਾਰਨਾ, ਘਰੋਂ ਆਉਣ ਲੱਗੇ ਚਾਕੂ ਲੈ ਕੇ ਜਾਣਾ ਹੈ, ਲੁੱਟ ਕਿਵੇਂ ਕਰਨੀ ਆ, ਕਿਸੇ ਦੀ ਜਾਨ ਕਿੱਦਾਂ ਲੈਣੀ ਆ, ਸੋ ਜੇਕਰ ਉਹ ਹੁਣ ਨਿਕਲ ਜਾਂਦਾ ਬਚ ਕੇ ਤਾਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਨੂੰ ਕੋਈ ਐਗਜ਼ਾਮਪਲ ਨਹੀਂ ਮਿਲ ਪਾਉਣੀ ਹੈਗੀ। ਸੋ ਜ਼ਰੂਰੀ ਹੈ ਕਿ ਕਾਨੂੰਨ ਨੂੰ ਸਖਤ ਕੀਤਾ ਜਾਵੇ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਸਰ ਪ੍ਰੋਗਰਾਮ 'ਚ। ਕੀ ਕਹਿਣਾ ਚਾਹੋਗੇ? ਹਾਂਜੀ, ਜਿਹੜੀ ਗੱਲ ਹੋ ਰਹੀ ਹੈ ਇਹਦੀ ਸੂਰਜਦੀਪ ਜੀ ਬਾਰੇ ਜੀ, ਦੇਖੋ, ਇਹ ਬੜਾ ਇੱਕ ਮੰਦਭਾਗੀ ਘਟਨਾ ਹੈ ਜੋ ਹੋਇਆ। ਗੱਲ ਹੈ ਮੇਰੀ, ਸਾਡੀ ਕਮਿਊਨਿਟੀ ਦੇ ਵਿੱਚ ਏਕਤਾ ਤਾਂ ਹੈ ਨਹੀਂ, ਉਹ ਗੱਲ ਤੁਸੀਂ ਦੱਸ ਹੀ ਦਿੱਤੀ। ਗੱਲ ਹੁਣ ਅਸੀਂ ਜਿਹੜੀ ਮੀਨ ਕਰਾਂਗੇ ਨਹੀਂ, ਜਿਸ ਤਰ੍ਹਾਂ ਉਹਨਾਂ ਨੇ ਜਿਹੜਾ ਨੇ ਅਪਰਾਧ ਕੀਤਾ ਉਹ ਕਹਿੰਦੇ ਨੇ ਮਾਈਨਰ ਹੈ, ਤੇ ਇਸ ਕਾਨੂੰਨ ਦੇ ਵਿੱਚ ਤਬਦੀਲੀ ਦੀ ਲੋੜ ਤਾਂ ਹੈ। ਬਿਲਕੁਲ। ਇਸ ਤੋਂ ਪਹਿਲਾਂ ਵੀ ਇਹ ਘਟਨਾ ਹੋਈ ਸੀ ਜਿਹਦੇ 'ਚ ਇੱਕ ਉਹ ਦੇਖੇ ਦੀ ਲੇਡੀ ਸੀ ਜਿਹਦੇ 2 ਬੱਚਿਆਂ ਦੇ ਨਾਲ ਡੈਥ ਹੋ ਗਈ, ਉਹ 'ਚ ਵੀ ਸ਼ਾਇਦ ਮੈਂ ਕਿਹਾ ਮਾਈਨਰ ਹੀ ਸੀ ਕਿਹਾ ਬੋਲਣਾ। ਜੀ ਬਿਲਕੁਲ। ਹਾਂ, ਤੇ ਫਿਰ ਏਦਾਂ ਦੇ ਇਨਸੀਡੈਂਟਸ ਹੋ ਰਹੇ ਨੇ, ਤੇ ਫਿਰ ਜਿਹੜੇ ਸਾਡੇ ਇੱਥੇ ਦੇ MP ਹੈ, ਤੇ ਫਿਰ ਗੱਲ ਤਾਂ ਬਣਦੀ ਹੈ ਨਾ ਅੱਗੇ ਗੱਲ ਕੀਤੀ ਜਾਵੇ ਇਸ ਬਾਰੇ। ਬਿਲਕੁਲ ਜੀ ਸਰ, ਇਹੀ ਮੁੱਦਾ ਜਦੋਂ ਅਸੀਂ ਕਹਿੰਦੇ ਬਰੈਂਪਟਨ ਦੇ ਵਿੱਚ ਅਪਰਾਧ ਵੱਧਦੇ ਪਏ ਨੇ, ਠੀਕ ਹੈ ਨੀ ਜੀ, ਤੇ ਅਪਰਾਧ ਜੋ ਵੱਧ ਰਹੇ ਨੇ, ਪੁਲਿਸ ਦੀ ਵੀ ਚੌਕਸੀ ਵਧੇ। ਬਿਲਕੁਲ ਜੀ। ਫਿਰ ਉੱਥੇ ਥੋੜਾ ਸਾਡਾ ਕੀ ਨਾਮ ਚਾਰਟਰ ਆਫ ਫਰੀडम ਦਾ ਵੀ ਥੋੜਾ ਅੰਦਰ ਹੀ ਪ੍ਰੋਬਲਮ। ਜੀ ਸ਼ੁਕਰੀਆ ਜੀ ਸਰ, ਤੁਸੀਂ ਸਾਡੇ ਨਾਲ ਦੇ ਸਾਂਝੇ ਕੀਤੇ ਜੀ। ਸਾਡੇ ਨਾਲ ਦਰਸ਼ਕ ਹੋਰ ਵੀ ਜੀ ਸਾਨੂੰ ਇਹਦੇ ਜੀ ਚੇਂਜਸ ਇਹ ਕਰਨੀਆਂ ਚਾਹੀਦੀਆਂ ਕਾਨੂੰਨ ਦੇ ਵਿੱਚ ਤਾਂ ਕਿ ਜਿਹੜਾ ਇੱਥੇ ਜਿਹੜਾ ਜੋ ਕੁਝ ਹੋ ਰਿਹਾ ਉਹ ਘਟੇ।
ਬਿਲਕੁਲ ਜੀ, ਬਹੁਤ-ਬਹੁਤ ਸ਼ੁਕਰੀਆ ਜੀ। ਵਾਇਲੈਂਸ ਹੋ ਰਿਹਾ, ਥੈਂਕ ਯੂ। ਸ਼ੁਕਰੀਆ ਜੀ, ਬਹੁਤ-ਬਹੁਤ ਤੁਸੀਂ ਆਪਣੇ ਵਿਚਾਰ ਰੱਖੇ ਨੇ ਤੇ ਸਾਡੇ ਦਰਸ਼ਕ ਇਸ ਵਕਤ ਸਾਡੇ ਨਾਲ ਫੋਨ ਲਾਈਨਸ ਦੇ ਉੱਤੇ ਮੌਜੂਦ ਨੇ ਜੋ ਸਾਨੂੰ ਲਗਾਤਾਰ ਕਾਲ ਕਰ ਰਹੇ ਨੇ। ਸੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਸਾਰਿਆਂ ਦੇ ਵਿਚਾਰ ਲੈਣ ਦੇ ਲਈ। ਤੇ ਸਰ, ਹਰ ਕੋਈ ਇਸ ਵਕਤ ਜਿਵੇਂ ਕਹਿ ਰਿਹਾ ਕਿ ਸਾਡੀ ਕਮਿਊਨਿਟੀ ਦੇ ਵਿੱਚ ਵੀ ਏਕਤਾ ਨਹੀਂ ਹੈਗੀ। ਕਹਿਣ ਨੂੰ ਅਸੀਂ ਲੰਗਰ ਲਗਾ ਦਿੰਦੇ ਹਾਂ, ਪੂਰੀ ਦੁਨੀਆ ਦੀ ਹੈਲਪ ਕਰਦੇ ਹਾਂ, ਆਪਦੀ ਕਮਿਊਨਿਟੀ ਦੇ ਤੇ ਵਿੱਚ ਤਾਂ ਤੁਹਾਡੇ ਦੋ ਫੜ ਹੋਏ ਪਏ ਨੇ। ਇੱਕ ਦਰਸ਼ਕ ਹੋਰ ਜੁੜ ਗਏ ਨੇ, ਪਹਿਲਾਂ ਉਹਨਾਂ ਦੀ ਵੀ ਅਸੀਂ ਲੈ ਲਈਏ ਰਾਏ। ਹੈਲੋ, ਸਤਿ ਸ਼੍ਰੀ ਅਕਾਲ ਪੁੱਤ। ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ 'ਚ ਕਿੱਥੋਂ ਬੋਲ ਰਹੇ ਹੋ ਮੈਡਮ? ਅਸੀਂ ਡੀਸੀ ਤੋਂ ਬੋਲਦੇ ਹਾਂ। ਦੋਵੇਂ ਮੁੰਡੇ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿਹੜੀ ਸਰਕਾਰ ਦੇ 16 ਸਾਲ ਦੇ ਮੁੰਡੇ, 16 ਸਾਲ ਦੇ ਕਿਹੜੇ ਨਿਆਣੇ ਜਦੋਂ ਉਹ ਮੁਕਾਉਣ ਲੱਗੇ ਆ ਉਦੋਂ ਨਹੀਂ ਕੁਝ ਸੋਚ ਕੇ ਕਹਿੰਦੇ ਹੁੰਦੇ ਸਜ਼ਾ ਉਹਨਾਂ ਨੂੰ ਵੀ ਚਾਹੀਦੀ ਆ। ਬਿਲਕੁਲ ਹਨਾ, ਬਿਲਕੁਲ ਜੀ। ਉਹਨਾਂ ਨੂੰ ਪਤਾ ਗਾਹਾਂ ਇਦਾਂ ਦੇ ਨਿਆਣਿਆਂ ਨੂੰ ਪਤਾ ਤਾਂ ਲੱਗੇ ਕਿ ਅਸੀਂ ਕੀ ਕਰਦੇ ਆ ਕੀ ਨਹੀਂ ਕਰਦੇ ਹੈਗੇ। ਬਾਕੀ ਆ ਬਲੈਕ ਕਮਿਊਨਿਟੀ ਮਾਰੇ ਅਸੀਂ ਕਿੱਦਾਂ ਸਾਰੇ ਗੋਰੇ ਤੇ ਪੰਜਾਬੀ ਸਾਰੇ ਇਕੱਠੇ ਹੋਏ ਸੀ। ਬਿਲਕੁਲ ਜੀ। ਆਪਣੀ ਕਮਿਊਨਿਟੀ ਦੇਖ ਲੈ, ਇੱਥੇ ਇੱਕ ਉਹ ਗੋਰੇ ਇੱਕ ਦੋ ਬੋਲ ਦੇ ਵਿੱਚ ਕੋਈ ਨਹੀਂ ਹੈਗਾ। ਕਹਿੰਦੇ ਹੁੰਦੇ ਸਾਰੇ ਜਿਹੜੇ ਖੜੇ ਆਪਣੀ ਕਮਿਊਨਿਟੀ ਦੇ ਹੀ ਆ। ਜੀ ਜੀ, ਬਿਲਕੁਲ ਜੀ। ਬਹੁਤ-ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਸਰ, ਗੱਲ ਉਹੀ ਹੈ ਕਿ ਜਦ ਤੱਕ ਅਸੀਂ ਆਪਣੀ ਕਮਿਊਨਿਟੀ ਲਈ ਅੱਗੇ ਨਹੀਂ ਆਵਾਂਗੇ, ਕੋਈ ਦੂਸਰਾ ਸਾਡੇ ਲਈ ਕਿਵੇਂ ਅੱਗੇ ਆ ਜਾਊਗਾ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਮੈਮ, ਕਿੱਥੋਂ ਬੋਲ ਰਹੇ ਹੋ? ਜੀ ਮੈਂ ਸਾਗਾ ਤੋਂ ਬੋਲ ਰਹੀ ਹਾਂ। ਗੁਰਪ੍ਰੀਤ ਕਾਰਡ ਮੇਰਾ ਨਾਮ ਹੈਗਾ ਜੀ। ਤੇ ਜੋ ਵੀ ਇਹ ਕੁਛ ਹੋਇਆ ਤੁਹਾਡੇ ਬੱਚੇ ਦੇ ਨਾਲ, ਇਹ ਬਹੁਤ ਹੀ ਮੰਦਭਾਗੀ ਗੱਲ ਹੋਈ ਹੈ। ਪਰ ਜੇ ਦੇਖਿਆ ਜਾਵੇ ਕਿ ਜੋ ਇੱਥੇ ਦਾ ਕਾਨੂੰਨ ਨਾਲ ਕਹਿੰਦੇ ਨੇ ਕਿ 18 ਸਾਲ ਦਾ ਅਡਲਟ ਹੁੰਦਾ ਹੈਗਾ, ਪਰ ਇਹ ਕੰਮ ਉਹਨਾਂ ਤੋਂ ਵੀ ਉੱਪਰ ਦੀ ਕਰ ਰਹੇ ਨੇ ਬੱਚੇ। ਬਿਲਕੁਲ, ਇਹਨਾਂ ਨੂੰ ਕਾਨੂੰਨ ਦੇ ਵਿੱਚ ਸੋਧ ਲਿਆਉਣੀ ਚਾਹੀਦੀ ਆ ਤੇ ਜੋ ਇਹ 16 ਸਾਲ ਦੀ ਉਮਰ ਆ ਇਹਨੂੰ ਅਡਲਟ ਦੇ ਵਿੱਚ ਮੰਨਿਆ ਜਾਣਾ ਚਾਹੀਦਾ, ਕਿਉਂਕਿ ਬਹੁਤ ਹੀ ਘਿਨਾਉਣਾ ਜੁਰਮ ਹੋ ਰਿਹਾ ਸਾਡੀ ਕੌਮ ਦੇ ਉੱਤੇ। ਬਿਲਕੁਲ। ਐਂਡ ਸੈਕੰਡਲੀ ਸਾਡੇ ਲੋਕਾਂ ਨੂੰ, ਸਾਡੀ ਕਮਿਊਨਿਟੀ ਨੂੰ ਬਰਾਊਨ ਲਾਈਵ ਮੈਟਰ ਹੋਣਾ ਚਾਹੀਦਾ ਜੀ। ਬਹੁਤ-ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਸਰ, ਜਿਵੇਂ ਦਰਸ਼ਕ ਵੀ ਸਾਨੂੰ ਲਗਾਤਾਰ ਕਹਿ ਰਹੇ ਨੇ, ਅਜਿਹਾ ਹੀ ਜੇ ਯਾਦ ਹੋਵੇ ਤਾਂ ਪਿਛਲੇ ਹਫ਼ਤੇ ਵੀ ਇੱਕ ਇਨਸੀਡੈਂਟ ਹੋਇਆ ਸੀ ਮਿਸੀਸਾਗਾ ਦੇ ਮਾਲਟਨ ਏਰੀਆ ਦੇ ਵਿੱਚ। ਇੱਕ ਸਿੱਖ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਰਾਤ ਦੇ ਵੇਲੇ, ਜਦੋਂ ਉਹਦੀ ਪੂਰੀ ਅੱਖ ਦੇ ਉੱਤੇ ਜਦੋਂ ਹੈਂਡਗਨ ਨਾਲ ਨਿਸ਼ਾਨਾ ਸਾਧਿਆ ਗਿਆ ਤੇ ਉਹਦੀ ਅੱਖ ਦੀ ਰੋਸ਼ਨੀ ਹਮੇਸ਼ਾ ਲਈ ਚਲੀ ਗਈ। ਤੁਹਾਨੂੰ ਪਤਾ ਗੱਲ ਕੀ ਹੈ, ਅਸੀਂ ਸਾਡੇ 'ਚ ਇੱਕ ਹੋਰ ਨੁਕਸ ਵੀ ਹੈ। ਅਸੀਂ ਇਸ ਨੂੰ ਹੁਣ ਜਿੰਨਾ ਵੀ ਕੱਲ ਸੈਟਰਡੇ ਨੂੰ ਕੱਟ ਸੀਗਾ, ਉਹ 'ਚ ਬਹੁਤੀ ਸਾਡੀ ਕਮਿਊਨਿਟੀ ਸੀ। ਅਸੀਂ ਦੂਸਰੀ ਕਮਿਊਨਿਟੀ ਬਹੁਤ ਥੋੜੀ ਸੀਗੀ। ਅਸੀਂ ਇਹਨੂੰ ਕਮਿਊਨਿਟੀ ਮੈਟਰ ਨਹੀਂ ਬਣਾਉਂਦੇ। ਅਸੀਂ ਇਹਨੂੰ ਕਮਿਊਨਿਟੀ ਦੇ ਵਿੱਚ ਇਹ ਗੱਲ ਹੋਈ ਹੈ, ਕਮਿਊਨਿਟੀ ਦੇ ਵਿੱਚ ਇਹ ਘਟਨਾ ਵਾਪਰੀ ਹੈ, ਅਸੀਂ ਬਾਕੀ ਜਿਹੜੀ ਕਮਿਊਨਿਟੀਜ਼ ਹੈਗੀਆਂ ਨੇ ਉਹਨਾਂ ਨੂੰ ਵੀ ਨਾਲ ਇਨਵੋਲਵ ਕਰੀਏ। ਬਲੈਕ ਲਾਈਵਜ਼ ਮੈਟਰ ਦੇ ਵਿੱਚ ਤੁਸੀਂ ਆਮ ਦੇਖੋਗੇ ਕਿ ਉਹਦੇ ਵਿੱਚ ਬਾਕੀ ਸਾਰੀਆਂ ਕੰਮਾਂ ਵੀ ਨਾਲ ਨੇ, ਗੋਰੇ ਵੀ ਨਾਲ ਨੇ, ਸਾਡੀਆਂ ਕੰਮਾਂ ਅੱਗੇ ਹੋ ਕੇ ਹੈਸ਼ਟੈਗ ਕੀਤੇ ਨੇ, ਇੰਨਾ ਕੁਝ ਕੀਤਾ। ਈਵਨ ਇੱਕ ਜਗ੍ਹਾ ਤੇ ਐਸੀ ਗੱਲ ਹੋਈ ਸੀ ਕਿ ਮੇਰੇ ਖਿਆਲ ਉੱਥੇ ਬਲੈਕ ਲਾਈਵਜ਼ ਮੈਟਰ ਦਾ ਕਰਫਿਊ ਲੱਗ ਗਿਆ ਸੀਗਾ ਤੇ ਇੱਕ ਆਪਣੇ ਇੰਡੀਅਨ ਫੈਮਿਲੀ ਨੇ ਬਹੁਤ ਲੋਕਾਂ ਨੂੰ 60 ਦੇ ਨੇੜੇ ਤੇ ਲੋਕਾਂ ਨੂੰ ਆਪਣੇ ਘਰ ਵਿੱਚ ਰੱਖਿਆ ਸੀ ਉਸ ਵੇਲੇ। ਅਸੀਂ ਉਧਰ ਸ਼ਾਮਲ ਹੁੰਦੇ ਹਾਂ, ਪਰ ਸਾਡੇ ਨਾਲ ਕੋਈ ਕਿਉਂ ਨਹੀਂ ਸ਼ਾਮਲ ਹੁੰਦਾ? ਅਸੀਂ ਜਦੋਂ ਇਸ ਚੀਜ਼ ਨੂੰ ਪ੍ਰੈਜ਼ੈਂਟ ਸਿਰਫ ਇਸੇ ਕਰਕੇ ਕਰਦੇ ਵੀ ਇਸ ਕੌਮ ਨਾਲ ਹੀ ਹੋ ਰਿਹਾ, ਕਿਉਂ ਨਹੀਂ ਐਸੇ ਕੀਤਾ ਜਾਵੇ? ਇਟ ਹੈਪਨ ਟੂ ਅ ਬ੍ਰੈਂਪਟੋਨੀਅਨ। ਜਿਹੜਾ ਬ੍ਰੈਂਪਟੋਨੀਅਨ ਆ ਉਹਦੇ ਨਾਲ ਇਹ ਗੱਲ ਹੋਈ, ਅਸੀਂ ਬ੍ਰੈਂਪਟਨ ਦੀ ਕਮਿਊਨਿਟੀ ਨੂੰ ਕਿਉਂ ਨਹੀਂ ਇਕੱਠੇ ਕਰ ਸਕਦੇ? ਜੀ ਬਿਲਕੁਲ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਤਰਨਜੀਤ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਸਰ, ਕਿੱਥੋਂ ਬੋਲਦੇ ਹੋ? USA ਤੋਂ। ਆ ਘਟਨਾ ਬਾਰੇ ਆ ਵੀ ਜਿਹੜਾ ਇਹ ਘਟਨਾ ਹੁੰਦੀ ਆ, ਜਿਹੜਾ ਜਿਸ ਨਿਆਣੇ ਨੂੰ ਕਤਲ ਕਰਨ ਦਾ ਪਤਾ, ਉਹਨੂੰ ਸਜ਼ਾ ਪੂਰੀ ਮਿਲਣੀ ਚਾਹੀਦੀ ਆ। ਜਦੋਂ ਕੋਈ ਨਿਆਣਾ ਚਲੋ ਐਕਸੀਡੈਂਟ ਹੋ ਗਿਆ ਜਾਂ ਕੁਛ ਹੋ ਗਿਆ, ਕਾਰ ਐਕਸੀਡੈਂਟ ਹੋ ਗਿਆ, ਉਹਦੇ ਵਿੱਚ ਤਾਂ ਸੋਚ ਸਕਦੇ ਆ ਵੀ ਨਿਆਣਾ ਸੀਗਾ, ਜਿਸ ਵਿੱਚ ਜਿਹੜਾ ਛੁਰੇ ਲੈ ਕੇ ਘਰੋਂ ਆਇਆ ਬੰਦਾ ਮਾਰ ਦਿੱਤਾ। ਇਸ ਕਾਨੂੰਨ ਨੂੰ ਇਹਨਾਂ ਨੂੰ ਬਦਲਣਾ ਚਾਹੀਦਾ, ਤਦ ਹੀ ਇਹ ਘਟਨਾਵਾਂ ਰੁਕੂਗੀਆਂ। ਜਿਹੜੀ ਹਾਲਤ ਉਸ ਮੁੰਡੇ ਦੀ ਆ ਜਾਂ 5-6 ਦਿਨ ਤੋਂ ਦੇਖਦੇ ਆ ਜਾਂ ਉਹਦੇ ਘਰਦਿਆਂ ਦੀ ਹਾਲਤ ਆ, ਉਹ ਦੇਖੀ ਨਹੀਂ ਜਾਂਦੀ। ਬਿਲਕੁਲ। ਤੇ ਇਹ ਗਵਰਨਮੈਂਟ ਨੂੰ ਕੁਝ ਨਾ ਕੁਝ ਜ਼ਰੂਰ ਇਹਦੇ ਵਿੱਚ ਸੋਚਣਾ ਚਾਹੀਦਾ ਵੀ ਏਦਾਂ ਨਹੀਂ ਹੋਣੀ ਚਾਹੀਦੀ ਹੈ, ਸਜ਼ਾ ਪੂਰੀ ਮਿਲਣੀ ਚਾਹੀਦੀ ਹੈ, ਤਦ ਇਹ ਰੁਕੂਗੀ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ US ਤੋਂ ਸਾਂਝੇ ਕੀਤੇ ਨੇ। ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ। ਔਨ ਟਾਪ ਆਫ ਦੈਟ ਇੱਕ ਗੱਲ ਹੋਰ ਵੀ ਹੈ, ਅਸੀਂ ਗੱਲਾਂ ਕਰ ਲੈਂਦੇ ਹਾਂ, ਮੈਂ ਆਮ ਆਪਾਂ ਇਹ ਗੱਲ ਕਰਦੇ ਹੁੰਦੇ ਹਾਂ ਕਿ ਪਲੀਜ਼ ਈਮੇਲਸ ਕਰੋ। ਤੁਸੀਂ ਜਿਹੜੇ ਵੀ ਤੁਹਾਡੇ ਲੀਡਰਸ ਹੈਗੇ ਨੇ, ਜ਼ਰੂਰੀ ਨਹੀਂ ਹੈ ਵੀ ਸਾਡੀ ਕਮਿਊਨਿਟੀ ਵਾਲਾ ਲੀਡਰ ਹੀ ਹੋਵੇ, ਤੁਸੀਂ ਜਿਹੜੇ ਏਰੀਆ 'ਚ ਰਹਿੰਦੇ ਹੋ, ਜਿਹੜੇ ਇਲਾਕੇ 'ਚ ਰਹਿੰਦੇ ਹੋ, ਉਹਦੀ ਅਸੀਂ ਜੱਕ ਦਾ ਨਹੀਂ ਈਮੇਲ ਕਰ ਦਿਓ, ਸਾਨੂੰ ਕੀ ਫਰਕ ਪੈਂਦਾ? ਕੋਈ ਏਡੀ ਗੱਲ ਨਹੀਂ, ਈਮੇਲ ਕਰਨੀ ਕੋਈ ਔਖੀ ਨਹੀਂ ਹੈ। ਔਨ ਟਾਪ ਆਫ ਦੈਟ ਮੇਰਾ ਸੁਜੈਸ਼ਨ ਹੈ ਹਰੇਕ ਨੂੰ, ਪਲੀਜ਼ ਲਰਨ ਹਾਊ ਟੂ ਡੂ ਬੇਸਿਕਸ ਥਿੰਗਸ ਔਨ ਦ ਕੰਪਿਊਟਰ। ਬਿਲਕੁਲ, ਤੁਹਾਨੂੰ ਇਹ ਲਰਨ ਕਰਨਾ ਪੈਣਾ। ਅਗਲਾ ਸਮਾਂ ਆ ਰਿਹਾ, ਇਸ ਤੋਂ ਬਿਨਾਂ ਤੁਹਾਡਾ ਗੁਜ਼ਾਰਾ ਨਹੀਂ ਹੋਣਾ। ਚਾਹੇ ਤੁਹਾਡੀ ਕਿੰਨੀ ਵੀ ਉਮਰ ਹੈਗੀ ਹੈ, ਸਿੱਖਣ ਵਾਸਤੇ ਕੋਈ ਵੀ ਉਮਰ ਨਹੀਂ ਹੁੰਦੀ। ਜਦ ਤੱਕ ਅਸੀਂ ਈਮੇਲਸ, ਅਸੀਂ ਆਪਣੇ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ,
ਉਹਨਾਂ ਦੇ ਅਸੀਂ ਈਮੇਲਸ ਦਾ ਢੇਰ ਨਹੀਂ ਲਾਉਂਦੇ, ਅਸੀਂ ਨਹੀਂ ਇਹ ਡਿਮਾਂਡ ਕਰਦੇ, ਉਦੋਂ ਤੱਕ ਚੇਂਜ ਨਹੀਂ ਹੁੰਦੀ। ਰੀਜ਼ਨ ਇਹ ਹੈ ਕਿ ਜਿਹੜਾ ਸਾਡਾ ਰਿਪਰੈਜ਼ੈਂਟੇਟਿਵ ਹੈ ਉਹਨੇ ਅੱਗੇ ਆਪਣੀ ਪਾਰਟੀ ਦੇ ਨਾਲ ਗੱਲ ਕਰਨੀ ਹੈ। ਠੀਕ ਹੈ, ਅਸੀਂ ਸੁਨੇਹਾ ਦਿੱਤਾ, ਉਹਨੇ ਸੁਨੇਹਾ ਅੱਗੇ ਗੱਲ ਕਰਤਾ। ਜਦੋਂ ਉਹ ਰਿਪਰੈਜ਼ੈਂਟੇਟਿਵ ਥੱਬਾ ਈਮੇਲਸ ਦਾ ਲੈ ਕੇ ਜਾਏਗਾ, ਉਸ ਚੀਜ਼ ਦਾ ਵਜ਼ਨ ਹੋਏਗਾ ਗੱਲ ਕਰਨ ਦਾ। ਅਗਲੇ ਨੂੰ ਪਤਾ ਵੀ ਇੰਨੀ ਵੋਟ ਮੇਰੇ ਪਿੱਛੇ ਹੈਗੀ ਹੈ, ਕੱਲ ਨੂੰ ਵੋਟ ਨਹੀਂ ਮਿਲਣੀ, ਅਖੀਰ ਗੱਲ ਵੋਟਾਂ ਤੇ ਹੀ ਆਉਣੀ ਹੈ। ਜੇ ਅਸੀਂ ਇਸ ਗੱਲ ਦੇ ਉੱਤੇ ਕਰਦੇ ਹਾਂ ਕਿ ਅਸੀਂ ਉਹਨਾਂ ਨੂੰ ਈਮੇਲਸ ਕਰੀਏ, ਸੁਨੇਹੇ ਦਿੱਤੇ ਜਾਣ ਕਿ ਇਹਦਾ ਕਾਨੂੰਨ ਚੇਂਜ ਹੋਣਾ ਚਾਹੀਦਾ, ਤਾਂ ਅੱਗੇ ਵੀ ਕਾਨੂੰਨ 'ਚ ਚੇਂਜਸ ਆਉਂਦੀਆਂ ਨੇ, ਆਈਆਂ ਨੇ, ਆਉਣਗੀਆਂ ਵੀ। ਤਾਂ ਹੀ ਜੇ ਅਸੀਂ ਇਸ ਚੀਜ਼ ਨੂੰ ਹਾਈਲਾਈਟ ਕਰਾਂਗੇ, ਇੱਕ ਨਿਰਭਇਆ ਕਾਂਡ ਜਦੋਂ ਹੋਇਆ ਸੀ ਦਿੱਲੀ ਦੇ ਵਿੱਚ, ਤਾਂ ਉਸ ਵਕਤ ਜੋ ਭਾਰਤ ਦੀ ਪੂਰਾ ਅਕਸ ਦੁਨੀਆ ਦੇ ਵਿੱਚ ਖਰਾਬ ਹੋਇਆ ਸੀ, ਉਸ ਵਕਤ ਸਰਕਾਰ ਜਿਹੜੀ ਮਜਬੂਰ ਹੋ ਗਈ ਸੀ ਕਿ ਜਿਹੜੀ ਡੈਥ ਪੈਨਲਟੀਜ਼ ਦੇਈ ਜਾਵੇ ਰੇਪਿਸਟ ਨੂੰ। ਹੁਣ ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਬ੍ਰੈਂਪਟਨ ਦੇ ਇੱਕ ਕੋਨੇ ਦੇ ਵਿੱਚ ਇੱਕ ਘਟਨਾ ਹੋਈ ਆ, ਸਿਰਫ ਬ੍ਰੈਂਪਟੋਨੀਅਨਸ ਇਸ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਨੇ। ਕਿਤੇ ਆਸਟ੍ਰੇਲੀਆ ਤੋਂ ਕੋਈ ਪ੍ਰੋਟੈਸਟ ਨਹੀਂ ਹੋ ਰਿਹਾ, ਕਿਤੇ ਯੂਕੇ ਤੋਂ ਕੋਈ ਪ੍ਰੋਟੈਸਟ ਨਹੀਂ ਹੋ ਰਿਹਾ, ਕੋਈ ਯੂਐਸ ਦੇ ਵਿੱਚ ਪ੍ਰੋਟੈਸਟ ਨਹੀਂ ਹੋ ਰਿਹਾ। ਕਿਉਂ ਨਹੀਂ ਹੋ ਰਿਹਾ? ਸਿੱਖ ਉੱਥੇ ਵੀ ਵਸਦੇ ਨੇ, ਸਿੱਖਾਂ ਦੇ ਨਾਲ ਨਸਲੀ ਵਿਤਕਰੇ ਉੱਥੇ ਵੀ ਹੁੰਦੇ ਆਏ ਨੇ, ਉੱਥੇ ਵੀ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਅਜਿਹੀਆਂ ਹੀ ਘਟਨਾਵਾਂ ਹੁੰਦੀਆਂ ਆਈਆਂ ਨੇ। ਸੋ ਮਿਲ ਕੇ ਹੰਬਲਾ ਮਾਰਨ ਦੀ ਲੋੜ ਹੈ। ਜਦ ਤੱਕ ਸਿੱਖ ਨਹੀਂ ਇਕੱਠੇ ਹੁੰਦੇ ਹੈਗੇ, ਉਨੀ ਦੇਰ ਤੱਕ ਪ੍ਰੋਟੈਸਟ ਨਹੀਂ ਹੁੰਦੇ, ਉਨੀ ਦੇਰ ਤੱਕ ਇਨਸਾਫ ਨਹੀਂ ਮਿਲਣਾ। ਦਰਸ਼ਕ ਜੁੜ ਗਏ ਨੇ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਸਰ। ਮੈਂ ਆਹ ਜਿਹੜਾ ਨਾ ਬੱਚਾ ਮਰਿਆ ਉਹਦੇ ਬਾਰੇ ਗੱਲਬਾਤ ਕਰਨੀ ਚਾਹੁੰਦਾ ਹਾਂ। ਜੀ ਜੀ ਜੀ, ਰੱਖੋ ਜੀ ਵਿਚਾਰ। ਮੈਂ ਇਹ ਦੱਸਣਾ ਚਾਹੁੰਦਾ ਕਿ ਸਾਡੇ ਕਿੰਨੇ ਗਵਰਨਮੈਂਟ ਦੇ ਵਿੱਚ ਕਿੰਨੇ ਬੰਦੇ ਆ, ਤੇ ਅਸੀਂ ਲੋਕ ਜਿਹੜੇ ਅਸੀਂ ਤਾਂ ਇਕੱਠੇ ਹੋ ਕੇ ਰੌਲਾ ਪਾਵਾਂਗੇ, ਉਹ ਕੰਨਾਂ ਤੋਂ ਬੋਲੇ ਆ, ਉਹਨਾਂ ਨੂੰ ਇਹ ਆਵਾਜ਼ ਸੁਣਦੀ ਹੈਗੀ ਕਿ ਸਾਡੇ ਨਾਲ ਇਹੋ ਕਿੰਨਾ ਧੱਕਾ ਹੋ ਰਿਹਾ ਹੈਗਾ ਆ। ਜੇ ਇੰਡੀਆ ਤੋਂ ਕੋਈ ਸਟੂਡੈਂਟ ਆਇਆ ਇਹ ਗੱਲ ਕਰਦਾ ਤਾਂ ਉਹਨਾਂ ਨੇ ਕਹਿਣਾ ਇਹਨੂੰ ਜੀ ਪਿੱਛੇ ਨੂੰ ਮੋੜੋ, ਡਿਪੋਰਟ ਕਰ ਦਿਓ। ਉਹ ਜਿਹੜੇ ਮੁੰਡਿਆਂ ਨੇ ਕੀਤਾ ਉਹਨਾਂ ਨੂੰ ਕੁਝ ਵੀ ਨਹੀਂ ਹੈਗਾ ਕਰ ਸਕਦੇ। ਜੀ ਸਹੀ ਗੱਲ ਹੈ ਜੀ। ਥੈਂਕ ਯੂ ਜੀ, ਥੈਂਕਸ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਵਿਚਾਰ ਸਾਂਝੇ ਕੀਤੇ, ਸ਼ੁਕਰੀਆ। ਤਰਨ, ਉਹ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਸਾਨੂੰ ਆਪ ਦਾ ਸੁਨੇਹਾ ਜਿਹੜਾ ਪਹੁੰਚਾਉਣਾ ਹੈ, ਅਸੀਂ ਉਹਨੂੰ ਪ੍ਰੋਪਰਲੀ ਪਹੁੰਚਾ ਨਹੀਂ ਰਹੇ। ਆਪ ਕਾਲ ਲੈ ਲਈਏ। ਬਿਲਕੁਲ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ, ਬ੍ਰੈਂਪਟਨ ਤੋਂ ਜੀ। ਸਵਾਗਤ ਹੈ ਪ੍ਰੋਗਰਾਮ ਸਰ, ਕੀ ਕਹਿਣਾ ਚਾਹੋਗੇ? ਮੈਂ ਜੀ ਇਹ ਕਹਿਣਾ ਚਾਹੁੰਦਾ, ਜਿਵੇਂ ਨਾਥ ਸਾਹਿਬ ਨੇ ਕਿਹਾ ਨਾ ਵੀ ਬ੍ਰੈਂਪਟੋਨੀਅਨ ਬਣਨਾ ਪੈਣਾ, ਮਤਲਬ ਸਾਡੇ ਕਮਿਊਨਿਟੀ ਦੇ ਵਿੱਚ ਪ੍ਰੋਬਲਮ ਇਹੀ ਆ, ਅਸੀਂ ਨਾ ਜਦੋਂ ਸਾਡੇ ਨਾਲ ਕੁਝ ਹੁੰਦਾ ਉਦੋਂ ਅਸੀਂ ਬਹੁਤ ਚੀਕਾਂ ਮਾਰਦੇ ਹਾਂ, ਜਦੋਂ ਸਾਡੇ ਗੁਆਂਢੀ ਨਾਲ ਕਿਸੇ ਨਾਲ ਹੁੰਦਾ ਉਦੋਂ ਸਾਨੂੰ ਕੋਈ ਪਤਾ ਨਹੀਂ ਹੁੰਦਾ ਕਿ ਕੌਣ ਸੀ, ਕਿੱਥੇ ਹੋਇਆ, ਕੀ ਨਹੀਂ ਹੋਇਆ। ਹਾਂਜੀ, ਇਹਦੇ ਵਿੱਚ ਹੁਣ ਨਾ ਕਿਸੇ ਕਮਿਊਨਿਟੀ ਦਾ ਕਸੂਰ ਆ, ਮਤਲਬ ਦੋ ਸੀਗੇ ਬੱਚੇ ਜੀ, ਬਿਲਕੁਲ, ਮਤਲਬ ਖੋਲ ਲਈ ਕੁਝ ਪਏ ਆ, ਤੇ ਦੂਜਾ ਥੋੜਾ ਜਿਹਾ ਸਾਨੂੰ ਵੀ ਆਪਣਾ ਮਾਈਂਡ ਚੇਂਜ ਕਰਨਾ ਪੈਣਾ। ਜੇ ਕੁਝ ਹੈਗਾ ਮੋਢੇ ਸਿੱਟ ਦਿਓ ਬੈਗ ਹੈ ਨਾ, ਝਗੜੋ ਨਾ ਅਗਲੇ ਨਾਲ। ਵੱਧ ਤੋਂ ਵੱਧ $50 ਹੋਣਗੇ, 100 ਦਾ ਫੋਨ ਹੋਊ, 200 ਦਾ ਫੋਨ ਹੋਊਗਾ, ਕਿੰਨੀ ਕੁ ਵੱਡੀ ਗੱਲ ਹੈ। ਬਾਅਦ ਚ ਤੁਸੀਂ ਪੁਲਿਸ ਨੂੰ ਕਾਲ ਕਰ ਦਿਓ। ਹਾਂਜੀ, ਆਪਣੇ ਬਸ ਸਿੱਧਾ ਕਰਨ ਨੂੰ ਪੈਂਦੇ ਆ। ਆਪਣੇ ਸਟੋਰਾਂ ਦੇ ਵਿੱਚ ਵੀ ਕਈ ਵਾਰੀ ਹੋ ਹਟਿਆ, ਬਹੁਤ ਵਾਰੀ ਹੋਇਆ, ਆਪਣੇ ਬੰਦਿਆਂ ਨੇ ਮਾਰ ਇੱਥੇ ਖਾਧੀ ਆ, ਅਸੀਂ ਸਿੱਧਾ ਅਗਲੇ ਦਾ ਗਾਲ ਖਾਣ ਪੈਂਦੇ ਆ। ਹੁਣ ਜਿਹੜਾ ਮਤਲਬ ਆਇਆ ਹੀ ਲੁੱਟਣ ਆ, ਉਹਨੇ ਆਪਣਾ ਬਚਾਅ ਕਰਦੇ ਨੇ, ਕੁਛ ਵੀ ਤੁਹਾਨੂੰ ਕਰ ਸਕਦਾ, ਗੋਲੀ ਆ ਤਾਂ ਗੋਲੀ ਮਾਰ ਸਕਦਾ, ਨਾਈਫ ਆ ਤਾਂ ਨਾਈਫ ਮਾਰਦਾ। ਬਿਲਕੁਲ ਜੀ, ਇਸ ਗੱਲਾਂ ਦਾ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ ਸਾਨੂੰ ਜੀ, ਤੇ ਨਾਲ ਦੂਜਿਆਂ ਦੇ ਵੀ ਸ਼ਰੀਕ ਹੋਣਾ ਚਾਹੀਦਾ। ਜੇ ਕਿਸੇ ਹੋਰ ਦੇ ਨਾਲ ਹੁੰਦਾ ਸਾਨੂੰ ਆਂਢ ਗੁਆਂਢ ਨੂੰ ਸਾਰੇ ਨੂੰ ਇਨਵੋਲਵ ਕਰਨਾ ਚਾਹੀਦਾ ਵਿੱਚ, ਤੇ ਉਹਨਾਂ ਦੇ ਆਪ ਹੋਣਾ ਪੈਣਾ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਆਪਣੇ ਵਿਚਾਰ ਰੱਖਣ ਲਈ। ਦੂਜਿਆਂ ਦੇ ਨਾਲ ਸ਼ਰੀਕ ਹੋਣ ਦੀ ਗੱਲ ਕੀਤੀ ਹੈ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਵਾਂਗਾ। ਅਸੀਂ ਬਹੁਤ ਥਾਵਾਂ ਤੇ ਜਾਂਦੇ ਹਾਂ, ਪਰ ਕਈ ਥਾਵਾਂ ਤੇ ਅਸੀਂ ਖੁੰਝ ਜਾਂਦੇ ਹਾਂ। ਤੁਹਾਨੂੰ ਯਾਦ ਹੋਵੇਗਾ ਯੰਗ ਸਟਰੀਟ ਦੇ ਉੱਤੇ ਇੱਕ ਐਸੀ ਗੱਲ ਘਟਨਾ ਵਾਪਰੀ ਸੀ। ਇੱਕ ਵੈਨ ਵਾਲਾ ਸੀਗਾ ਡਰਾਈਵਰ, ਜਿਹਨੇ ਕਈਆਂ ਲੋਕਾਂ ਦੇ ਉੱਤੇ ਵੈਨ ਚਾੜ ਦਿੱਤੀ ਸੀ, ਔਰ ਲੋਕਾਂ ਦੇ ਬੜਿਆਂ ਦੀ ਮੌਤ ਹੋਈ ਸੀ ਕੁਝ ਸਾਲ ਪਹਿਲਾਂ ਦੀ ਗੱਲ ਹੈ। ਔਰ ਉਹਦੇ ਵਿੱਚ ਸ਼ਾਮ ਨੂੰ ਉੱਥੇ ਕੈਂਡਲ ਲਾਈਟ ਵਿਜਿਟ ਕੀਤਾ ਗਿਆ ਸੀਗਾ। ਉੱਥੇ ਸਾਰੀਆਂ ਕੌਮਾਂ ਦੇ ਲੋਕ ਗਏ ਸੀਗੇ, ਸਾਡੀ ਸਿੱਖ ਕੌਮ ਦੇ ਲੋਕ ਵੀ ਗਏ ਸੀਗੇ, ਥੋੜੇ ਗਏ ਸੀਗੇ, ਬਾਕੀ ਕੌਮਾਂ ਸਾਰੀਆਂ ਉੱਥੇ ਬਹੁਤ ਵਿਜ਼ੀਬਲ ਸੀਗੀ। ਸਾਰਿਆਂ ਦੇ ਧਾਰਮਿਕ ਲੋਕ ਜਾ ਕੇ ਸਾਰਿਆਂ ਨੇ ਉਹ ਜਿਹੜੀ ਸਟੇਜ ਤੋਂ ਬੋਲੇ, ਸਾਰੇ ਸਾਡੇ ਵੀ ਸੀਗੇ, ਪਰ ਸਾਡੀ ਉੱਥੇ ਗਿਣਤੀ ਉਨੀ ਨਹੀਂ ਸੀ ਜਿੰਨੀ ਕਿ ਦੂਸਰੀਆਂ ਕਮਿਊਨਿਟੀਜ਼ ਨਹੀਂ। ਸਾਡਾ ਅਜਿਹੀਆਂ ਥਾਵਾਂ ਤੇ ਸਾਡਾ ਜਾਣਾ ਬਣਦਾ। ਅਸੀਂ ਠੀਕ ਹੈ, ਕਈ ਜਗ੍ਹਾ ਤੇ ਸਾਡੀਆਂ ਬਹੁਤ ਸੰਸਥਾਵਾਂ ਨੇ ਤਰਨ ਐਸੀਆਂ ਜਿਹੜੀਆਂ ਡਾਊਨਟਾਊਨ ਦੇ ਵਿੱਚ ਹੋਮਲੈਸ ਲੋਕ ਹੈਗੇ, ਉਹਨਾਂ ਨੂੰ ਫੂਡ ਲੈ ਕੇ ਜਾਂਦੀਆਂ ਨੇ, ਬਹੁਤ ਸਾਲਾਂ ਦੀਆਂ ਕਰ ਰਹੀਆਂ ਨੇ ਇਹ, ਔਰ ਬਦਲ ਕੇ ਕਰ ਰਹੀਆਂ ਨੇ। ਸਾਡਾ ਫੂਡ ਸੇਵਾ ਬੈਂਕ ਹੈਗਾ, ਉਹ ਕਰ ਰਿਹਾ ਹੈਗਾ, ਕੁਝ ਅਜਿਹੀਆਂ ਗੱਲਾਂ ਹੈਗੀਆਂ। ਪਰ ਜਦੋਂ ਕੋਈ ਜਿਹੀ ਘਟਨਾ ਵਾਪਰਦੀ ਹੈ, ਅਸੀਂ ਸਿਰਫ ਇੱਕ ਇੰਡੀਅਨ ਲੋਕ ਹੀ ਇਕੱਠੇ ਹੋ ਜਾਂਦੇ ਹਾਂ ਉਸ ਜਗ੍ਹਾ ਦੇ ਉੱਤੇ। ਅਸੀਂ ਕਿਸੇ ਹੋਰ ਨੂੰ ਨਾਲ ਲਿਆਉਣ ਦੀ ਕੋਸ਼ਿਸ਼, ਅਸੀਂ ਜਦ ਤੱਕ
ਇਹ ਮਸਲਾ ਅਸੀਂ ਮੇਰਾ ਖਿਆਲ ਆ ਉਸ ਸ਼ਹਿਰ ਦਾ ਨਹੀਂ ਬਣਾਵਾਂਗੇ ਤਾਂ ਜਿਹੜੇ ਸਾਡੇ ਲੀਡਰ ਵੀ ਹੈਗੇ, ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਹੈਗੇ, ਉਹਨਾਂ ਨੂੰ ਵੀ ਇਹ ਉਹਨਾਂ ਦੇ ਕੰਨ ਤੇ ਜੋ ਉਦੋਂ ਹੀ ਰਿੰਗੂਗੀ ਜਦ ਤੱਕ ਇਹ ਕਮਿਊਨਿਟੀ ਦਾ ਮਸਲਾ ਨਹੀਂ ਬਣਦਾ। ਸਰ ਇਹਨੂੰ ਸਿਰਫ ਸ਼ਹਿਰ ਨਹੀਂ ਬਲਕਿ ਇਹਨੂੰ ਪੂਰੇ ਮੁਲਕ ਦਾ ਮਸਲਾ ਬਣਾਉਣਾ ਪੈਣਾ, ਕਿਉਂਕਿ 16 ਸਾਲ ਦੀ ਉਮਰ ਦੀ ਜੇ ਗੱਲ ਕੀਤੀ ਜਾਵੇ ਪੂਰੇ ਮੁਲਕ 'ਚ ਇਹ ਕਾਨੂੰਨ ਲਾਗੂ ਆ। ਦੂਜੀ ਗੱਲ ਇਹ ਹੈਗੀ ਆ ਕਿ ਇੰਟਰਨੈਸ਼ਨਲ ਮੀਡੀਆ ਵਿੱਚ ਇਹ ਮਾਮਲਾ ਕਿੰਨਾ ਕੁ ਆਇਆ, 1 ਦਿਨ ਆਇਆ, 2 ਦਿਨ ਆਇਆ, ਉਸ ਤੋਂ ਬਾਅਦ ਕਿਤੇ ਸੁਰਖੀਆਂ 'ਚ ਨਹੀਂ ਆਇਆ। ਜਦੋਂ ਜਾਰਜ ਫਲੋਇਡ ਦੀ US ਦੇ ਵਿੱਚ ਮੌਤ ਹੋਈ ਸੀ, ਲਗਾਤਾਰ 1 ਮਹੀਨਾ ਅਸੀਂ ਵੀ ਉਹ ਖਬਰਾਂ ਦਿੱਤੀਆਂ ਨੇ, ਮੇਨ ਸਟ੍ਰੀਮ ਮੀਡੀਆ ਨੇ ਵੀ, ਜਿਹੜੇ ਇੰਟਰਨੈਸ਼ਨਲ ਮੀਡੀਆ ਉਹਨਾਂ ਨੇ ਵੀ ਉਹ ਖਬਰਾਂ ਦਿੱਤੀਆਂ ਨੇ। ਕਿਉਂ ਦਿੱਤੀਆਂ? ਕਿਉਂਕਿ ਬਲੈਕ ਕਮਿਊਨਿਟੀ ਨੇ ਪੂਰੀ ਦੁਨੀਆ ਦੇ ਵਿੱਚ ਪ੍ਰੋਟੈਸਟ ਕੀਤੇ ਸੀ। ਪਤਾ ਲੱਗਿਆ ਕਿ ਇੱਕ ਕਮਿਊਨਿਟੀ ਹੈਗੀ ਆ ਜਿਨ੍ਹਾਂ ਦੇ ਨਾਲ ਧੱਕਾ ਕੀਤਾ ਗਿਆ, ਉਸ ਤੋਂ ਬਾਅਦ ਲੋਕੀ ਉਹਨਾਂ ਨਾਲ ਹੱਥ ਪਾਉਣ ਤੋਂ ਵੀ ਡਰਦੇ ਆ। ਸਾਡੀ ਕਮਿਊਨਿਟੀ 'ਚ ਦੇਖ ਲਓ, ਬਰੈਂਪਟਨ ਤੋਂ ਇਲਾਵਾ ਪੰਜਾਬੀ ਮੀਡੀਆ ਤੋਂ ਇਲਾਵਾ ਕਿੰਨੇ ਕੁ ਮੀਡੀਆ ਨੇ ਖਬਰ ਚੱਕੀ ਆ। ਮੇਨ ਸਟ੍ਰੀਮ ਮੀਡੀਆ 'ਚ 1 ਦਿਨ ਖਬਰ ਆਈ ਆ, ਮੁੜ ਕੇ ਬੰਦ ਹੋ ਗਈ। ਬਰੈਂਪਟਨ ਦੇ ਵਿੱਚ ਕੱਲਾ ਪ੍ਰੋਟੈਸਟ ਕਰਨ ਨਾਲ ਕੁਝ ਨਹੀਂ ਹੋਣਾ, ਇਹਨੂੰ ਵਰਲਡ ਵਾਈਡ ਲੈਵਲ ਤੇ ਲੈ ਕੇ ਜਾਣਾ ਪੈਣਾ ਤਾਂ ਕਿ ਇੰਟਰਨੈਸ਼ਨਲ ਮੀਡੀਆ ਦੀ ਅੱਖ ਇਸ ਮੁੱਦੇ ਦੇ ਉੱਤੇ ਆਵੇ ਕਿ ਕਿਸੇ ਸਿੱਖ ਸਟੂਡੈਂਟ ਦੀ, ਕਿਸੇ ਇੰਟਰਨੈਸ਼ਨਲ ਸਟੂਡੈਂਟ ਦੀ ਹੱਤਿਆ ਹੋਈ ਸੀ। ਇਸ ਤੋਂ ਬਾਅਦ ਕੈਨੇਡਾ ਦੇ ਵਿੱਚ ਜਿਹੜਾ ਕਾਨੂੰਨ ਬਦਲਿਆ ਗਿਆ ਸਿੱਖਾਂ ਦੀ ਪਛਾਣ ਦਾ, ਇਹ ਵੀ ਇੱਕ ਤਰੀਕਾ ਹੋਊਗਾ। ਸਹੀ ਗੱਲ ਹੈ ਤਰਨ, ਪਰ ਜਿਹੜੀ ਗੱਲ ਹੁਣ ਬਲੈਕ ਲਾਈਵਜ਼ ਮੈਟਰ ਦੀ ਹੈਗੀ ਆ ਉਹਦਾ ਥੋੜਾ ਜਿਹਾ ਫਰਕ ਹੈ ਇਹ ਗੱਲ ਨਾਲੋਂ। ਮੈਂ ਹੋਪਫੁਲੀ ਆਈ ਬੀ ਏਬਲ ਟੂ ਐਕਸਪਲੇਨ ਦਿਸ ਥਿੰਗ ਕਿ ਜਿਹੜੀ ਬਲੈਕ ਲਾਈਵਜ਼ ਮੈਟਰ ਹੈ ਉਹ ਇਸ ਕੰਟਰੀ 'ਚ ਬਹੁਤ ਦੇਰ ਦੇ ਆਏ ਹੋਏ ਨੇ, US ਦੇ ਵਿੱਚ ਬਹੁਤ ਦੇਰ ਦੇ ਆਏ ਨੇ, ਉਦੋਂ ਫਿਰ ਕੈਨੇਡਾ ਦੇ ਵਿੱਚ ਆਏ ਨੇ ਔਰ ਉਹਨਾਂ ਨੂੰ ਬਹੁਤ ਦੇਰ ਗੁਲਾਮ ਬਣਾ ਕੇ ਰੱਖਿਆ ਗਿਆ। ਗੁਲਾਮੀ ਦੇ ਵਿੱਚ ਬੜੀਆਂ ਇੱਥੇ ਲੋਕੀ ਲੀਗਲ ਤੌਰ ਤੇ ਗੁਲਾਮ ਸੀਗੇ, ਉਹਨਾਂ ਨੂੰ ਵੇਚਿਆ ਖਰੀਦਿਆ ਜਾਂਦਾ ਸੀਗਾ ਇੰਨੀ ਦੇਰ ਤੋਂ, ਔਰ ਗਿਣਤੀ ਬਹੁਤ ਜ਼ਿਆਦਾ ਹੈਗੀ ਹੈ, ਇੰਨੀ ਦੇਰ ਤੋਂ ਉਸ ਇੱਕ ਕੌਮ ਨਾਲ ਧੱਕਾ ਹੋ ਰਿਹਾ। ਔਰ ਹੁਣ ਇਹ ਗੱਲਾਂ ਐਕਸਪਲੋਇਟ ਹੋਣ, ਜੋ ਕੋਈ ਤੰਗ ਕਰਦਾ ਹੈ ਤਾਂ ਇਹ ਗੱਲਾਂ ਮੋਹਰੇ ਆਉਂਦੀਆਂ ਨੇ ਔਰ ਉਸ ਨਾਲ ਸਾਰੀ ਥਾਵਾਂ ਤੇ ਹੋ ਰਿਹਾ। ਅੱਜ ਆਪਾਂ ਫੇਰ ਗੱਲ ਕਰਨੀ ਹੈ, ਇੱਕ ਇਨਸੀਡੈਂਟਸ ਹੋਇਆ ਹੈ ਉਹਦੇ 'ਚ, ਔਰ ਇੱਕ ਨਹੀਂ ਕਈ ਹੋਏ ਨੇ। ਪ੍ਰੋਬਲਮ ਇਹ ਆ ਜਾਂਦੀ ਹੈ ਕਿ ਜਿਵੇਂ ਜਿਹੜੀ ਸਾਡੀ ਗਿਣਤੀ ਹੈ ਅਸੀਂ ਤਾਂ ਵੈਸੇ ਹੀ ਥੋੜੇ ਆ, ਫਿਰ ਜਿਹੜੀ ਇਹ ਘਟਨਾ ਵਾਪਰਦੀ ਹੈ ਇੱਕ ਕਿਤੇ ਇੱਕ ਤਾਂ ਹੀ ਵਾਪਰਦੀ ਹੈ। ਇਹ ਇਉਂ ਨਹੀਂ ਹੈ ਕਿ ਲਗਾਤਾਰ ਕਿਸੇ ਨਾ ਕਿਸੇ ਨਾਲ ਇਹ ਗੱਲ ਹੋਈ ਜਾ ਰਹੀ ਹੈ। ਜਿਹੜੀ ਇੱਕ ਗੱਲ ਹੋਈ ਹੁੰਦੀ ਹੈ ਉਹ ਠੰਡੀ ਪੈ ਜਾਂਦੀ ਹੈ, ਉਸ ਤੋਂ ਮੋਰੋਂ ਜਿਹੜੀ ਕੋਈ ਗੱਲ ਹੁਣ ਪਰਮਾਤਮਾ ਕਰੇ ਅੱਗੇ ਗੱਲ ਕੋਈ ਨਾ ਹੋਵੇ, ਜਿਹੜੀ ਅਗਲੀ ਕੋਈ ਗੱਲ ਹੁੰਦੀ ਹੈ ਜਦ ਨੂੰ ਇਹ ਗੱਲ ਠੰਡੀ ਹੋਣੀ ਹੈ ਇੱਕ ਹੋਰ ਹੋਈ। ਇਨ ਦਾ ਮੀਨ ਟਾਈਮ ਜਿਹੜਾ ਬਲੈਕ ਕਮਿਊਨਿਟੀ ਹੈਗੀ ਆ ਉਹ ਇੰਨੀ ਜ਼ਿਆਦਾ ਕਿ ਕਿਤੇ ਨਾ ਕਿਤੇ ਕੁਛ ਨਾ ਕੁਛ ਹੋਈ ਤੁਰਿਆ ਜਾ ਰਿਹਾ ਔਰ ਪੁਲਿਸ ਹਲੇ ਵੀ ਉਹਨਾਂ ਨੂੰ ਧੱਕਾ ਹੁੰਦਾ ਹੀ ਹੁੰਦਾ। ਈਵਨ ਇੱਥੇ ਵੀ ਪ੍ਰੂਵ ਕੀਤਾ ਗਿਆ ਕਿ ਜਿਹੜੀ ਕਾਰਡਿੰਗ ਕੀਤੀ ਜਾਂਦੀ ਸੀਗੀ ਉਹਦੇ ਵਿੱਚ ਸਰਟਨ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ। ਹੁਣ ਪ੍ਰੋਬਲਮ ਅਸੀਂ ਹੈਗੇ ਥੋੜੇ ਦੇ ਵਿੱਚ ਸਾਡੇ ਨਾਲ ਘਟਨਾਵਾਂ ਵੀ ਥੋੜੀਆਂ ਵਾਪਰਦੀਆਂ ਨੇ ਔਰ ਇਸੇ ਕਰਕੇ ਅਸੀਂ ਉਹਨਾਂ ਹਾਈਲਾਈਟ ਹੋਣਾ, ਸਾਨੂੰ ਹਾਈਲਾਈਟ ਕਰਨ ਵਾਸਤੇ ਮੇਰਾ ਖਿਆਲ ਹੈ ਜਿਹੜੀ ਸਾਡੀ ਲੋਕਲ ਇੱਥੋਂ ਦੀ ਕਮਿਊਨਿਟੀਜ਼ ਹੈਗੀਆਂ ਨੇ ਸਾਨੂੰ ਉਹਨਾਂ ਦੇ ਨਾਲ ਰਲ ਕੇ ਇੱਥੋਂ ਦਾ ਲੋਕਲ ਇਸ਼ੂ, ਉਸ ਸ਼ਹਿਰ ਦਾ ਇਸ਼ੂ, ਜਿਹਦੇ ਸ਼ਹਿਰ ਦੇ ਨਾਲ ਪ੍ਰੋਵਿੰਸ ਦਾ ਇਸ਼ੂ ਬਣੇ, ਪ੍ਰੋਵਿੰਸ ਦੇ ਨਾਲ ਕੰਟਰੀ ਦਾ ਇਸ਼ੂ ਬਣੇ ਵੀ ਇਸ ਥਾਂ ਤੇ ਇਹ ਗੱਲਾਂ ਹੋ ਰਹੀਆਂ ਨੇ, ਸਾਨੂੰ ਸੇਫਟੀ ਚਾਹੀਦੀ ਹੈ। ਉਸ ਸੇਫਟੀ ਪਿੱਛੇ ਕਾਨੂੰਨ ਬਦਲਿਆ ਜਾਣਾ ਚਾਹੀਦਾ, ਕਾਨੂੰਨ ਦੇ ਵਿੱਚ ਸੋਧ ਆਉਣੀ ਚਾਹੀਦੀ ਹੈ ਜਿਹੜੇ ਕਿ ਇਸ ਵੇਲੇ ਬਹੁਤ ਜ਼ਰੂਰੀ ਹੈ। ਬਿਲਕੁਲ ਜੀ, ਤੇ ਇਸ ਤੋਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਕਤ ਸਾਨੂੰ ਸਟੂਡੈਂਟ, PR ਜਾਂ ਸਿਟੀਜ਼ਨ ਦੇ ਇਹ ਵਾਲੇ ਟੈਕਸ ਤੋਂ ਉੱਪਰ ਉੱਠ ਕੇ ਸਾਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਸਾਰੇ ਇੱਕ ਹਾਂ, ਸਾਡੀ ਆਪਣੀ ਉਹ ਕਮਿਊਨਿਟੀ ਆ, ਇਹ ਸਾਡੇ ਆਪਣੇ ਪਿੱਛੋਂ ਆਏ ਨੇ, ਇਹ ਵੀ ਉੱਥੋਂ ਆਏ ਆ ਜਿੱਥੋਂ ਅਸੀਂ ਆਏ ਆ, ਸੋ ਸਾਡੇ ਆਪਣੇ ਨੇ ਜੀ ਇਹ। ਇਸ ਲਈ ਥੋੜਾ ਬਹੁਤ ਧਿਆਨ ਦਿਵੋ ਇਸ ਗੱਲ ਦੇ ਵੱਲ। ਕੱਲ ਨੂੰ ਕਿਸੇ ਹੋਰ ਦੇ ਘਰ ਦੇ ਵਿੱਚ ਏਦਾਂ ਕਿਸੇ ਦਾ ਚਿਰਾਗ ਨਾ ਬੁਝੇ। ਥੋੜਾ ਬਹੁਤ ਪ੍ਰੋਟੈਸਟ ਦੇ ਵਿੱਚ ਹਿੱਸਾ ਲਵੋ, ਇਸ ਮੁਹਿੰਮ ਨੂੰ ਅੱਗੇ ਤੱਕ ਤੋਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ 16 ਸਾਲ ਦਾ ਨਾਬਾਲਿਗ ਕਹਿ ਕੇ ਆਪਣੇ ਆਪ ਨੂੰ ਇਹੋ ਜਿਹਾ ਕੋਈ ਘਟਨਾ ਨੂੰ ਅੰਜਾਮ ਦਿੰਦਾ ਤਾਂ ਕਮ ਸੇ ਕਮ ਉਹਨੂੰ ਪਤਾ ਹੋਵੇ ਕਿ ਕੱਲ ਨੂੰ ਉਹਨੂੰ ਇਹਦਾ ਅੰਜਾਮ ਭੁਗਤਣਾ ਪੈਣਾ ਆ। ਸਹੀ ਗੱਲ ਹੈ ਤਰਨ, ਇਹ ਐਜ਼ ਅ ਕਮਿਊਨਿਟੀ ਆਪਾਂ ਨੂੰ ਇਹ ਗੱਲ ਕਰਨੀ ਪੈਣੀ ਹੈ ਔਰ ਇਹ ਸਿੰਪਲ ਜੀ ਗੱਲ ਹੈ। ਚਾਹੇ ਕੁਛ ਵੀ ਹੈ, ਬਦਲਾਅ ਕਿਵੇਂ ਆਉਂਦਾ ਹੈ? ਬਦਲਾਅ ਉਦੋਂ ਹੀ ਆਏਗਾ ਜਦ ਕਮਿਊਨਿਟੀ ਇਕੱਠੀ ਹੋਵੇਗੀ, ਸਾਰੀ ਕਮਿਊਨਿਟੀ। ਆਈ ਐਮ ਨਾਟ ਟਾਕਿੰਗ ਅਬਾਊਟ ਜਸਟ ਵਨ ਰਿਲੀਜਨ ਔਰ ਵਨ ਸੈਕਟ ਆਫ ਪੀਪਲ। ਸਾਰਾ ਜਿੱਥੇ ਅਸੀਂ ਰਹਿ ਰਹੇ ਹਾਂ ਸਾਨੂੰ ਉੱਥੋਂ ਦੇ ਵਿੱਚ ਇਨਵੋਲਵਮੈਂਟ ਹੋਣੀ ਚਾਹੀਦੀ। ਅਸੀਂ ਸਿਆਸਤ 'ਚ ਬੜੇ ਇਨਵੋਲਵਡ ਹਾਂ, ਜਦੋਂ ਵੋਟਾਂ ਪੈਣੀਆਂ ਹੁੰਦੀਆਂ ਅਸੀਂ ਬਹੁਤ ਅੱਗੇ ਹੋ ਜਾਂਦੇ ਹਾਂ। ਸਾਡਾ ਸਭ ਤੋਂ ਵੱਡਾ ਕੰਮ ਇਹ ਹੁੰਦਾ ਕਿ ਮੇਰੀ ਕਾਉਂਸਲਰ ਨਾਲ ਫੋਟੋ ਆ ਜਾਵੇ, ਕਿਤੇ ਮੇਰੀ ਮੈਂਬਰ ਪਾਰਲੀਮੈਂਟ ਦੇ ਨਾਲ ਫੋਟੋ ਆ ਜਾਵੇ, ਮੇਰੀ ਮਿਨਿਸਟਰ ਦੇ ਨਾਲ ਫੋਟੋ ਆ ਜਾਵੇ। ਅਸੀਂ ਫੋਟੋ ਖਿਚਾਉਣ ਵਾਲੇ ਨਾਲ ਖੜਦੇ ਹਾਂ। ਅਸੀਂ ਕਦੇ ਵੀ ਇਹ ਗੱਲ ਕੋਈ ਮੁੱਦਾ ਨਹੀਂ ਚੱਕਦੇ, ਮਿਨਿਸਟਰ ਨੂੰ ਕੁਐਸਚਨ ਨਹੀਂ ਕਰਦੇ ਕਿ ਆਹ ਗੱਲ ਹੋ ਰਹੀ ਹੈ ਜੀ, ਤੁਸੀਂ ਕਿਉਂ ਨਹੀਂ ਕਰਦੇ? ਬਿਲਕੁਲ ਠੀਕ। ਜਦੋਂ ਤੱਕ ਅਸੀਂ ਨਹੀਂ ਕਰਾਂਗੇ ਮਿਨਿਸਟਰ ਨੂੰ ਨਹੀਂ, ਆਪਾਂ ਇਹ ਅਜ਼ਿਊਮ ਨਾ ਕਰੀਏ ਕਿ ਮਿਨਿਸਟਰ ਨੋਜ਼ ਐਵਰੀਥਿੰਗ। ਆਪਣੇ ਘਰ ਦੇ ਵਿੱਚ ਵੀ ਕਈ ਐਸੀਆਂ ਗੱਲਾਂ ਹੁੰਦੀਆਂ ਕਿ ਜਿਹੜੇ ਸਾਰੇ ਘਰ ਦੇ ਮੈਂਬਰ ਸਾਰੀਆਂ ਗੱਲਾਂ ਨੂੰ ਨਹੀਂ ਜਾਣਦੇ ਹੁੰਦੇ। ਸੋ ਇਟ ਡਸਨਟ ਮੈਟਰ। ਆਪਾਂ ਇਹ ਅਜ਼ਿਊਮ ਨਾ ਕਰਿਆ ਕਰੀਏ ਵੀ ਇਸ ਨੂੰ ਪਤਾ, ਉਹਨੂੰ ਪਤਾ, ਫਿਰ ਕੀ ਹੋਗਾ? ਰਿਪੀਟ ਇਟ। ਅਗਰ ਪਤਾ ਲੱਗਿਆ ਵੀ ਹਾਂ ਇਹ ਦੁਬਾਰਾ ਫੇਰ ਗੱਲ ਹੋਈ ਹੈ,
ਤੀਜੀ ਵਾਰੀ ਗੱਲ ਹੋਈ ਆ, 10 ਵਾਰੀ ਗੱਲ ਹੋਈ ਆ, ਮੈਂ 50 ਬੰਦਿਆਂ ਨੂੰ ਮਿਲਿਆ, ਉਹ ਚ 25 ਨੇ ਇਹ ਗੱਲ ਕੀਤੀ, ਸੋ ਇਟ ਮੀਨਸ ਸਮਥਿੰਗ ਇਜ਼ ਗੋਇੰਗ ਔਨ। ਇਸ ਬਾਰੇ ਜ਼ਰੂਰ ਸੋਚਣਾ ਪਏਗਾ, ਸਾਨੂੰ ਕਾਨੂੰਨ ਬਦਲਣਾ ਪਏਗਾ। ਸਰਕਾਰਾਂ ਤਾਂ ਹੀ ਕਾਨੂੰਨ ਬਦਲਦੀਆਂ ਨੇ, ਜਦ ਤੱਕ ਅਸੀਂ ਉਹਨਾਂ ਦੇ ਕੰਨ ਦੇ ਵਿੱਚ ਕੋਈ ਚੀਜ਼ ਨਹੀਂ ਪਾਉਂਦੇ, ਕਾਨੂੰਨ ਬਦਲਣੇ ਬੜੇ ਮੁਸ਼ਕਲ ਨੇ। ਜੀ ਬਿਲਕੁਲ, ਪਰ ਇਸ ਦੇ ਨਾਲ ਹੀ ਅਸੀਂ ਬਰੈਂਪਟਨ ਵਾਸੀਆਂ ਨੂੰ ਵੀ ਥੋੜਾ ਜਿਹਾ ਜ਼ਰੂਰ ਅਸੀਂ ਉਹਨਾਂ ਦੀ ਹੌਸਲਾ ਅਫਜ਼ਾਈ ਕਰਨਾ ਚਾਹਾਂਗੇ। ਇੰਨੀ ਸਰ ਉਮੀਦ ਨਹੀਂ ਸੀ ਜਦੋਂ ਅਸੀਂ ਉੱਥੇ ਗਏ ਹਾਂ ਕਵਰ ਕਰਨ ਦੇ ਲਈ, ਉਮੀਦ ਨਾਲੋਂ ਜ਼ਿਆਦਾ ਇਕੱਠ ਦੇਖਣ ਨੂੰ ਮਿਲਿਆ। ਇਹ ਨਹੀਂ ਹੈ ਕਿ ਸਿਰਫ ਸਟੂਡੈਂਟਸ ਉੱਥੇ ਪਹੁੰਚੇ ਹੋਏ ਸੀ, ਉੱਥੇ ਵੱਡੀ ਉਮਰ ਦੇ ਵੀ ਪਹੁੰਚੇ ਹੋਏ ਸੀ, ਛੋਟੀ ਉਮਰ ਦੇ ਵੀ ਪਹੁੰਚੇ ਹੋਏ ਸੀ, ਵੱਖ-ਵੱਖ ਕਮਿਊਨਿਟੀਜ਼ ਤੋਂ ਲੋਕ ਪਹੁੰਚੇ ਹੋਏ ਸੀ, ਪਰ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸੀ। ਸੋ ਬਰੈਂਪਟਨ ਵਾਸੀਆਂ ਨੂੰ ਵੀ ਧੰਨਵਾਦ ਕਰਨਾ ਬਣਦਾ ਆ, ਜਿਨ੍ਹਾਂ ਨੇ ਇਕੱਠੇ ਹੋ ਕੇ ਇਸ ਇਨਸਾਫ ਦੀ ਲੜਾਈ ਵਿੱਚ ਦਿਖਾਇਆ ਕਿ ਅਸੀਂ ਸਭ ਇਕੱਠੇ ਹਾਂ। ਤਰਨ, ਆਪਾਂ ਖਬਰਾਂ ਸ਼ੁਰੂ ਕਰਦੇ ਹਾਂ। ਪਹਿਲਾਂ ਮੈਂ ਇੱਕ ਗੱਲ ਅਖੀਰ 'ਚ ਕਰਨੀ ਚਾਹਾਂਗਾ ਕਿ ਜਿਹੜੇ ਸਟੂਡੈਂਟਸ ਨੇ ਉਹ ਸਾਡੇ ਸਟੂਡੈਂਟਸ ਨੇ, ਇੱਥੇ ਪੜ੍ਹਨ ਆਏ ਹੋਏ ਆ। ਜਦੋਂ ਉਹ ਕੋਈ ਗਲਤ ਗੱਲ ਕਰਦੇ ਆ, ਅਸੀਂ ਜ਼ਰੂਰ ਹਾਈਲਾਈਟ ਕਰਦੇ ਹਾਂ ਵੀ ਗੱਲ ਗਲਤ ਹੋਈ ਆ, ਮਾੜੀ ਗੱਲ ਆ, ਔਰ ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ। ਮੈਂ ਹੁਣ ਵੀ ਇਹ ਵੀ ਕਹਾਂਗਾ, ਜਿਹੜੀਆਂ ਗੱਲਾਂ ਗਲਤ ਕਰਦੇ ਨੇ ਉਹ ਨਹੀਂ ਕਰਨੀਆਂ ਚਾਹੀਦੀਆਂ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਮਾੜੇ ਨੇ। ਬਹੁਤੇ ਸਟੂਡੈਂਟਸ ਇੱਥੇ ਕੰਮ ਕਰਦੇ ਨੇ, ਮਿਹਨਤ ਕਰਦੇ ਨੇ, ਵੇਲੇ ਕਵੇਲੇ ਕੰਮ ਕਰਦੇ ਨੇ, ਰਾਤਾਂ ਬਰਾਤਾਂ ਝਾਕ ਕੇ ਕੰਮ ਕਰਦੇ ਨੇ। ਥੋੜੇ ਪਰਸੈਂਟ ਹੈਗੇ ਨੇ ਜਿਹੜੇ ਕਿ ਗਲਤ ਕੰਮ ਕਰਦੇ ਨੇ, ਉਹਨਾਂ ਕਰਕੇ ਬਾਕੀ ਦੇ ਬਦਨਾਮ ਹੁੰਦੇ ਨੇ। ਜਿਹੜੇ ਬਦਨਾਮ ਹੁੰਦੇ ਨੇ ਉਹ ਵਿਚਾਰੇ ਕੋਈ ਇਹ ਕਹਿ ਨਹੀਂ ਸਕਦੇ ਵੀ ਉਹ ਦੂਜੇ ਗਲਤ ਕਰਦੇ, ਕਿਉਂਕਿ ਉਹ ਡੋਮੀਨੇਟਿੰਗ ਇੰਨੇ ਜ਼ਿਆਦੇ ਆ। ਪਰ ਜਦੋਂ ਕੋਈ ਗਲਤ ਉਹ ਕਰਨਗੇ ਜੀ, ਅਸੀਂ ਉਹ ਵੀ ਗੱਲ ਕਰਾਂਗੇ, ਪਰ ਆਹ ਜਿਹੜੀ ਗੱਲ ਹੋਈ ਹੈ ਇਹ ਮਾੜੀ ਹੋਈ ਹੈ। ਬਿਲਕੁਲ ਜੀ ਸਰ, ਹੁਣ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਦਰਸ਼ਕਾਂ ਨੂੰ ਵੀ ਇਹੀ ਅਪੀਲ ਹੈ ਕਿ ਜੇਕਰ ਇਸ ਮੁੱਦੇ ਉੱਤੇ ਤੁਸੀਂ ਆਪਣੀ ਕੋਈ ਵੀ ਰਾਏ ਰੱਖਣਾ ਚਾਹੁੰਦੇ ਹੋ ਪ੍ਰੋਗਰਾਮ ਦੇ ਦੌਰਾਨ, ਤੁਸੀਂ ਫ੍ਰੀ ਹੋ ਜੀ, ਲਾਈਨ ਸਾਡੀਆਂ ਓਪਨ ਨੇ, ਸੋ ਕਾਲ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਸਰ ਸ਼ੁਰੂਆਤ ਕਰਦੇ ਹਾਂ ਜੀ। ਇਸ ਵਕਤ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਨੇਤਾ ਦੀ ਚੋਣ ਹੋ ਚੁੱਕੀ ਹੈ, ਐਰਿਨ ਓਟੂਲ ਨੇ ਮੱਲਾਂ ਮਾਰ ਲੀਆਂ ਨੇ ਤੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਬਣ ਗਏ ਨੇ। ਬਿਲਕੁਲ ਤਰਨ, ਐਰਨ ਓਟੂਲ 3rd ਬੈਲਟ ਤੇ ਜਾ ਕੇ ਜਿੱਤੇ ਨੇ ਜੀ ਕੱਲ। ਪਹਿਲਾਂ ਤਾਂ ਇਹਨਾਂ ਨੂੰ ਪ੍ਰੋਬਲਮ ਰਹੀ ਹੈ ਜੀ, ਇਹਨਾਂ ਦੀ ਜਿਹੜੀ ਕੰਜ਼ਰਵੇਟਿਵ ਪਾਰਟੀ ਵਾਸਤੇ ਇਹ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਸੀ ਕਿ ਜਿਹੜੇ ਹਿਸਾਬ 'ਚ ਵੋਟਾਂ ਦੀ ਗਿਣਤੀ ਹੋਈ ਹੈ। ਰੀਜ਼ਨ ਬੀਇੰਗ ਇਜ਼ ਮਸ਼ੀਨ ਪਹਿਲਾਂ ਚੈੱਕ ਕਰਨੀ ਚਾਹੀਦੀ ਸੀਗੀ। ਜਿਹੜੀ ਮਸ਼ੀਨ ਸੀਗੀ ਜਿਹਨੇ ਬੈਲਟਸ ਖੋਲ੍ਹਦੀ ਸੀਗੀ ਆਟੋਮੈਟਿਕਲੀ ਤਰਨ, ਉਹ ਕਈਆਂ ਵੋਟਾਂ ਨੂੰ ਕੱਟ ਦਿੱਤਾ ਉਹਨੇ, ਮਗਰੋਂ ਉਹ ਜੋੜਨੀਆਂ ਪਈਆਂ ਟੇਪ ਦੇ ਨਾਲ, ਟੇਪ ਤੇ ਫਿਰ ਉਹਨੂੰ ਮਸ਼ੀਨ ਦੇ ਵਿੱਚ ਪਾਉਣਾ ਪਿਆ। ਇਸ ਗੱਲੋਂ ਮੈਂ ਜਿਹੜੀ ਉਹਨਾਂ ਦੀ ਜਿਹੜੀ ਕਮੇਟੀ ਸੀ ਜਿਹਨੇ ਰਨ ਕੀਤਾ ਜੀ, ਉਹ ਬਹੁਤ ਹੀ ਵਧਾਈ ਦੀ ਪਾਤਰ ਨਹੀਂ ਹੈ। ਇਸੇ ਕਰਕੇ ਵੋਟ ਜਿਹੜਾ 6:30 ਵਜੇ ਅਨਾਉਂਸ ਹੋਣਾ ਸੀ ਤਰਨ, ਰਿਜ਼ਲਟ 7 ਵਜੇ ਹੋ ਗਿਆ, 8 ਵਜੇ ਹੋ ਗਿਆ, ਮਿਡਨਾਈਟ ਤੋਂ ਬਾਅਦ 1 ਵਜੇ ਜਾ ਕੇ ਉਹ ਐਰਨ ਓਟੂਲ ਦੀ ਜਿਹੜੀ ਵਿਕਟਰੀ ਸਪੀਚ ਆਈ ਹੈ ਜੀ। ਪਰ ਇਸ ਗੱਲੋਂ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਵਧਾਈ ਦੀ ਪਾਤਰ ਹੈ ਜੀ, ਨਵਾਂ ਲੀਡਰ ਹੈ। ਹੋਪਫੁਲੀ ਜੇ ਸਾਰੀਆਂ ਗੱਲਾਂ ਠੀਕ ਰਹਿਣਗੀਆਂ ਜੀ, ਨਵੇਂ ਇਹ ਪ੍ਰਾਈਮ ਮਿਨਿਸਟਰ ਵੀ ਬਣ ਸਕਦੇ ਨੇ ਜੀ, ਕਿਉਂਕਿ ਨਾਓ ਹੀ ਇਜ਼ ਲੀਡਰ ਆਫ ਦਾ ਆਪੋਜੀਸ਼ਨ। ਇਹਨਾਂ ਦੇ 4 ਮੁਕਾਬਲੇ ਜਾਣੇ ਸੀਗੇ ਜੀ। ਸਭ ਤੋਂ ਨੇੜੇ ਜਿਹੜਾ ਪੀਟਰ ਮਕੇ ਸਾਹਿਬ ਹੈ, ਜਿਨ੍ਹਾਂ ਦੀ ਬਹੁਤ ਆਸ ਸੀਗੀ, ਫਰੰਟ ਰਨਰ ਕਿਹਾ ਜਾਂਦਾ ਸੀਗਾ, ਉਹ ਦੂਜੇ ਨੰਬਰ ਤੇ ਆਏ ਨੇ। 57% ਐਰਨ ਓਟੂਲ ਨੂੰ, 43% ਪੀਟਰ ਮਕੇ ਨੂੰ। ਬਹੁਤ ਜ਼ਿਆਦਾ ਫਰਕ ਹੈ, ਇੰਨਾ ਫਰਕ ਹੋਣਾ ਨਹੀਂ ਸੀ ਚਾਹੀਦਾ। ਔਰ ਪੀਟਰ ਮਕੇ ਦੇ ਗਰੁੱਪ ਵਾਸਤੇ ਇਹ ਬੜੀ ਵੱਡੀ ਨਮੋਸ਼ੀ ਹੈ ਜੀ, ਕਿ ਉਹਨਾਂ ਨੂੰ ਆਸ ਸੀ ਕਿ ਪੀਟਰ ਮਕੇ ਹੋਈ ਬਣਨਗੇ। ਪੀਟਰ ਮਕੇ ਇੱਕ ਐਸੇ ਹੈਗੇ ਨੇ ਜੀ ਪੋਲੀਟੀਸ਼ੀਅਨ ਜਿਨ੍ਹਾਂ ਨੇ 2 ਪਾਰਟੀ ਨੂੰ ਇਕੱਠਾ ਕੀਤਾ ਸੀਗਾ। ਜਦੋਂ ਇਕੱਠਾ ਕੀਤਾ ਸੀਗਾ ਉਦੋਂ ਸਟੀਵਨ ਹਾਰਪਰ ਸਾਹਿਬ ਲੀਡ ਲੈ ਗਏ ਸਨ, ਉਹ ਪ੍ਰਾਈਮ ਮਿਨਿਸਟਰ ਬਣੇ ਸਨ, ਤੇ ਹੁਣ ਦੁਬਾਰਾ ਇਹਨਾਂ ਦਾ ਚਾਂਸ ਸੀਗਾ, ਵਿੱਚ ਹੀ ਲਾਸਟ ਅਗੇਨ। ਪਰ ਮੇਰੇ ਖਿਆਲ ਐਰਨ ਓਟੂਲ ਦੀ ਜਿੱਤ ਨਹੀਂ, ਇਹਦੇ ਵਿੱਚ ਲੈਸਨ ਲੂਇਸ ਦੀ ਜਿੱਤ ਬਹੁਤੀ ਹੈ ਜੀ। ਉਹ ਇੱਕ ਨਵਾਂ ਕਿਰਦਾਰ, ਨਵਾਂ ਪੋਲੀਟੀਸ਼ੀਅਨ ਉੱਭਰ ਕੇ ਆਇਆ ਜੀ। ਉਹ 3rd ਨੰਬਰ ਤੇ ਸੀਗੀ ਜੀ, ਔਰ ਜਿਹੜੇ ਹਿਸਾਬ 'ਚ ਉਹਨੇ ਵੱਧ ਕੇ ਅੱਗੇ ਆਈ ਹੈ, ਉਹਦਾ ਜੀ ਫਿਊਚਰ ਬਹੁਤ ਬ੍ਰਾਈਟ ਆ। ਮੇਰਾ ਖਿਆਲ ਆ ਉਹ ਅੱਗੇ ਬਹੁਤ ਅੱਗੇ ਤਰੱਕੀ ਕਰੇਗੀ ਜੀ। ਲੈਸਨ ਲੂਇਸ ਠੀਕ ਹੈ, ਇਸ ਵਾਰੀ ਪਹਿਲੀ ਔਰਤ ਸੀਗੀ ਜੀ ਜਿਹਨੇ ਉਹਨੂੰ ਇਸ ਕੰਪੀਟੀਸ਼ਨ ਦੇ ਵਿੱਚ ਗਈ ਹੈ, ਤੇ ਹੋਪਫੁਲੀ ਅੱਗੇ ਨੂੰ ਹੋਰ ਮੱਲਾਂ ਮਾਰੇਗੀ ਜੀ। ਬਿਲਕੁਲ ਜੀ। ਤੇ ਉਧਰ ਦੂਜੇ ਪਾਸੇ ਦੱਸੀਏ ਤਾਂ ਭਾਈਵਾਲ ਪਾਰਟੀ ਜਿਹੜੀ ਇਸ ਵਕਤ ਓਨਟਾਰੀਓ ਦੇ ਵਿੱਚ ਰਾਜ ਕਰ ਰਹੀ ਹੈ, ਕੰਜ਼ਰਵੇਟਿਵ ਪਾਰਟੀ, ਉਹਨਾਂ ਦੇ ਜਿਹੜੇ ਪ੍ਰੀਮੀਅਰ ਨੇ ਇਸ ਵਕਤ ਡਗ ਫੋਰਡ, ਉਹਨਾਂ ਨੇ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਚੋਣਾਂ ਹੁੰਦੀਆਂ ਨੇ ਤਾਂ ਉਹ ਮਿਸਟਰ ਟੂਲ ਦੇ ਚੋਣ ਪ੍ਰਚਾਰ ਮੁਹਿੰਮ ਵਿੱਚ ਹਿੱਸਾ ਨਹੀਂ ਲੈਣਗੇ। ਉਹਨਾਂ ਕੋਲ ਸਮਾਂ ਬਿਲਕੁਲ ਨਹੀਂ ਹੈ। ਕਰਨ, ਜੋ ਪਿਛਲੀ ਵਾਰੀ ਇਲੈਕਸ਼ਨ ਹੋਈ ਸੀਗੀ, ਉਦੋਂ ਡਗ ਫੋਰਡ ਸਾਹਿਬ ਇਲੈਕਸ਼ਨ ਤੋਂ ਪਹਿਲਾਂ ਬਹੁਤ ਦਮਗਜੇ ਮਾਰੇ ਸੀਗੇ ਉਹਨਾਂ ਨੇ ਕਿ ਮੈਂ ਤਾਂ ਟਰੂਡੋ ਦੇ ਅਗੇਂਸਟ ਮੈਂ ਹੀ ਕਰੂੰਗਾ, ਵੜ ਕੇ ਦਿਖਾਉਣ ਟਰੂਡੋ ਸਾਹਿਬ, ਕੁਛ ਇਹੋ ਜਿਹੀਆਂ ਗੱਲਾਂ। ਇਲੈਕਸ਼ਨ ਆਉਣ ਤੋਂ ਪਹਿਲਾਂ ਫੋਰਡ ਸਾਹਿਬ ਦਾ ਇੰਨਾ ਬੁਰਾ ਹਾਲ ਹੋ ਗਿਆ ਸੀ ਕਿ ਉਹਨਾਂ ਕੋਲੇ ਸਿਰ ਖੁਰਕਣ ਦਾ ਵੇ ਨਹੀਂ ਸੀ, ਕਿ ਉਹਨਾਂ ਨੂੰ ਸਮਾਂ ਡਗ ਫੋਰਡ ਸਾਹਿਬ ਦਾ ਨਾਮ ਲੈ ਕੇ ਲਿਬਰਲ ਪਾਰਟੀ ਓਨਟਾਰੀਓ ਜਿੱਤ ਗਈ, ਇੰਨਾ ਅਗੇਂਸਟ ਚਲਾ ਗਿਆ ਸੀਗਾ ਕੰਮ। ਸੋ ਡਗ ਫੋਰਡ ਸਾਹਿਬ ਨੇ ਹੀ ਲਰਨਡ ਹਿਜ਼ ਲੈਸਨ ਰਾਈਟ ਨਾਓ। ਜਿਹੜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਇੱਥੇ ਸਿਰ ਖੁਰਕਣ ਦਾ ਵੇਲ ਨਹੀਂ ਹੈ, ਇਟਸ ਰਾਈਟ ਆਨਸਰ। ਬਾਕੀ ਇੱਕ ਗੱਲ ਹੋਰ ਵੀ ਹੈ ਤਰਨ,
ਇਸ ਵੇਲੇ ਫੋਰਡ ਸਾਹਿਬ ਤੇ ਟਰੂਡੋ ਸਾਹਿਬ ਰਿਲੇਸ਼ਨ ਬਹੁਤ ਵਧੀਆ ਇਹਨਾਂ ਦੇ, ਆਪਸ ਵਿੱਚ ਚੰਗੇ ਰਿਲੇਸ਼ਨ ਬਣੇ ਹੋਏ ਨੇ। ਸਿਆਸਤ ਤਾਂ ਬਹੁਤ ਕੁਝ ਕਰਾਉਂਦੀ ਹੈ, ਨਥਿੰਗ ਰੋਂਗ ਵਿਦ ਦੈਟ, ਔਰ ਇਸ ਕਰਕੇ ਵੀ ਇਹ ਕਾਰਨ ਵੀ ਹੋ ਸਕਦਾ। ਬਾਕੀ ਦੂਜੀ ਗੱਲ ਇਹ ਹੈ, ਜਿਹੜੀ ਸਾਡੀ ਫੈਡਰਲ ਸਰਕਾਰ ਆ ਤੇ ਜਿਹੜੀ ਸਾਡੀ ਪ੍ਰੋਵਿੰਸ਼ੀਅਲ ਸਰਕਾਰ ਆ ਅੰਟਾਰੀਓ ਵਾਲੀ, ਆਪਸ ਵਿੱਚ ਰਲ ਕੇ ਚੱਲ ਰਹੇ ਨੇ। ਕੋਵਿਡ-19 ਨੇ ਇਹਨਾਂ ਨੂੰ ਬਹੁਤ ਨੇੜੇ ਕੀਤਾ, ਇੱਕ ਟੀਮ ਬਣ ਕੇ ਚੱਲੇ ਨੇ, ਔਰ ਹੋਪਫੁਲੀ ਇਸੇ ਕਰਕੇ ਜਿਹੜਾ ਕੋਵਿਡ-19 ਆ ਸਾਰੇ ਪ੍ਰੀਮੀਅਰ ਮਿਨਿਸਟਰ ਨੇ ਰਲ ਕੇ, ਸਾਡੇ ਸਾਰੇ ਮੇਅਰਸ ਨੇ ਰਲ ਕੇ, ਪ੍ਰਾਈਮ ਮਿਨਿਸਟਰ ਨੇ ਰਲ ਕੇ ਇਹ ਇਸ ਨੂੰ ਕੰਟਰੋਲ ਕੀਤਾ, ਸਾਰੇ ਵਧਾਈ ਦੇ ਪਾਤਰ। ਔਰ ਇਸੇ ਕਰਕੇ ਮੈਨੂੰ ਲੱਗਦਾ ਫੋਰਡ ਸਾਹਿਬ ਨੇ ਇਹ ਇਸ ਵੇਲੇ ਜਵਾਬ ਦਿੱਤਾ। ਪਰ ਸਿਆਸਤ ਦਾ ਤਰਨ ਬਦਲਦੇ ਦਾ ਪਤਾ ਨਹੀਂ ਲੱਗਦਾ, ਹਲੇ ਵੋਟਾਂ ਪਤਾ ਨਹੀਂ ਕਦੋਂ ਪੈਣੀਆਂ ਨੇ। ਅਜੇ ਜਿਹੜੇ ਐਰਨ ਓਟੂਲ ਸਾਹਿਬ ਨੇ ਇਹ ਹਜੇ ਨਹੀਂ ਅਫੋਰਡ ਕਰਦੇ ਕਿ ਕੱਲ ਨੂੰ ਵੋਟ ਪਵਾ ਲੈਣ, ਕਿਉਂਕਿ ਹਜੇ ਇਹਨਾਂ ਨੇ ਕਮਾਨ ਸਾਂਭਣੀ ਆ, ਹਲੇ ਸਾਰੀ ਲੀਡਰਸ਼ਿਪ 'ਚ ਚੇਂਜ ਆਉਣੀ ਹੈ, ਇਹਨਾਂ ਨੂੰ ਅਜੇ ਸਮਾਂ ਲੱਗੇਗਾ। ਬਾਕੀ ਜਿਹੜੇ ਹਲੇ ਵੀ ਪੋਲਿੰਗ ਦੇਖੋ, ਲਿਬਰਲ ਪਾਰਟੀ ਮੈਜੋਰਟੀ ਵਿੱਚ ਨਹੀਂ ਹੈ, ਅਜੇ ਵੀ ਅੱਗੇ ਹੈ ਜੀ ਕੰਜ਼ਰਵੇਟਿਵ ਨਾਲੋਂ। ਐਰਨ ਓਟੂਲ ਦੇ ਆਉਣ ਨਾਲ ਜਿਹੜੀ ਨਵੀਂ ਪੋਲਸ ਆਏਗੀ ਦੱਸਾਂਗੇ ਕਿ ਕਿੱਥੇ ਖੜੀ ਹੈ ਪਾਰਟੀ। ਬਿਲਕੁਲ ਜੀ, ਤੇ ਇਸ ਤੋਂ ਅਗਲੀ ਖਬਰ ਕਰਦੇ ਹਾਂ ਯੂਐਸ ਦੇ ਵੱਲ। ਇਸ ਵਕਤ ਇਲੈਕਸ਼ਨਸ ਦਾ ਮਾਹੌਲ ਗਰਮਾਇਆ ਹੋਇਆ, ਨਵੰਬਰ ਆਉਣ ਵਾਲੀ ਹੈ ਸਰ। ਇਸ ਵਕਤ ਇਲੈਕਸ਼ਨਸ ਨੂੰ ਲੈ ਕੇ ਮਾਹੌਲ ਇੰਨਾ ਗਰਮਾ ਚੁੱਕਿਆ ਕਿ ਇਹ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਜਿਹੜੇ ਰਾਜਨੇਤਾ ਨੇ, ਦੋਵੇਂ ਕੈਂਡੀਡੇਟਸ ਨੇ ਇਸ ਵਕਤ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਲਈ ਕੀ ਬਿਆਨਬਾਜ਼ੀ ਕਰ ਰਹੇ ਨੇ। ਮਿਸਟਰ ਡੋਨਾਲਡ ਟਰੰਪ ਟਵਿੱਟਰ ਦੇ ਉੱਤੇ ਕੋਈ ਅਜਿਹੀ ਵਿਵਾਦਿਤ ਟਿੱਪਣੀ ਇੱਕ ਵਾਰ ਫਿਰ ਤੋਂ ਕਰ ਦਿੱਤੀ ਕਿ ਟਵਿੱਟਰ ਵੀ ਇਸ ਵਾਰੀ ਭੜਕ ਗਿਆ। ਟਰੰਪ ਸਾਹਿਬ ਦਾ ਨਿੱਤ ਕੁਛ ਨਾ ਕੁਛ ਨਵਾਂ ਪੌੜਾ ਪੈਂਦਾ ਜੀ, ਤੇ ਜੇ ਅਗਲੇ 4 ਸਾਲ ਹੋਰ ਆਉਂਦੇ ਫਿਰ ਇਹ ਜਾਂ ਕੁਛ ਹੋਰ ਚੱਲੀ ਜਾਏਗਾ, ਖਬਰਾਂ ਨੂੰ ਬੜਾ ਮਸਾਲਾ ਮਿਲਦਾ। ਇਹਨਾਂ ਨੇ ਜੀ ਟਵੀਟ ਪਤਾ ਕੀ ਕੀਤਾ, ਦੇਖੋ ਇਹ ਮੇਲ ਐਂਡ ਬੈਲਟਸ ਦੇ ਉੱਤੇ ਉਲਟ ਨੇ, ਇਹਨਾਂ ਨੂੰ ਪਤਾ ਉਹਦੇ ਜਾ ਕੇ ਇਹਨਾਂ ਨੇ ਹਾਰ ਜਾਣਾ, ਕਿਉਂਕਿ ਵੋਟਾਂ ਜ਼ਿਆਦਾ ਇਹਨਾਂ ਦੇ ਅਗੇਂਸਟ ਜਾਣੀ ਨੇ। ਡੈਮੋਕ੍ਰੇਟਸ ਜ਼ਿਆਦਾ ਮੰਗਾ ਰਹੇ ਨੇ ਵੋਟਾਂ ਵਾਸਤੇ, ਰਿਪਬਲਿਕਨਸ ਮੰਗਾਉਣ ਨਹੀਂ ਲੱਗੇ ਹੋਏ ਆ ਉਹਨੇ ਜਾਏ। ਇਹਨਾਂ ਨੇ ਇਹ ਗੱਲ ਕਹੀ ਹੈ ਜੀ ਜਿਹੜੇ ਮੇਲ ਬਾਕਸਿਸ ਆ ਉਹ ਸੈਨੀਟਾਈਜ਼ ਨਹੀਂ ਹੋਏ, ਸੋ ਉਹਦੇ ਨਾਲ ਕੋਵਿਡ-19 ਹੋਰ ਫੈਲ ਸਕਦਾ। ਵੀ ਤੁਸੀਂ ਕਿਵੇਂ ਡਰਾ ਸਕਦੇ ਹੋ, ਕਦੋਂ ਸੈਨੀਟਾਈਜ਼ ਕੀਤੇ ਜਾਂਦੇ ਨੇ? ਸੈਨੀਟਾਈਜ਼ ਤਾਂ ਤੁਸੀਂ ਆਪਦੇ ਹੱਥ ਕਰਨੇ ਨੇ, ਤੁਸੀਂ ਗਲਵਸ ਪਾ ਕੇ ਕਰ ਸਕਦੇ ਹੋ ਜੋ ਕੁਝ ਵੀ ਕਰਨਾ। ਔਰ ਸੈਪਰੇਟ ਸਲੋਟ ਆ ਤਰਨ ਜਿਹਦੇ ਵਿੱਚ ਉਹਨਾਂ ਨੇ ਮੇਲ ਐਂਡ ਬੈਲਟਸ ਪਾਉਣੇ ਹੈਗੇ ਨੇ, ਅਗਰ ਵੋਟ ਪਾਉਣੀ ਹੈ ਤੁਰਿਆ ਹੋਣਾ। ਇਹਨਾਂ ਨੇ ਜਿਹੜੀ ਇਹ ਗੱਲ ਕੀਤੀ ਹੈ, ਇਹਨਾਂ ਨੇ ਟਵਿੱਟਰ ਨਵਾਂ ਛੱਡਤਾ ਤੇ ਇਹਨਾਂ ਨੂੰ ਫਿਰ ਟਵਿੱਟਰ ਵਾਲਿਆਂ ਨੇ ਘੂਰਿਆ। ਉਹਦੇ ਨਾਲ ਹੀ ਮੈਸੇਜ ਆ ਗਿਆ ਵੀ ਇਹ ਗਲਤ ਇਨਫੋਰਮੇਸ਼ਨ ਦੇ ਰਿਹਾ। ਇੱਕ ਪ੍ਰੈਜ਼ੀਡੈਂਟ ਵਾਸਤੇ ਟਵਿੱਟਰ ਉੱਤੇ, ਫੇਸਬੁੱਕ ਉੱਤੇ ਅਜਿਹੀਆਂ ਗੱਲਾਂ ਮੁੜ ਕੇ ਆਉਣੀਆਂ ਉਹ ਅਥਾਰਟੀਜ਼ ਵੱਲੋਂ, ਇਹ ਪ੍ਰੈਜ਼ੀਡੈਂਟ ਵਾਸਤੇ ਕੋਈ ਚੰਗੀ ਗੱਲ ਨਹੀਂ ਹੈ। ਇਹ ਆਪਦੇ ਆਪ ਦਾ ਮਾਣ ਸਮਝਦੇ ਹੋਣਗੇ, ਇਹਨਾਂ ਦੇ ਵੋਟਰ ਇਸ ਗੱਲ ਦਾ ਮਾਣ ਸਮਝਦੇ ਹੋਣਗੇ, ਪਰ ਓਵਰਆਲ ਜਦ ਬਾਕੀ ਦੀ ਦੁਨੀਆ ਦੇਖਦੀ ਹੈ ਤਾਂ ਇਹ ਗੱਲਾਂ ਸੋਭਦੀਆਂ ਨਹੀਂ ਹੈ ਪ੍ਰੈਜ਼ੀਡੈਂਟ ਵਾਸਤੇ। ਠੀਕ ਹੈ, ਇਹ ਆਪਦਾ ਆਰਾਮ ਰੌਲਾ ਚਲਾ ਰਹੇ ਨੇ, ਦੇਖੀ ਜਾਏਗਾ। ਪਰ ਉਧਰ ਕਹਿੰਦੇ ਟਰੰਪ ਸਾਹਿਬ ਦੀ ਭੈਣ ਦੀ ਇੱਕ ਜਿਹੜੀ ਆ ਉਹ ਕਾਲ ਜਿਹੜੀ ਆ ਵਾਇਰਲ ਹੋ ਚੁੱਕੀ ਹੈ, ਤੇ ਉਹ ਕਹਿੰਦੇ ਕਿ ਉਹਦੇ ਵਿੱਚ ਕਾਫੀ ਜ਼ਿਆਦਾ ਆਪੱਤੀਜਨਕ ਜਿਹੜੇ ਸ਼ਬਦ ਉਹ ਭੈਣ ਭਰਾ ਦੇ ਆਪਸ ਚ ਬੋਲੇ ਗਏ ਨੇ। ਮੈਰੀਅਨ ਟਰੰਪ ਹੈ ਜੀ, ਇਹਨਾਂ ਦੀ 74 ਸਾਲਾ ਇਹਨਾਂ ਦੀ ਸਿਸਟਰ ਹੈ ਜੀ, ਔਰ ਇਹ ਜੱਜ ਰਹੀ ਹੋਈ ਹੈ। ਬਸ pretty good ਤਰਨ, ਐਵੇਂ ਨਹੀਂ ਹੈ। ਔਰ ਅੱਛਾ, ਜਿਹੜੀ ਉਹਦੀ ਕਾਮਯਾਬੀ ਹੈ, ਟਰੰਪ ਸਾਹਿਬ ਇਹੀ ਕਹਿੰਦੇ ਰਹੇ ਕਿ ਮੇਰੇ ਕਰਕੇ ਉਹ ਬਣੀ ਹੈ। ਉਹਨੇ ਜਿਹੜੀ ਕਿਤਾਬ ਰਿਲੀਜ਼ ਹੋਈ ਹੈ ਉਹਦੀ ਭਤੀਜੀ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ, ਭਤੀਜੀ ਨੇ ਚੋਰੀ ਮੈਰੀਅਨ ਟਰੰਪ ਤੋਂ ਬਿਨਾਂ ਉਹਨੇ ਜਿਹੜੀ ਗੱਲ ਕੀਤੀ ਸੀਗੀ, ਉਹਨੇ ਗੱਲ ਕੀਤੀ ਹੈ, ਰਿਕਾਰਡ ਕੀਤੀਆਂ ਨੇ 15 ਘੰਟੇ ਤੋਂ ਉੱਪਰ ਜਿਹੜੀਆਂ ਆਪਦੇ ਪਰਿਵਾਰ ਦੀਆਂ ਗੱਲਾਂ। ਉਸ ਰਿਕਾਰਡਿੰਗ ਦੇ ਵਿੱਚ ਜਿਹੜੀ ਟਰੰਪ ਦੀ ਸਿਸਟਰ ਹੈਗੀ ਆ, ਉਹਨੇ ਇਹ ਗੱਲ ਕਹੀ ਹੈ ਕਿ ਇਹ ਆਪਦੇ ਆਪ ਨੂੰ ਬਹੁਤ ਸਮਝਦਾ, ਇਹ ਸਿਰਫ ਰਿਹਾ, ਇਹਦਾ ਕੰਮ ਇਹਨੂੰ ਕਰਨਾ ਨਹੀਂ ਆਉਂਦਾ। ਔਨ ਟਾਪ ਆਫ ਦੈਟ ਇਹ ਕਈ ਐਗਜ਼ਾਮਸ ਦੇ ਵਿੱਚ ਕਿਸੇ ਹੋਰ ਨੂੰ ਬਿਠਾ ਕੇ ਪਾਸ ਹੁੰਦਾ ਰਿਹਾ। ਜਸਟ ਇਮੈਜਿਨ ਇੰਨਾ ਵੱਡਾ ਦੋਸ਼ ਲੱਗਣਾ ਕਿਸੇ ਦੇ ਉੱਤੇ। ਔਰ ਤੁਸੀਂ ਇੰਡੀਆ ਵਾਲਿਆਂ ਨੇ ਤਾਂ ਆਪਦੀ ਛਪਾ ਕੇ ਵੀ ਦਿਖਾਤੀ ਸੀਗੀ ਜੀ ਕੰਪਿਊਟਰ ਦੇ ਨਾਲ। ਇਹਦੇ ਦੇ ਉੱਤੇ ਵੀ ਇਹ ਦੋਸ਼ ਲੱਗਣ ਲੱਗੇ ਹੋਏ ਨੇ ਜੀ ਕਿ ਇਹਨੇ ਜਿਹੜੀਆਂ ਐਗਜ਼ਾਮਸ ਦਿੱਤੇ ਆ ਉਹਦੇ ਵਿੱਚ ਆਪ ਨਹੀਂ ਸੀ ਬੇਟਾ, ਨਲਾਇਕ ਸੀਗਾ, ਕਿਸੇ ਕੰਮ ਦਾ ਹੈ ਨਹੀਂ ਸੀਗਾ, ਉਹ ਐਗਜ਼ਾਮ ਇਹਨੇ ਪਾਸ ਕੀਤੇ ਹੋਏ ਨੇ। ਔਰ ਇਹ ਬੜਾ ਵੱਡਾ ਧਮਾਕਾ ਜੀ, ਔਰ ਇਹ ਉਹ ਧਮਾਕਾ ਜਿਹੜਾ ਕਿ ਕਿਤਾਬ ਦੇ ਵਿੱਚ ਆਲਰੇਡੀ ਛਾਇਆ ਹੋਇਆ। ਟਰੰਪ ਦੇ ਉੱਤੇ ਕਿੰਨਾ ਅਸਰ ਪਵੇਗਾ ਮੈਨੂੰ ਨਹੀਂ ਲੱਗਦਾ ਅਸਰ ਪਏਗਾ ਜੀ। ਰੀਜ਼ਨ ਬੀਇੰਗ ਇਜ਼ ਜਿਹੜਾ ਟਰੰਪ ਦਾ ਭਗਤ ਹੈ ਜੀ, ਉਹਨੂੰ ਕੁਛ ਕਹੀ ਚਲੋ ਉਹਨੇ ਮੰਨਣਾ ਨਹੀਂ ਹੈ ਜੀ। ਜਿਹੜਾ ਉਹਦੇ ਅਗੇਂਸਟ ਹੈ ਉਹਨੂੰ ਮਸਾਲਾ ਜ਼ਰੂਰ ਮਿਲ ਗਿਆ। ਮੈਨੂੰ ਨਹੀਂ ਲੱਗਦਾ ਵੀ ਸ਼ਾਇਦ 1% ਦਾ ਵੀ ਇਹ ਜਿਹੜੀ ਗੱਲ ਆਈ ਹੈ, ਸਨਸਨੀਖੇਜ਼ ਨਵੀਂ ਖਬਰ ਆਈ ਹੈ, ਇਹ ਵੋਟਾਂ ਦੇ ਉੱਤੇ ਕੋਈ ਅਸਰ ਪਾ ਸਕੇ। ਕਿਉਂ? ਹਲੇ ਦਿਨ 80 ਦੇ ਨੇੜੇ ਤੇ ਰਹਿੰਦੇ ਆ ਜੀ। ਜਿਹੜੀ ਖਬਰ ਦੀ ਮਿਆਦ ਆ ਉਹ 2-4 ਦਿਨ ਹੀ ਆ ਜੀ। ਉਧਰ ਦੂਜੇ ਪਾਸੇ ਕਹਿੰਦੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਟਿਕਟੌਕ ਵੀ ਜਿਹੜਾ ਆ ਉਹ ਸੂ ਕਰਨ ਲੱਗਿਆ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਮਗਰ ਪਏ ਹੋਏ ਸੀ ਟਰੰਪ ਸਾਹਿਬ ਵੀ ਟਿਕਟੌਕ ਨੂੰ ਵੇਚ ਦਿੱਤਾ ਜਾਵੇ, ਕੋਈ ਅਮਰੀਕੀ ਕੰਪਨੀ ਹਾਇਰ ਕਰੇ, ਵਿੱਚ ਸਾਨੂੰ ਪ੍ਰੋਫਿਟ 'ਚ ਹਿੱਸਾ ਦਿੱਤਾ ਜਾਵੇ। ਹੁਣ ਫਾਈਨਲੀ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਇਸ ਵਕਤ ਮੁਸੀਬਤਾਂ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ। ਕਰਨ ਗੱਲ ਇਹ ਆ ਵੀ ਉਹਨਾਂ ਨੇ 45 ਦਿਨ ਦਿੱਤੇ ਆ, ਜਿਹੜੇ ਕਿ ਮੈਨੂੰ ਲੱਗਦਾ ਇਸ ਕੋਲ 30 ਦਿਨ ਸ਼ਾਇਦ ਦਿੰਦੇ ਹੋਣਗੇ, 35 ਦਿਨ ਹੋਣਗੇ। ਟਿਕਟੌਕ ਸੂ ਕਰਨ ਜਾ ਰਿਹਾ, ਉਹਨਾਂ ਦੀ ਦਲੀਲ ਕੀ ਹੈ? ਔਰ ਦਲੀਲ ਠੀਕ ਹੈ ਜੀ। ਉਹ ਦਲੀਲ ਇਹ ਹੈ ਕਿ ਸਾਨੂੰ ਕਹਿੰਦੇ ਮੌਕਾ ਨਹੀਂ ਦਿੱਤਾ ਗਿਆ ਆਪਦਾ ਪੱਖ ਪੇਸ਼ ਕਰਨ ਦਾ।
which is not right, ਠੀਕ ਹੈ ਨਾ। ਤੁਸੀਂ ਕਿਸੇ ਤੇ ਕੋਈ ਕਸੂਰ ਲਾਇਆ ਉਹਨੂੰ ਉਹਦਾ ਪੱਖ ਪੇਸ਼ ਤਾਂ ਕਰ ਦਿਓ, ਉਦੋਂ ਮਗਰੋਂ ਫੈਸਲਾ ਕਰੋ। ਸਿੱਧਾ ਆਊਟਰਾਈਟ ਬੈਨ ਕਰ ਦੇਣਾ ਔਰ ਉਹ ਇਸ ਗੱਲ ਕੋਰਟ ਦੇ ਵਿੱਚ ਚੈਲੰਜ ਕਰ ਲੈਣਗੇ। ਤੇ ਚੈਲੰਜ ਕਿਹੜੇ ਪਾਸੇ ਨੂੰ ਜਾਏਗਾ ਪਤਾ ਨਹੀਂ ਹੈ। ਔਰ ਇਹ ਜ਼ਰੂਰ ਆ ਗੱਲ ਜਿਹੜੀ ਕਿ ਟਿਕਟੌਕ ਦੇ ਉੱਤੇ ਬੈਨ ਜਾ ਰਿਹਾ ਉਹਦੇ ਹੋ ਸਕਦਾ ਡਿਲੇ ਹੋ ਜਾਵੇ, ਟਿਕਟੌਕ ਹਲੇ ਚੱਲਦਾ ਰਹਿ ਜਾਵੇ ਤੇ ਜੇ ਇਲੈਕਸ਼ਨ ਤੱਕ ਚੱਲਦਾ ਰਹਿ ਜਾਂਦਾ ਜੀ ਤਾਂ ਸਿਰਦਰਦੀ ਹੈ ਜੀ ਟਰੰਪ ਵਾਸਤੇ ਕਿ ਤੁਸੀਂ ਤੁਹਾਡਾ ਤਾਂ ਇਹ ਵੀ ਨਹੀਂ ਬੰਦ ਕਰ ਹੋਇਆ ਜੀ। ਬਿਲਕੁਲ ਜੀ ਸਰ, ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਜਿਵੇਂ ਪੁਲਿਸ ਦੀ ਪ੍ਰਣਾਲੀ ਦੇ ਬਾਰੇ ਗੱਲਬਾਤ ਕਰ ਰਹੇ ਸੀ, ਜਾਰਜ ਫਲੋਇਡ ਦੀ ਮੌਤ ਦੇ ਬਾਰੇ ਗੱਲਬਾਤ ਕਰ ਰਹੇ ਸੀ। ਅਮਰੀਕੀ ਪੁਲਿਸ ਦਾ ਇੱਕ ਅਜਿਹਾ ਹੀ ਖੌਫਨਾਕ ਚਿਹਰਾ ਇੱਕ ਹੋਰ ਸਾਹਮਣੇ ਆਇਆ। ਹਰ ਅਦਾਰੇ ਵਿੱਚ ਕੋਈ ਨਾ ਕੋਈ ਅਜਿਹੇ ਹੁੰਦੇ ਆ ਸ਼ਖਸ ਜਿਹੜੇ ਕਿ ਉਸ ਅਦਾਰੇ ਦਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ, ਚਾਹੇ ਉਹ ਰਾਜਨੀਤਿਕ ਸ਼ਖਸੀਅਤਾਂ ਹੋਣ, ਚਾਹੇ ਉਹ ਪੁਲਿਸ ਅਦਾਰੇ ਹੋਣ। ਸੋ ਪੁਲਿਸ ਅਦਾਰੇ ਵਿੱਚ ਵੀ ਕੋਈ ਅਜਿਹੇ ਮੁਲਾਜ਼ਮ ਭਰਤੀ ਹੋਏ ਨੇ ਜਿਹੜੇ ਇਸ ਵਕਤ ਪੁਲਿਸ ਦੇ ਐਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਲੱਗੇ ਹੋਏ ਨੇ। ਛੋਟਾ ਜਿਹਾ ਟਾਊਨ ਆ ਕਨੋਸ਼ਾ ਜਿਹੜਾ ਕਿ ਮਿਲਵਾਕੀ ਤੇ ਸ਼ਿਕਾਗੋ ਦੇ ਵਿਚਾਲੇ ਆ ਜੀ। ਉਸ ਜਗ੍ਹਾ ਤੇ ਘਟਨਾ ਹੋਰ ਵਾਪਸ ਘਟਨਾ ਆਈ ਹੈ ਕਿ ਪੁਲਿਸ ਨੇ ਇੱਕ ਬਲੈਕ ਮੈਨ ਗੋਲੀ ਮਾਰੀ ਹੈ। ਉਹ ਬਲੈਕ ਮੈਨ ਆਪਦੀ ਕਾਰ ਦੇ ਜਿਹੜਾ ਟਰੱਕ ਹੈਗਾ ਛੋਟਾ SUV ਆ ਉਹਦੇ ਬਾਹਰ ਖੜਾ ਆਪਦੇ ਟਰੱਕ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਿਹਾ ਜੀ ਤੇ ਉਹਦੀ ਪਿੱਠ ਦੇ ਵਿੱਚ ਗੋਲੀਆਂ ਮਾਰੀਆਂ। 7 ਗੋਲੀਆਂ ਦੀ ਆਵਾਜ਼ ਆਈ ਹੈ। ਇਹ ਨਹੀਂ ਪਤਾ ਉਹਦੇ ਕਿੰਨੀਆਂ ਵੱਜੀਆਂ ਨੇ ਤੇ ਸੀਰੀਅਸਲੀ ਹਰਟ ਹੈਗਾ ਜੀ। ਤੇ ਇਹ ਵੀ ਨਹੀਂ ਪਤਾ ਕਿਹੜੇ ਕਿਹੜੇ ਅਫਸਰ ਨੇ ਚਲਾਈਆਂ ਨੇ, ਪਰ ਜਿਹੜੇ ਅਫਸਰ ਹੈ ਮੁਅੱਤਲ ਕਰ ਦਿੱਤੇ ਗਏ ਨੇ ਜੀ। ਪਰ ਉਹ ਜੋ ਬਾਈਡਨ ਸਾਹਿਬ ਨੇ ਈਵਨ ਉਸ ਜਿਹੜੀ ਸਟੇਟ ਹੈਗੀ ਉਹਦੇ ਗਵਰਨਰ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਇਹ ਗੱਲ ਗਲਤ ਹੋ ਰਹੀ ਹੈ। ਬਲੈਕ ਅਸੀਂ ਉਹੀ ਗੱਲ ਕਰਨੀ ਸੀਗੀ ਜੀ। ਰੌਲਾ ਫੇਰ ਪੈ ਗਿਆ ਜੀ, ਉੱਥੇ ਮੁਜ਼ਾਹਰੇ ਫੇਰ ਹੋਣ ਲੱਗ ਪਏ ਨੇ ਕਈ ਥਾਵਾਂ ਤੇ। ਮੁਜ਼ਾਹਰੇ ਮੁੱਕੇ ਨਹੀਂ ਸੀ, ਆਪਾਂ ਗੱਲ ਕਰਦੇ ਸੀ ਤਰਨ ਕਿ ਬਹੁਤ ਹੋ ਗਿਆ ਬਲੈਕ ਲਾਈਵਜ਼ ਮੈਟਰ, ਹੁਣ ਇਹਨੂੰ ਹਟ ਜਾਣਾ ਚਾਹੀਦਾ। ਆਹ ਕੇਸ ਇੱਕ ਹੋਰ ਹੋ ਗਿਆ ਔਰ ਇਹ ਕੇਸ ਕੁਛ ਨਾ ਕੁਛ ਕੋਈ ਹੁੰਦਾ ਹੀ ਰਹਿੰਦਾ ਜਿਹੜੀ ਕਿ ਚਾਹੇ ਥੋੜੇ ਕੋਈ ਅਫਸਰ ਹੋਣ ਕੁਛ ਵੀ ਹੋਣ ਜੀ। ਅਫਸਰਸ ਦੀ ਜਿਹੜੀ ਹੈਗਾ ਰੇਸ ਦੇ ਬਾਰੇ ਅਜੇ ਤੱਕ ਕੋਈ ਗਿਆਨ ਨਹੀਂ ਜੀ ਹੋਇਆ, ਪਰ ਇਹ ਕਰਨਾ ਇੱਕ ਹੋਰ ਵਾਪਰ ਗਈ ਹੈ ਜੀ। ਬਿਲਕੁਲ ਜੀ। ਉਧਰ ਦੂਜੇ ਪਾਸੇ ਖਬਰ ਆਈ ਹੈ ਇਸ ਵਕਤ, ਕਹਿੰਦੇ ਆਪਾਂ ਜਿਵੇਂ ਸਰ ਪਹਿਲਾਂ ਵੀ ਖਬਰਾਂ ਸ਼ੇਅਰ ਕਰਦੇ ਰਹੇ ਹਾਂ ਕਿ ਨਦੀ 'ਚ ਡੁੱਬਣ ਕਰਕੇ ਜਾਂ ਫਿਰ ਲੇਕ 'ਚ ਡੁੱਬਣ ਕਰਕੇ ਮੌਤਾਂ ਦਾ ਆંકੜਾ ਲਗਾਤਾਰ ਵੱਧ ਰਿਹਾ। ਪਰ ਇੱਕ ਬੜੀ ਅਨੋਖੀ ਮਿਸਾਲ ਪੇਸ਼ ਕੀਤੀ ਹੈ ਜਿੱਥੇ ਬੀਚ ਦੇ ਉੱਤੇ ਇੱਕ ਇਨਸਾਨ ਡੁੱਬ ਰਿਹਾ ਸੀ ਤਾਂ ਆਲੇ ਦੁਆਲੇ ਬੀਚ ਤੇ ਜਿਹੜੇ ਲੋਕ ਸੀ ਉਹਨਾਂ ਨੇ ਹਿਊਮਨ ਚੇਨ ਬਣਾ ਕੇ, ਮਨੁੱਖੀ ਚੇਨ ਬਣਾ ਕੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਤਰਨ ਇੰਗਲੈਂਡ ਦੀ ਗੱਲ ਹੈ ਤਾਂ the beach is owned by somebody ਪਰ it's public ਵਾਸਤੇ ਓਪਨ ਹੈ। ਉੱਥੇ ਲੋਕ ਗਏ ਹੋਏ ਸੀ ਕਿ ਬੀਚ ਦੇ ਉੱਤੇ ਤੁਸੀਂ ਆਮ ਬੀਚ ਤੇ ਪਾਣੀ 'ਚ ਜਾਣ ਨੂੰ ਜੀ ਕਰਦਾ ਚੰਗਾ। ਕਈ ਵਾਰੀ ਹਿਲਾਰਾਂ ਬੜੀਆਂ ਸਟਰੋਂਗ ਹੁੰਦੀਆਂ ਨੇ ਔਰ ਤੁਹਾਨੂੰ ਲੱਗਦਾ ਮਾੜਾ ਜਾਂਦਾ ਤਰਨ ਕਈ ਵਾਰੀ ਜਿਹੜੀ ਲਹਿਰ ਆ ਨਾ ਤੁਹਾਨੂੰ ਖਿੱਚ ਕੇ ਅੱਗੇ ਲੈ ਜਾਂਦੀ ਹੈ, ਮੁੜਨਾ ਬੜਾ ਮੁਸ਼ਕਿਲ ਹੁੰਦਾ। ਬੰਦੇ ਨਾਲ ਇਹੀ ਗੱਲ ਹੋਈ ਜੀ, ਲਹਿਰ ਖਿੱਚ ਕੇ ਚਲੀ ਗਈ। ਮੈਂ ਅਗਾਹ ਕਰਨਾ ਚਾਹੁੰਦਾ ਜੀ ਜਿਹੜਾ ਵੀ ਜਿਹਨੂੰ ਤਰਨਾ ਨਹੀਂ ਆਉਂਦਾ, ਥੋੜਾ ਬਹੁਤਾ ਆਉਂਦਾ, ਪਾਣੀ 'ਚ ਪਲੀਜ਼ ਨਾ ਜਾਇਆ ਕਰੋ, ਬੜਾ ਡੇਂਜਰਸ ਹੈ। ਅੱਛਾ ਉਹ ਬੰਦਾ ਖੈਰ ਉਹਨੂੰ ਤਰਨਾ ਤਾਂ ਆਉਂਦਾ ਸੀਗਾ, ਉਹਨੂੰ ਲਹਿਰ ਖਿੱਚ ਕੇ ਲੈ ਗਈ ਪਰ ਉਹ ਤੋਂ ਕੰਢੇ ਤੇ ਨਾ ਹੋਵੇ। ਇਮੈਜਿਨ ਕਰੋ ਲਹਿਰਾਂ ਮੁੜ ਮੁੜ ਕੇ ਉਹਨੂੰ ਵਾਪਸ ਲਈ ਜਾ ਰਹੀਆਂ, ਫੇਰ ਕੋਸ਼ਿਸ਼ ਕਰ ਰਿਹਾ, ਨਹੀਂ। ਲੋਕਾਂ ਨੂੰ ਪਤਾ ਲੱਗ ਗਿਆ ਕਿ ਬੰਦਾ ਫਸ ਗਿਆ, ਲੈ ਕੇ ਕਿਵੇਂ ਆਉਣਾ। ਲਹਿਰ ਸਟਰੋਂਗ ਬਹੁਤ ਜ਼ਿਆਦਾ ਹੈ। ਕਿਸੇ ਬੰਦੇ ਦੇ ਦਿਮਾਗ 'ਚ ਆਈ ਉਹਨੇ ਚੇਨ ਬਣਾਈ ਜੀ। ਮੇਰੇ ਖਿਆਲ 'ਚ ਤਕਰੀਬਨ 50 ਬੰਦੇ ਹੋਣੇ ਜੋ ਇੱਕ ਦੂਜੇ ਦਾ ਹੱਥ ਫੜ ਕੇ ਫਿਰ ਅਖੀਰ ਪਾਣੀ ਦੇ ਵਿੱਚ ਜਾ ਵੜੇ। ਅਖੀਰ ਪਾਣੀ ਦੇ ਵਿੱਚ ਜਾ ਕੇ ਉਹ ਬੰਦੇ ਤੱਕ ਪਹੁੰਚ ਕੇ ਉਹਨੂੰ ਵਾਪਸ ਲੈ ਕੇ ਆਂਦਾ ਜੀ। ਬੰਦਾ ਜਿਉਂਦਾ ਜੀ। ਹੀ ਵਾਸ ਲੱਕੀ ਆਈ ਗੈਸ, ਸੋ ਬੀ ਕੇਅਰਫੁਲ। ਬਿਲਕੁਲ ਜੀ। ਤੇ ਉੱਥੇ ਦੂਜੇ ਪਾਸੇ ਖਬਰ ਹੈ ਇਸ ਵਕਤ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਹੁਣ ਅਸੀਂ ਚਾਹੇ ਕੈਨੇਡਾ ਦੀ ਗੱਲ ਕਰੀਏ ਚਾਹੇ ਆਸਟ੍ਰੇਲੀਆ ਦੀ ਗੱਲ ਕਰੀਏ, BC ਦੇ ਵਿੱਚ ਜਿਵੇਂ ਅਸੀਂ ਕਹਿ ਸਕਦੇ ਇੱਕ ਤਰ੍ਹਾਂ ਨਾਲ ਸੈਕਿੰਡ ਵੇਵ ਦੀ ਸ਼ੁਰੂਆਤ ਹੋ ਚੁੱਕੀ ਹੈ ਸਰ। ਪਰ ਗੱਲ ਕਰੀਏ ਇਸ ਵਕਤ ਵਿਕਟੋਰੀਆ ਵਾਲੇ ਜਿਹੜੇ ਆ ਥੋੜਾ ਬਹੁਤ ਪਾਰਟੀ ਕਰਨ ਤੋਂ ਬਾਜ਼ ਨਹੀਂ ਆ ਰਹੇ। ਹਮ ਨਹੀਂ ਸੁਧਰਾਂਗੇ, ਸਿੰਪਲ ਜੀ ਗੱਲ ਆ ਤਰਨ। ਇੱਕੋ ਘਰ ਦੇ ਵਿੱਚ ਇਹ ਕੰਮ ਹੋਇਆ। ਇੱਕ ਰਾਤ ਫਰਾਈਡੇ ਨਾਈਟ ਨੂੰ ਉਹਨਾਂ ਨੂੰ ਜੀ $2300 ਦਾ ਜੁਰਮਾਨਾ ਕੀਤਾ ਗਿਆ ਸੀਗਾ। ਸੈਟਰਡੇ ਨੂੰ ਫਿਰ ਇਹੀ ਗੱਲ ਹੋਈ ਆ, ਫਿਰ ਉੱਥੇ ਉਹਨਾਂ ਹੀ ਇਕੱਠ ਹੋਇਆ ਹੈ ਲੋਕਾਂ ਨੇ। ਪਰ ਇੱਕ ਗੱਲ BC ਦੇ ਵਿੱਚ ਜੇ ਤੁਹਾਨੂੰ ਨਹੀਂ ਪਤਾ ਜੀ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਉਹਨੂੰ ਸਨਿਚ ਲਾਈਨ ਕਹਿੰਦੇ ਆ। ਤੁਸੀਂ ਰਿਪੋਰਟ ਕਰ ਸਕਦੇ ਹੋ ਜੇ ਤੁਸੀਂ ਕਿਸੇ ਜਗ੍ਹਾ ਤੇ ਇਕੱਠ ਦੇਖ ਰਹੇ ਹੋ, ਆਪਦੇ ਆਂਢ ਗੁਆਂਢ ਕੁਝ ਵੀ ਕਰ ਰਹੇ ਹੋ, ਫੋਨ ਚੱਕੋ, ਡਾਇਲ 311, ਉਹਨਾਂ ਨੂੰ ਜਦੇ ਇਨਫੋਰਮ ਕਰੋ ਕਿ ਇੱਥੇ ਪਾਰਟੀ ਚੱਲ ਰਹੀ ਆ ਔਰ ਉਹਦੇ ਤੇ ਜਦੇ ਕਾਰਵਾਈ ਹੋਏਗੀ। ਦੈਟਸ ਵਾਟ BC ਗਵਰਨਮੈਂਟ ਸੇ। 311 ਤੁਹਾਡੀ ਸਿਟੀ ਦਾ ਫੋਨ ਨੰਬਰ ਹੈਗਾ ਜੀ, ਉਹਦੇ ਪਲੀਜ਼ ਤੁਸੀਂ ਰਿਪੋਰਟ ਕਰ ਸਕਦੇ ਹੋ ਉਹਦੇ ਉੱਤੇ। ਤੇ ਜੀ ਇੱਥੇ ਰਿਪੋਰਟ ਫੇਰ ਹੋ ਗਈ ਤਰਨ, ਐਤਕੀ ਬਚਾਅ ਹੋ ਗਿਆ। $300 ਹੀ ਜੁਰਮਾਨਾ ਹੋਇਆ, ਇੱਕ ਜਾਣੇ ਨੂੰ ਵੀ ਕੀਤਾ ਗਿਆ। ਹਲੇ $2000 ਉਹਦਾ ਜੁਰਮਾਨਾ ਨਹੀਂ ਹੋਇਆ ਜੀ। ਪਰ ਲੋਕੀ ਫੇਰ ਵੀ ਨਹੀਂ ਸੁਧਰਦੇ। ਇੱਕ ਦਿਨ ਤੁਹਾਡਾ ਇਹ ਹੋ ਕੇ ਹਟੀ ਹੈ, ਦੂਜੇ ਦਿਨ ਫੇਰ ਇਹੀ ਕਰ ਰਹੇ ਹੋ। ਪਤਾ ਨਹੀਂ ਲੋਕੀ ਸਮਝਣਗੇ ਕਦੋਂ। ਔਰ ਇਕੱਠ, ਨੋ ਸੋਸ਼ਲਾਈਜ਼ਿੰਗ, ਡਿਸਟੈਂਸਿੰਗ, ਕੁਛ ਵੀ ਨਹੀਂ ਸੀ ਕੀਤਾ ਜਾ ਰਿਹਾ। ਲੋਕਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੋ। ਜਿਵੇਂ ਅੱਜ ਕੱਲ ਮੀਮਸ ਨਹੀਂ ਚੱਲਣ ਲੱਗੇ ਕਿ ਇੰਡੀਆ ਵਿੱਚ ਤਾਂ ਕਰੋਨਾ ਵਾਇਰਸ ਹੁਣ ਉਹ ਸਟੇਜ ਤੇ ਪਹੁੰਚ ਗਿਆ ਜਿੱਥੇ ਕਹਿੰਦੇ ਹੁੰਦੇ ਆ ਵੀ ਦੇਖੀ ਜਾਊਗੀ। ਹੁਣ ਇੱਥੇ ਕਿਹੜਾ ਘੱਟ ਨੇ, ਇੱਥੇ ਵੀ ਲੋਕੀ ਇਹੀ ਸੋਚੀ ਜਾਂਦੇ ਵੀ ਦੇਖੀ ਜਾਊਗੀ। ਉਹਨਾਂ ਨੂੰ ਹੌਕਸ ਹੀ ਲੱਗਦਾ ਵੀ ਹੋਊਗਾ ਹੀ ਲੱਗਦਾ ਵੀ ਕੁਛ ਨਹੀਂ ਹੈਗਾ ਜੀ ਕਰੋਨਾ ਵਾਇਰਸ, ਏਦਾਂ ਹੀ ਲੱਗਦਾ। ਹਾਂ ਪਰ ਹੁਣ ਇਉਂ ਲੱਗਦਾ ਜਿਵੇਂ ਡਰ ਚੱਕਿਆ ਗਿਆ। ਪਰ ਮੈਂ ਤੁਸੀਂ ਕਹਿੰਦੇ ਡਰਾਉਂਦੇ ਹੁੰਦੇ, ਮੈਂ ਡਰਾਉਂਦਾ ਨਹੀਂ ਹੈ ਜੀ। ਇਹਦਾ ਵੈਕਸੀਨ ਨਹੀਂ ਆਇਆ, ਬਸ ਮੈਂ ਇੰਨੀ ਕੀ ਗੱਲ ਹੀ ਕਹਿਣਾ ਹੁੰਦਾ, ਬੀ ਕੇਅਰਫੁਲ।
ਬਿਲਕੁਲ ਜੀ। ਤੇ ਉਤੋਂ ਹੀ ਅਗਲੀ ਖਬਰ ਸਾਹਮਣੇ ਆਈ ਹੈ ਇਸ ਵਕਤ, ਕਹਿੰਦੇ ਯੂਐਸ ਦੇ ਵਿੱਚ ਇੱਕ ਅਜਿਹਾ ਪ੍ਰਾਂਤ ਹੈਗਾ ਜਿਹੜਾ ਇਸ ਵਕਤ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਕੈਨੇਡਾ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ। ਤਰਨ ਵਾਸ਼ਿੰਗਟਨ ਦਾ ਐਸਾ ਹਿੱਸਾ ਜਿਹੜਾ ਕਿ ਉੱਥੇ ਜਾਣ ਵਾਸਤੇ ਤੁਹਾਨੂੰ ਕੈਨੇਡਾ ਵਿੱਚ ਹੀ ਟਰੈਵਲ ਕਰਕੇ ਜਾਣਾ ਪਏਗਾ, ਅਲੱਗ ਹਿੱਸਾ ਜੀ। ਜੇ ਉੱਥੇ ਤੁਸੀਂ ਜਾਣਾ ਪਾਣੀ ਰਾਹੀਂ ਜਾ ਸਕਦੇ ਹੋ ਜੇ ਬਿਨਾਂ ਕੈਨੇਡਾ ਨੂੰ ਮਿਸ ਕਰਨਾ ਚਾਹੁੰਦੇ ਹੋ, ਪਰ ਲੋਕ ਕੈਨੇਡੀਅਨ ਆਉਂਦੇ ਜਾਂਦੇ ਸੀਗੇ ਜੀ। ਉਹਦੇ ਚ ਗੱਲ ਇਹ ਹੋ ਗਈ ਕਿ ਹੁਣ ਅਸੀਂ ਬਾਰਡਰ ਬੰਦ ਕੀਤਾ ਹੈ, ਜਿਹੜੇ ਉਸ ਏਰੀਆ ਦੇ ਲੋਕ ਆ ਦੂਜੇ ਪਾਸੇ ਜਾ ਨਹੀਂ ਸਕਦੇ, ਜਾਣ ਵਾਸਤੇ 45 ਮਿੰਟਸ ਦੀ ਡਰਾਈਵ ਹੈਗੀ ਆ। ਤਾਂ ਉਹਨਾਂ ਦੇ ਗਵਰਨਰ ਨੇ ਹੁਣ ਸਾਡੀ ਕੈਨੇਡੀਅਨ ਗਵਰਨਮੈਂਟ ਨੂੰ ਰਿਕੁਐਸਟ ਕੀਤੀ ਹੈ ਇਹਨੂੰ ਸਪੈਸ਼ਲ ਪਰਮਿਟਸ ਦੇ ਦਿੱਤੇ ਜਾਣ, ਜਿਹੜੇ ਕੋ ਸਿੱਧੇ ਅੱਗੇ ਅਲਾਸਕਾ ਵਾਸਤੇ ਵੀ ਹੈਗਾ ਨਾ, ਜਿਹੜੇ ਲੋਕ ਸਿੱਧੇ ਜਾ ਕੇ ਆਪਣੇ ਵਾਸ਼ਿੰਗਟਨ ਦੇ ਵਿੱਚ ਜਾ ਕੇ ਦੂਸਰੇ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲ ਸਕਦੇ। ਜੀ ਬਿਲਕੁਲ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ, ਪਹਿਲਾਂ ਉਹਨਾਂ ਦਾ ਅਸੀਂ ਗੱਲ ਕਰ ਲਈਏ। ਹੈਲੋ ਤਰਨਜੀਤ ਜੀ। ਹੈਲੋ ਨਰ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ। ਸਰ ਕੀ ਹਾਲ ਚਾਲ ਨੇ? ਹਾਂਜੀ ਬਹੁਤ ਵਧੀਆ ਨਰ ਸਾਹਿਬ। ਤੁਸੀਂ ਹੁਣੀ ਗੱਲ ਕਰ ਰਹੇ ਸੀ BC ਦੀ, ਤੇ ਮੈਂ ਤੁਹਾਨੂੰ ਗੱਲ ਸੁਣਾਉਣ ਲੱਗਿਆ 3-4 ਦਿਨ ਪੁਰਾਣੀ ਜੀ। ਹਾਂਜੀ। ਮੈਨੂੰ ਕੁਝ ਮੇਰੇ ਫਰੈਂਡਸ ਨੇ ਇਨਵਾਈਟ ਕਰਿਆ ਜੀ ਬਰਥਡੇ ਪਾਰਟੀ ਤੇ ਇੱਕ ਰੈਸਟੋਰੈਂਟ ਦੇ ਅੰਦਰ। ਜੀ ਹਾਂ। ਤੇ ਪਹਿਲਾਂ ਤਾਂ ਮੈਂ ਸੋਚਿਆ ਵੀ ਨਹੀਂ ਜਾਣ ਦੀ ਕੋਈ ਲੋੜ ਨਹੀਂ, ਚਲੋ ਬਾਰ-ਬਾਰ ਉਹਨਾਂ ਦਾ ਫੋਨ ਆਇਆ ਤੇ ਮੈਂ ਚਲਾ ਗਿਆ ਜੀ। ਤੇ ਨਰ ਸਾਹਿਬ ਜਦੋਂ ਮੈਂ ਉਸ ਰੈਸਟੋਰੈਂਟ ਦੇ ਕੋਲ ਪਹੁੰਚਿਆ, ਜਾ ਕੇ ਗੱਡੀ ਆਪਣੀ ਪਾਰਕ ਕਰੀ ਜੀ, ਤਾਂ ਮੈਂ ਦੇਖਿਆ ਵੀ ਬਹੁਤ ਬੰਦੇ ਵੇਟਿੰਗ 'ਚ ਖੜੇ ਆ। ਅੱਛਾ ਜੀ। ਤੇ ਮੈਂ ਜਦੋਂ ਪਹੁੰਚਿਆ ਤਾਂ ਉਹਨਾਂ ਨੇ ਦੱਸਿਆ ਵੀ ਆਪਾਂ ਨੂੰ ਜੀ ਹਲੇ 45 ਮਿੰਟ ਲੱਗਣਗੇ ਤੇ ਆਪਾਂ ਨੂੰ ਉਰੇ ਵੇਟ ਕਰਨੀ ਚਾਹੀਦੀ ਹੈ, ਵੀ ਆਪਣਾ ਹਲੇ ਟੇਬਲ ਬੁੱਕ ਨਹੀਂ ਹੋਇਆ। ਜੀ। ਪਰ ਜਿਸ ਤਰ੍ਹਾਂ ਮੈਂ ਉਹ ਦੇਖ ਰਿਹਾ ਸੀ, ਮੈਨੂੰ ਇਹ ਲੱਗ ਰਿਹਾ ਸੀ ਜਿਵੇਂ ਇੱਕ ਕੋਈ ਮੇਲਾ ਲੱਗਿਆ ਹੁੰਦਾ, ਅੰਦਰ ਵੀ ਤੇ ਬਾਹਰ ਵੀ ਜੀ, ਕਿਉਂਕਿ ਸ਼ੀਸ਼ਿਆਂ ਦੇ ਅੰਦਰ ਸਾਰਾ ਕੁਝ ਦਿਖ ਰਿਹਾ ਸੀ ਜੀ। ਚਲੋ ਜੀ 45 ਮਿੰਟ ਦੇ ਬਾਅਦ ਸਾਡੀ ਵਾਰੀ ਆ ਗਈ ਜੀ, ਅਸੀਂ ਅੰਦਰ ਚਲੇ ਗਏ। ਜਦੋਂ ਅੰਦਰ ਚਲੇ ਗਏ ਜੀ, ਨੋ ਸੋਸ਼ਲ ਡਿਸਟੈਂਸਿੰਗ, ਸਾਰੇ ਟੇਬਲ ਖੁੱਲੇ ਸੀ, ਪੂਰਾ ਰਸ਼ ਸੀ ਜੀ, ਫੁੱਲ ਸੀ। ਰੈਸਟੋਰੈਂਟ ਦੇ ਵਿੱਚ ਤਿਲ ਧਰਨ ਦੀ ਜਗ੍ਹਾ ਨਹੀਂ ਸੀ ਜਿਹਨੂੰ ਆਪਾਂ ਕਹਿੰਦੇ ਆ ਜੀ। ਤੇ ਮੈਨੂੰ ਜੀ ਮੈਨੂੰ ਸਾਰਿਆਂ ਪਹਿਲਾਂ ਵਾਸ਼ਰੂਮ ਜਾਣਾ ਪਿਆ। ਜਦੋਂ ਮੈਂ ਵਾਸ਼ਰੂਮ 'ਚ ਗਿਆ, ਵਾਸ਼ਰੂਮ ਦੇ ਅੰਦਰ ਘੱਟੋ ਘੱਟ 15-16 ਬੰਦੇ ਸੀ ਤੇ 4 ਬੰਦਿਆਂ ਦੀ ਜਗ੍ਹਾ ਸੀ ਵੀ ਉਹ ਕੋਈ ਆਪਣਾ ਕੰਮ ਕਰ ਸਕਦੇ ਨੇ। ਤੇ ਤੁਸੀਂ ਦੱਸੋ ਜੀ, ਪਹਿਲਾਂ ਤਾਂ ਮੇਰੇ ਬੜਾ ਮੂਡ ਬਣਿਆ ਵੀ ਮੈਂ ਇਹਨਾਂ ਦੀ ਕੰਪਲੇਂਟ ਕਰਦਾ। ਤੇ ਫਿਰ ਮੈਂ ਚਲੋ ਜੀ ਜਦੋਂ ਸੋਚਿਆ ਵੀ ਮੈਂ ਕੰਪਲੇਂਟ ਕਰਦਾ, ਤਾਂ ਜਿਹੜੇ ਮੇਰੇ ਨਾਲ ਆਏ ਹੋਏ ਸੀ ਉਹ ਕਹਿੰਦੇ ਨਹੀਂ ਬਾਈ ਜੀ ਤੁਸੀਂ ਸਾਡੀ ਬਰਥਡੇ ਪਾਰਟੀ ਕਿਉਂ ਖਰਾਬ ਕਰਦੇ ਹੋ, ਮੈंने ਕੰਪਲੇਂਟ ਕਰਤੀ। ਤੇ ਮਤਲਬ ਪਰ ਮੈਂ ਡਾਕਟਰ ਸਾਹਿਬ ਨੂੰ ਸੱਚੀ ਕਹਿ ਰਿਹਾ ਵੀ ਬਿਲਕੁਲ ਵੀ ਕੋਈ, ਮੈਨੂੰ ਲੱਗਦਾ ਉਸ ਦਿਨ ਕੋਈ ਮੈਚ ਚੱਲ ਰਿਹਾ ਸੀ ਜੀ, ਮੇਰੇ ਖਿਆਲ ਸ਼ਾਇਦ ਹਾਕੀ ਦਾ ਮੈਚ ਚੱਲ ਰਿਹਾ ਸੀ ਰਾਤ ਨੂੰ। ਹਾਕੀ ਹੋਵੇਗੀ ਜਾਂ ਰੈਪਟਰਸ ਦੀ ਗੇਮ, ਕੱਲ ਉਹ ਹੋ ਗਿਆ ਜੀ, ਬਿਲਕੁਲ ਜਿੱਤ ਕੇ ਹਟੇ। ਹਾਕੀ ਦਾ ਮੈਚ ਚੱਲ ਰਿਹਾ ਸੀ। ਤੇ ਜੀ ਤੁਸੀਂ, ਮੈਂ ਰੀਅਲੀ ਦੱਸ ਸਕਦਾ ਵੀ ਇੰਨਾ ਰਸ਼ ਤਾਂ ਜਨਰਲ ਦਿਨਾਂ 'ਚ ਨਹੀਂ ਹੁੰਦਾ ਸੀ ਅੱਜ ਤੋਂ ਸਾਲ ਪਹਿਲਾਂ, ਜਿਹੜਾ ਕਿ ਉਸ ਦਿਨ ਰਸ਼ ਸੀ। ਤੇ ਮੈਨੂੰ ਤਾਂ ਇਹ ਦੇਖ ਕੇ ਇਹ ਲੱਗ ਰਿਹਾ ਵੀ ਲੋਕਾਂ ਨੂੰ ਇੰਡੀਆ ਕੀ ਜੀ, ਉਰੇ ਵੀ ਕੋਈ ਪਰਵਾਹ ਨਹੀਂ ਹੈ ਜੀ, ਤੇ ਲੋਕ ਚਿੰਤਾ ਹੀ ਨਹੀਂ ਕਰਦੇ ਬਿਲਕੁਲ ਵੀ। ਤੇ ਮਤਲਬ ਹੁਣ ਮੈਂ ਤੁਹਾਨੂੰ ਕੀ ਕਹਿ ਸਕਦਾ, ਮੈਂ ਤਾਂ ਤੁਹਾਡੇ ਮਾਧਿਅਮ ਦੇ ਥਰੂ ਆਪਣੀ ਇੱਕ ਆਵਾਜ਼ ਪਹੁੰਚਾਉਣੀ ਸੀ ਵੀ ਉਰੇ ਸਰੀ ਦੇ ਵਿੱਚ ਵੀ ਇਹੀ ਹਾਲ ਹੈ, ਅਸੀਂ ਲੈਂਗਲੀ ਜਾਂਦੇ ਹਾਂ ਉੱਥੇ ਵੀ ਇਹੀ ਹਾਲ ਹੈ ਜੀ, ਵੈਨਕੂਵਰ ਜਾਂਦੇ ਹਾਂ ਉੱਥੇ ਵੀ ਇਹੀ ਹਾਲ ਹੈ ਜੀ। ਬਿਲਕੁਲ ਜੀ, ਸਾਰੇ ਪਾਸੇ ਇਹੀ ਹਾਲ। ਤੁਸੀਂ ਵੈਨਕੂਵਰ ਦੀ ਗੱਲ ਕਰ ਰਹੇ ਹੋ ਜੀ? ਨਹੀਂ, ਮੈਂ ਸਰੀ ਦੀ ਗੱਲ ਕਰ ਰਿਹਾ। ਅੱਛਾ, ਸ਼ੁਕਰੀਆ ਜੀ ਬਹੁਤ ਬਹੁਤ ਆਪਣੇ ਸਾਡੇ ਵਿਚਾਰ ਰੱਖਣ ਲਈ ਪ੍ਰੋਗਰਾਮ ਜੀ। ਗੱਲ ਇਹ ਹੈ ਜੀ, ਤੁਸੀਂ ਕਹੋਗੇ ਮੈਨੂੰ ਕਹਿਣਾ ਨਹੀਂ ਚਾਹੀਦਾ, ਰਿਪੋਰਟ ਕਰਨੀ ਚਾਹੀਦੀ ਸੀ ਜੀ, ਕਿਉਂਕਿ ਤੁਸੀਂ ਉਹ ਦੇਖੋ ਕਿੰਨੇ, ਜੇ ਤੁਸੀਂ ਰਿਪੋਰਟ ਕਰਦੇ ਹੋ ਠੀਕ ਹੈ, ਦੋਸਤ ਮਿੱਤਰ ਕਹਿੰਦੇ ਤੁਸੀਂ ਪਾਰਟੀ ਖਰਾਬ ਕਰ ਦਿੱਤੀ, ਪਰ ਤੁਸੀਂ ਦੇਖੋ ਕਿੰਨੇ ਲੋਕਾਂ ਨੂੰ ਬਿਮਾਰ ਹੋਣ ਤੋਂ ਬਚਾ ਸਕਦੇ ਹੋ। ਇਮੇਜਿਨ ਕਰੋ ਜੇ ਉੱਥੇ ਕੋਈ COVID-19 ਨਾਲ ਪੋਜ਼ਿਟਿਵ ਹੋਏਗਾ ਤੇ ਕਿੰਨੇ ਲੋਕਾਂ ਨੂੰ ਅੱਗੇ ਵੱਧ ਸਕਦੀ ਹੈ। ਕੋਸ਼ਿਸ਼ ਕਰੋ। ਸਰ ਇਹਦੇ ਬਾਰੇ ਮੈਂ ਗੱਲ ਕਰਨਾ ਚਾਹੂੰਗੀ, ਆਪਾਂ ਕੱਲ ਦੇ ਐਪੀਸੋਡ 'ਚ ਇਸ ਬਾਰੇ ਬਹੁਤ ਜ਼ਰੂਰੀ ਗੱਲ ਕਰਾਂਗੇ, ਸ਼ੁਰੂਆਤ 'ਚ ਹੀ ਗੱਲ ਕਰਾਂਗੇ। ਉਧਰਲੀ ਸਾਈਡ ਹੀ ਸਰੀ ਸਾਈਡ ਹੀ ਇੱਕ ਆਪਣਾ ਪੰਜਾਬੀ ਗਰੋਸਰੀ ਸਟੋਰ ਖੁੱਲਿਆ ਤੇ ਉੱਥੇ ਕੈਲਗਰੀ ਦੇ ਵਿੱਚ ਜੋ ਉੱਥੇ ਭੀੜ ਪਹੁੰਚੀ ਆ, ਕਹਿੰਦੇ ਫ੍ਰੀ 'ਚ ਉੱਥੇ ਪਤਾ ਨਹੀਂ ਭਾਂਡੇ ਦਿੱਤੇ ਜਾ ਰਹੇ ਸੀ। ਸੋ ਕੱਲ ਨੂੰ ਇਹਦੇ ਉੱਤੇ ਵੀ ਡਿਸਕਸ਼ਨ ਕਰਾਂਗੇ, ਜਿਸ ਤਰੀਕੇ ਦੇ ਨਾਲ ਉੱਥੇ ਭੀੜ ਤੇ ਭੀੜ ਪਹੁੰਚੀ, ਕੋਈ ਕਰੋਨਾ ਵਾਇਰਸ ਨਹੀਂ ਕੂਕ ਕਰਦੇ ਅੱਗੇ, ਸਭ ਫੇਲ ਕਰੋਨਾ ਵਾਇਰਸ। ਸੋ ਉਹਦੇ ਬਾਰੇ ਕੱਲ ਨੂੰ ਅਸੀਂ ਗੱਲਬਾਤ ਜ਼ਰੂਰ ਕਰਾਂਗੇ। ਸਰ ਆਪਾਂ ਗੱਲ ਅਗਲੀ ਜ਼ਰੂਰ ਕਰ ਲਈ, ਸਾਡੀ ਖਬਰਾਂ ਨਾ ਸਾਡੀਆਂ ਪਿੱਛੇ ਰਹਿ ਜਾਣ। ਬਿਲਕੁਲ ਸਰ, ਇਸ ਤੋਂ ਬਾਅਦ ਅਗਲੀ ਖਬਰ ਜਿਹੜੀ ਰੁਕ ਕਰਦੇ ਹਾਂ ਕਿ 2 ਔਰਤਾਂ ਸੈਲਫੀ ਲੈਂਦੀਆਂ ਹੋਈਆਂ, ਉਹਨਾਂ ਦੇ ਉੱਤੇ ਚਾਰਜ ਲੱਗ ਗਏ। ਹੁਣ ਤੁਸੀਂ ਕਹੋਗੇ ਜੀ ਸੈਲਫੀ ਲੈਣ ਦੇ ਵਿੱਚ ਕਾਹਦੇ ਚਾਰਜ ਲੱਗ ਸਕਦੇ ਆ, ਪੁਲਿਸ ਨੇ ਇਹ ਜਾਂ ਉਹਨਾਂ ਨੇ ਕੀ ਕਰ ਦਿੱਤਾ, ਰੇਲਵੇ ਟਰੈਕ ਦੇ ਉੱਤੇ ਖੜੀਆਂ ਉਹ ਸੈਲਫੀ ਲੈ ਰਹੀਆਂ ਸੀ, ਕਦੇ ਲਿਟ ਕੇ ਲੈ ਰਹੀਆਂ ਸੀ, ਕਦੇ ਖੜੀਆਂ ਹੋ ਕੇ ਲੈ ਰਹੀਆਂ ਸੀ। ਸੋ ਕੈਨੇਡਾ ਵਿੱਚ ਖਾਸ ਤੌਰ ਤੇ ਇਹ ਸਭ ਮਨਾ ਆ। ਮਿਸਿਸਾਗਾ ਦੀ ਘਟਨਾ ਆ। ਸਰ ਕੀ ਕਹਿਣਾ ਚਾਹੋਗੇ? ਕਹਿਣਾ ਮੈਂ ਬਹੁਤ ਕੁਝ ਚਾਹੁੰਦਾ। ਰੇਲਵੇ ਟਰੈਕਸ ਦੇ ਉੱਤੇ ਜਦੋਂ ਤੁਸੀਂ ਜਾਂਦੇ ਹੋ, ਇੱਕ ਮੇਰੀ ਗੱਲ ਯਾਦ ਰੱਖਿਓ, ਜਿਹੜੀ ਟ੍ਰੇਨ ਹੈ ਨਾ, ਤੁਸੀਂ ਕਹਿੰਦੇ ਤੁਹਾਨੂੰ ਟ੍ਰੇਨ ਦੀ ਆਵਾਜ਼ ਸੁਣੇਗੀ, ਨਹੀਂ, ਟ੍ਰੇਨ ਦੀ ਆਵਾਜ਼ ਟ੍ਰੇਨ ਦੇ ਪਿੱਛੇ ਸੁਣਦੀ ਹੈ ਜੀ। ਜੀ ਬਿਲਕੁਲ, ਟ੍ਰੇਨ ਦੀ ਆਵਾਜ਼ ਟ੍ਰੇਨ ਦੇ ਅੱਗੇ ਨਹੀਂ ਸੁਣਦੀ ਹੈ, ਅੱਗੇ ਘੱਟ ਸੁਣੇਗੀ। ਟ੍ਰੇਨ ਜੋ ਲੰਘ ਗਈ ਹੈ ਤਾਂ ਤੁਹਾਨੂੰ ਆਵਾਜ਼ ਜ਼ਿਆਦਾ ਸੁਣੇਗੀ। ਜੀ ਇਹਦੇ ਬਾਰੇ ਗੱਲ ਕਰਾਂਗੇ ਕਿ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ। ਉਹ ਦੱਸ ਰਹੇ ਸੀ ਗੱਲ ਵੈਨਕੂਵਰ ਸਾਈਡ ਦੀ, ਤੇ ਜੀ। ਮੈਂ ਤੁਹਾਨੂੰ ਦੱਸਾਂ, ਮੈਂ ਲਾਸਟ ਵੀਕ ਸਕੁਅਰ 1 ਮਾਲ ਗਿਆ ਸੀ ਜੀ ਇੱਥੇ ਮਿਸਿਸਾਗਾ ਜੀ। ਪੀਪਲ ਆਰ ਸੋ ਕਲੈਵਰ, ਸਭ ਨੇ ਮਾਸਕ ਲਗਾਏ ਹੋਏ ਸੀ, ਪਰ ਉਹਨੂੰ ਖਿੱਚ ਕੇ ਸਕਿਨ ਦੇ ਥੱਲੇ ਕੀਤਾ ਹੋਇਆ ਸੀ, ਤੇ ਬੱਚੇ ਯੂਜ਼ ਆਫ ਪੁਟਿੰਗ ਮਾਸਕ ਔਨ ਦੈਮ। ਆਈ ਥਿੰਕ ਮੋਰ ਦੈਨ 70% ਪੀਪਲ ਉਹਨਾਂ ਨੇ ਮਾਸਕ ਨੂੰ ਖਿੱਚ ਕੇ ਆਪਣੀ ਚਿੰਨ ਦੇ ਥੱਲੇ ਕੀਤਾ ਹੋਇਆ ਸੀ। ਪਤਾ ਨਹੀਂ ਕਿਉਂ ਲਗਾਏ ਹੋਏ ਸੀ, ਸਿਰਫ ਪੁਲਿਸ ਦੀ ਉਹ ਕੰਪਿਊਟਰ ਚਲਾਨ ਤੋਂ ਬਚਣ ਲਈ, ਕਿ ਆਈ ਡੋਨਟ ਨੋ ਵਾਟ ਵਾਸ ਬੱਚੇ। ਬਿਲਕੁਲ ਜੀ, ਉਹ ਜਿਵੇਂ ਪੁਲਿਸ ਨੇ ਕਿਹਾ ਹੈ, ਥੈਂਕ ਯੂ ਸੋ ਮਚ ਸਰ, ਪੁਲਿਸ ਨੇ ਕਿਹਾ ਵੀ ਮਾਸਕ ਪਾਉਣੇ ਆ, ਮਾਸਕ ਪਾਉਣੇ ਜ਼ਰੂਰੀ ਆ, ਪਰ ਇਹ ਨਹੀਂ ਨਾ ਦੱਸਿਆ ਕਿ ਕਿੱਥੇ ਤੱਕ ਮਾਸਕ ਪਾਉਣੇ ਆ। ਨੱਕ ਤੋਂ ਲੈ ਕੇ ਠੋਡੀ ਤੱਕ ਹੈ ਜੀ, ਤੁਹਾਡਾ ਸਾਰਾ ਕੁਝ ਕਵਰ ਹੋਇਆ ਹੋਣਾ ਚਾਹੀਦਾ, ਕਿਸੇ ਪਾਸੇ ਵੀ ਢਿੱਲ ਨਹੀਂ ਹੋਣੀ ਚਾਹੀਦੀ। ਮਾਸਕ ਦਾ ਨਾਲੇ ਉਹ ਗੱਲ ਹੈ, ਮਾਸਕ ਨੇ ਤੁਹਾਨੂੰ ਫਾਇਦਾ ਦੇਣਾ, ਕਿਸੇ ਹੋਰ ਨੂੰ ਨਹੀਂ ਫਾਇਦਾ ਦੇਣਾ। ਤੁਹਾਡਾ ਬਚਾਅ ਮਾਸਕ ਪਾਉਣ ਦੇ, ਜੇ ਤੁਸੀਂ ਨਹੀਂ ਬਚਾਅ ਕਰਨਾ ਚਾਹੁੰਦੇ, ਮੇਰੀ ਫਿਰ ਗੱਲ ਤੁਸੀਂ ਐਕਸਟ੍ਰੀਮ ਤੇ ਤੁਸੀਂ ਛਾਲ ਮਾਰਨੀ ਹੈ, ਖੂਹ 'ਚ ਮਾਰੋ ਜਾ ਕੇ। ਤੁਸੀਂ ਕਿਉਂ ਬਾਕੀਆਂ ਨੂੰ ਕਿਉਂ ਤੁਸੀਂ ਤੰਗ ਕਰਦੇ ਹੋ? ਤੁਸੀਂ ਆਪਣੀ ਬਿਮਾਰੀ, ਮੇ ਬੀ ਯੂ ਆਰ ਕੈਰਿੰਗ ਇਟ, ਤੁਹਾਨੂੰ ਬਿਮਾਰੀ ਦਾ ਕੋਈ ਅਸਰ ਨਹੀਂ ਹੋ ਰਿਹਾ, ਮੇ ਬੀ ਯੂ ਆਰ ਅ ਕੈਰੀਅਰ, ਤਾਂ ਤੁਸੀਂ ਕਿਸੇ ਹੋਰ ਨੂੰ ਕਿਉਂ ਬਿਮਾਰ ਕਰਨਾ ਚਾਹੁੰਦੇ ਹੋ? ਤੁਸੀਂ ਪਲੀਜ਼ ਖਿਆਲ ਰੱਖੋ, ਅਜੇ ਵੈਕਸੀਨ ਨਹੀਂ ਆਇਆ ਇਹਦਾ। ਬਿਲਕੁਲ ਜੀ। ਤੇ ਸਰ ਗੱਲ ਕਰ ਰਹੇ ਸੀ ਮਿਸਿਸਾਗਾ ਦੇ ਵਿੱਚ ਜਿਹੜੀਆਂ ਟ੍ਰੇਨ ਤੇ ਪਟੜੀ ਦੇ ਉੱਤੇ ਸੈਲਫੀਆਂ ਲਈਆਂ ਜਾ ਰਹੀਆਂ, ਉਹ ਸੈਲਫੀਆਂ ਲੈ ਰਹੀਆਂ ਸੀਗੀਆਂ ਜੀ, ਤੁਸੀਂ ਦੇਖੋ ਵੀ ਭੰਗੜਾ ਸੌਰੀ ਡਾਂਸ ਕਰ ਰਹੀਆਂ ਸੀ, ਆਮ ਸੌਰੀ ਡਾਂਸ ਕਰ ਰਹੀਆਂ ਸੀਗੀਆਂ ਜੀ, ਤੇ ਨਾਲੇ ਸੈਲਫੀ ਬਣਾ ਰਹੀਆਂ ਸੀ। ਦੱਸੋ ਹੁਣ ਤੁਸੀਂ ਟਿਕਟੌਕ ਤੇ ਜਾਂ ਜਦ ਸੈਲਫੀ ਬਣਾ ਕੇ ਪਾਉਣੀ ਹੈ, ਤੁਹਾਡੀ ਮੌਤ ਹੋ ਸਕਦੀ ਹੈ, ਐਂਡ ਯੂ ਆਰ ਨਾਟ ਅਲਾਉਡ ਟੂ ਗੋ ਦੇਅਰ। ਚਲੋ ਜੀ, ਉਹ ਦੋਨਾਂ ਨੂੰ ਵਾਰਨਿੰਗ ਦੇ ਕੇ ਛੱਡਤਾ ਤਰਨ। ਉਦੋਂ ਮੋਰੋਂ ਫਿਰ ਰਿਪੋਰਟ ਆ ਗਈ, ਉੱਥੇ ਮੁੰਡੇ ਫਿਰਦੇ ਸੀਗੇ ਥੋੜੇ ਜਿਹੇ, ਉਹ ਵੀ ਇਹ ਕੁਝ ਕਰਦੇ ਫਿਰਨ। ਪਲੀਜ਼ ਅਵੋਇਡ ਕਰੋ। ਰੇਲਵੇ ਟਰੈਕਸ ਦੀ ਮੈਂ ਤੁਹਾਨੂੰ ਗੱਲ ਦੱਸਦਾ, ਸਹੀ ਕਹਿਣਾ, ਮੈਂ ਅਜਮਾ ਕੇ ਦੇਖ ਲਓ, ਗੱਡੀ ਦੀ ਆਵਾਜ਼ ਬਾਅਦ ਚ ਆਉਂਦੀ ਹੈ, ਸਪੀਡ ਇੰਨੀ ਜ਼ਿਆਦਾ ਹੈ, ਤੁਸੀਂ ਯੂ ਕੈਨ ਨਾਟ ਬੀਟ ਦਾ ਟ੍ਰੇਨ। ਤੁਸੀਂ ਟਰੈਕ ਦੇ ਇੱਕ ਪਾਸੇ ਰਹਿ ਕੇ ਦੂਜੇ ਪਾਸੇ ਤੱਕ ਜਾ ਨਹੀਂ ਸਕਦੇ, ਸਪੀਡ ਬਹੁਤ ਜ਼ਿਆਦਾ ਹੈ ਟ੍ਰੇਨ ਦੀ। ਕਿਉਂ ਮੌਤ ਨੂੰ ਜੱਫੀਆਂ ਪਾਉਣ ਨੂੰ ਫਿਰਦੇ ਹੋ? ਪਰਮਾਤਮਾ ਨੇ ਮਸਾਂ ਦਿੱਤੀ ਹੈ, ਇੱਕ ਵਾਰੀ ਆਏ ਹੋ, ਇਹ ਬਹੁਤ ਕੁਛ ਨਾ ਕੁਛ ਕਰਕੇ ਜਾਓ, ਐਵੇਂ ਕਿਉਂ ਗਵਾਉਣੀ ਆਪਣੀ ਜਾਨ ਨੂੰ? ਪੁਲਿਸ ਤੁਹਾਡੀ ਦੁਨੀਆ ਉਹ ਖਿਆਲ ਰੱਖਣਾ ਚਾਹੁੰਦੀ ਹੈ, ਤੁਸੀਂ ਫਿਰ ਪੁੱਠੇ ਪਾਸੇ ਜਾਣ। ਪਲੀਜ਼ ਅਵੋਇਡ ਥੀਸ ਥਿੰਗਸ। ਬਿਲਕੁਲ। ਉਧਰ ਸਰ ਓਨਟਾਰੀਓ ਦੇ ਜਿਹੜੇ ਐਜੂਕੇਸ਼ਨ ਮਿਨਿਸਟਰ ਨੇ, ਉਹਨੂੰ ਲੈ ਕੇ ਜੋ ਆਨਲਾਈਨ ਇਸ ਵਕਤ ਬੁਲਿੰਗ ਦਾ ਸਿਸਟਮ, ਟੀਚਰਸ ਦੇ ਵੱਲੋਂ ਜੋ ਇਸ ਵਕਤ ਪ੍ਰੋਟੈਸਟ ਕੀਤੇ ਜਾ ਰਹੇ ਨੇ, ਉਹ ਕਾਫੀ ਸੁਰਖੀਆਂ ਵਿੱਚ ਮਾਮਲਾ ਛਾ ਗਿਆ। ਇਹ ਜ਼ਰੂਰੀ ਹੈ ਜੀ, ਮੈਂ ਸਟੀਵਨ ਲੈਚੇ ਸਾਹਿਬ ਦਾ ਫੈਨ ਹੋਵਾਂ, ਪਰ ਇਹ ਵੀ ਨਹੀਂ ਹੈ ਕਿ ਮੈਂ ਉਹਨਾਂ ਦੇ ਅਗੇਂਸਟ ਹੈਗਾ। ਸਟੀਵਨ ਲੈਚੇ ਕੁਦਰਤੀ ਇਜ਼ ਅ ਯੰਗ ਗਾਇ, ਮੈਂ ਮੇਰੀ ਗੱਲ ਯਾਦ ਰੱਖਿਓ, ਕਿਤੇ ਕੋਈ ਪ੍ਰੋਬਲਮ ਨਾ ਆਵੇ ਇਹਨੂੰ, ਇਹ ਬਹੁਤ ਅੱਗੇ ਜਾਏਗਾ ਜੀ। ਐਜੂਕੇਸ਼ਨ ਮੈਂ ਕਹੂੰ ਪਹਿਲੀ ਵਾਰੀ ਇਹਨੂੰ ਦੇ ਦਿੱਤਾ ਗਿਆ, ਇਟਸ ਨਾਟ ਈਜ਼ੀ ਟੂ ਹੈਂਡਲ। ਹੁਣ ਪ੍ਰੋਬਲਮ ਇਹ ਆ ਰਹੀ ਹੈ ਕਿ ਪ੍ਰੋਬਲਮ ਇਹਦੇ 'ਚ ਜਿਹੜੀਆਂ ਨਵੇਂ ਸਕੂਲ ਖੁੱਲਣੇ ਆ, ਲੋਕੀ ਕਈ ਦੁਖੀ ਆ, ਕਈ ਚਾਹੁੰਦੇ ਆ ਖੁੱਲਣੇ ਚਾਹੀਦੇ ਆ। ਸਟੀਵਨ ਲੈਚੇ ਸਾਹਿਬ ਇੱਕ ਵਿਆਹ ਤੇ ਗਏ ਸੀਗੇ, ਉੱਥੇ ਉਹਨਾਂ ਨੇ ਵਿਆਹ ਤੇ ਆਪਦੀ ਫੋਟੋ ਪਾਤੀ ਵੀ ਮੈਂ ਵਿਆਹ ਤੇ ਫਿਰਦਾ ਹੈਗਾ, ਨਾਲ ਤੀਜੇ ਥਾਂ ਤੇ ਫੋਰਡ ਸਾਹਿਬ ਵੀ ਬੈਠੇ ਹੈਗੇ, ਤੇ ਲੋਕਾਂ ਦੇ ਕਮੈਂਟਸ ਜਿਹੜੇ ਕਹਿ ਰਹੇ ਨੇ ਉਹ ਟੀਚਰਸ ਦੇ ਨੇ, 100% ਨਹੀਂ ਆ, ਪਰ ਇਹ ਕਿਹਾ ਜਾ ਰਿਹਾ ਟੀਚਰ, ਕਿਉਂਕਿ ਜਿਹੜੇ ਹਿਸਾਬ 'ਚ ਕਮੈਂਟਸ ਦਿੱਤੇ ਗਏ ਨੇ ਸਟੀਵਨ ਲੈਚੇ ਸਾਹਿਬ ਦੇ ਕੱਪੜਿਆਂ ਦੇ ਉੱਤੇ ਕਮੈਂਟਸ ਕੀਤੇ ਨੇ। ਇੱਕ ਨੇ ਤਾਂ ਇਹ ਵੀ ਕਿਹਾ ਜਿਹੜਾ ਤੀਜਾ ਬੰਦਾ ਤੇਰੇ ਨਾਲ ਮੋਟਾ ਜਿਹਾ ਬਿਠਾ ਉਹ ਕੌਣ ਹੈ? ਇਹ ਜਸਟ ਤੁਹਾਡਾ ਗੁੱਸਾ ਹੋਏਗਾ ਪਾਲਿਸੀਜ਼ ਦੇ ਨਾਲ ਗੁੱਸਾ ਹੋਏਗਾ, ਪਰਸਨ ਨਾਲ ਨਹੀਂ ਗੁੱਸਾ ਹੋਣਾ ਚਾਹੀਦਾ। ਸਰਕਾਰ ਨੇ ਪਾਲਿਸੀ ਬਣਾਈ ਆ, ਸਰਕਾਰ ਸੋਚਦੀ ਹੈ ਕਿ ਇਹ 'ਚ ਫਾਇਦਾ ਹੋ ਸਕਦਾ, ਸਰਕਾਰ ਕੋਸ਼ਿਸ਼ ਕਰਦੀ ਹੈ ਕਿ ਜਿਹੜਾ ਆਵਾਮ ਆ ਉਹਦਾ ਫਾਇਦਾ ਹੋਵੇ। ਸਰਕਾਰ ਨੇ ਮੁਕਦੇ ਤੁਹਾਡੇ ਤੋਂ ਵੋਟਾਂ ਲੈਣੀਆਂ ਨੇ, ਜੇ ਉਹ ਤੁਹਾਡੇ ਉਲਟੀ ਗੱਲ ਕਰੇਗੀ ਤਾਂ ਅਗਲੀ ਵਾਰੀ ਉਹਨੂੰ ਵੋਟਾਂ ਨਹੀਂ ਮਿਲਣੀਆਂ। ਸਟੀਵਨ ਲੈਚੇ ਹੀ ਇਜ਼ ਟ੍ਰਾਈਂਗ ਟੂ ਡੂ ਹਿਸ ਜੌਬ, ਆਈ ਗੈਸ ਹੀ ਇਜ਼ ਡੂਇੰਗ ਹਿਸ ਜੌਬ। ਇਹ ਗੱਲ ਵੱਖਰੀ ਹੈ ਕਿ ਤੁਸੀਂ ਉਹਦੇ ਨਾਲ ਨਹੀਂ ਸਹਿਮਤ ਹੋਵੋਗੇ। ਔਨ ਟਾਪ ਆਫ ਦੈਟ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਜਿਹੜੀਆਂ ਯੂਨੀਅਨਸ ਨੇ, ਮੈਂ ਅੱਜ 2 ਯੂਨੀਅਨਸ ਦੀ ਐਡ ਤਾਂ ਸੁਣੀ ਆ, ਸ਼ਾਇਦ ਇਹ 2 ਵੱਧ ਦੀਆਂ ਵੀ ਹੋਣਗੀਆਂ ਵੱਖਰੀ ਵੱਖਰੀ ਯੂਨੀਅਨਸ। ਇੱਕ ਤਾਂ ਛੋਟੇ ਬੱਚਾ ਐਲੀਮੈਂਟਰੀ ਸਕੂਲ ਟੀਚਰਸ ਐਸੋਸੀਏਸ਼ਨ ਆ, ਉਹਦੀ ਐਡ ਚੱਲ ਰਹੀ ਹੈ ਮੇਨ ਸਟ੍ਰੀਮ ਰੇਡੀਓ ਤੇ, ਇੱਕ ਦੇ ਉੱਤੇ ਨਹੀਂ ਚੱਲਦੀ, ਕਈਆਂ ਦੇ ਉੱਤੇ ਚੱਲਦੀ ਹੋਊਗੀ। ਐਵੇਂ ਕੈਥੋਲਿਕ ਸਕੂਲਸ ਵਾਲਿਆਂ ਦੀ ਐਡ ਚੱਲ ਰਹੀ ਹੈ ਮੇਨ ਸਟ੍ਰੀਮ ਮੀਡੀਆ ਦੇ ਉੱਤੇ, ਔਰ ਜਿਹੜੀ ਮੇਨ ਸਟ੍ਰੀਮ ਦੇ ਉੱਤੇ ਐਡ ਆ ਤਰਨ ਬਹੁਤ ਮਹਿੰਗੀ ਹੈ। ਡਿਪੈਂਡ ਕਰਦਾ ਕਿੰਨੀ ਵਾਰੀ ਤੁਸੀਂ ਪਲੇ ਕਰਨੀ, 10 ਤੋਂ 20,000 ਡਾਲਰ ਐਟਲੀਸਟ ਅਜੇ ਮਹੀਨੇ ਦਾ ਜੀ। ਕਿੰਨੇ ਮੀਡੀਆ ਉੱਤੇ ਕਰ ਰਹੇ ਨੇ, ਕਿੰਨੇ ਸਕੂਲ ਬੋਰਡਸ ਕਰ ਰਹੇ ਨੇ, ਕਿੰਨੇ ਪੈਸੇ ਲਾ ਰਹੇ ਨੇ। ਤੁਸੀਂ ਇਹ ਪੈਸੇ ਟੀਚਰਸ ਵੀ ਕਿਉਂ ਦਿੰਦੇ? ਤੁਹਾਡੇ ਕੋਲ ਪੈਸੇ ਆਏ ਕਿਵੇਂ ਆ? ਇਹ ਇਕੱਠੇ ਕਿਹੜੇ ਹਿਸਾਬ 'ਚ ਹੋਏ ਹੋਏ ਆ? ਤੁਹਾਡੇ ਬੰਦੇ ਤਾਂ ਤਨਖਾਹਾਂ ਬੜੀਆਂ ਲੈ ਰਹੇ ਨੇ। ਮੈਂ ਯੂਨੀਅਨਸ ਦੇ ਉਲਟ ਨਹੀਂ ਹਾਂ, ਪਰ ਜਦੋਂ ਇਸ ਵੇਲੇ ਹਾਲਾਤ ਐਸੇ ਹੋਏ ਹੋਏ ਨੇ, ਸਰਕਾਰ ਚਾਹੁੰਦੀ ਹੈ ਕਿ ਕਿਸੇ ਨਾ ਕਿਸੇ ਹਿਸਾਬ ਰਾਜੀਨਾਮਾ ਹੋ ਕੇ ਸਕੂਲ ਖੋਲ੍ਹੇ ਜਾਣ, ਤਾਂ ਪਲੀਜ਼ ਇਹ ਜਿਹੀਆਂ ਗੱਲਾਂ ਕਰ ਲੈਣੀਆਂ ਚਾਹੀਦੀਆਂ ਨੇ। ਬਿਲਕੁਲ ਜੀ। ਤੇ ਉੱਧਰ ਹੁਣ ਅਗਲੀ ਖਬਰ ਵੱਲ ਵਧਦੇ ਹਾਂ ਸਰ। ਕਹਿੰਦੇ ਕਾਫੀ ਹੁਣ ਇਸ ਵਕਤ ਆਸਟ੍ਰੇਲੀਆ ਦੇ ਜਿਹੜੇ ਆਰਜ਼ੀ ਵੀਜ਼ਾ ਧਾਰਕ ਸੀ, ਇਸ ਵਕਤ ਜਿਹੜੇ ਕਿ ਕਹਿ ਸਕਦੇ ਹਾਂ ਟੈਂਪਰੇਰੀ ਵੀਜ਼ਾ ਹੋਲਡਰਸ, ਹੁਣ ਆਸਟ੍ਰੇਲੀਆ ਨੂੰ ਗੁੱਡ ਬਾਏ ਕਹਿ ਕੇ ਕੈਨੇਡਾ ਵੱਲ ਦਾ ਰੁਖ ਕਰ ਰਹੇ ਨੇ। ਕਰਨ ਹਾਲਾਤ ਐਸੇ ਹੋਏ ਨੇ ਕਿਉਂਕਿ ਕਈਆਂ ਲੋਕਾਂ ਨੇ ਜਿਹਨੂੰ ਵੀਜ਼ੇ ਮਿਲੇ ਹੋਏ ਸੀਗੇ ਉਹ
ਟੈਂਪਰੇਰੀ ਵੀਜ਼ਾ ਮਿਲਿਆ ਹੋਇਆ ਸੀਗਾ, ਉਹਨਾਂ ਨੂੰ ਉੱਥੋਂ ਦਾ ਕੰਟਰੀ ਬੁਲਾ ਹੀ ਨਹੀਂ ਰਿਹਾ, ਆਸਟ੍ਰੇਲੀਆ ਬਣਾ ਰਿਹਾ। ਕੋਈ ਹਾਲਾਤ ਐਸੇ ਨੇ, ਇੰਡੀਆ ਦੇ ਵਿੱਚ ਹਾਲਾਤ ਮਾੜੇ ਨੇ। ਆਸਟ੍ਰੇਲੀਆ ਨੇ ਪਿਛਲੇ ਸਾਲ 1,60,000 ਤੋਂ 1,30,000 ਦਾ ਕੋਟਾ ਕਰਤਾ ਜਿਹੜੇ ਉੱਥੇ ਇਮੀਗ੍ਰੈਂਟਸ ਵਾਸਤੇ, ਤੇ ਕੈਨੇਡਾ ਨੇ 3,60,000 ਦੇ ਮੇਰੇ ਨੇੜੇ ਕਰ ਦਿੱਤਾ। ਇੱਥੇ ਇਹਨਾਂ ਨੇ ਵਧਾ ਦਿੱਤਾ ਹੈ। ਸੋ ਪੀਪਲ ਆਰ ਟ੍ਰਾਈਂਗ ਟੂ ਕਮ ਟੂ ਕੈਨੇਡਾ। ਜਿਹੜਾ ਸਕਿਲਡ ਵਰਕਰ ਪ੍ਰੋਗਰਾਮ ਹੈ ਇਹ ਹੁਣ ਜ਼ਿਆਦਾ ਬਿਜ਼ੀ ਹੋ ਰਿਹਾ ਜੀ। ਇਹਦੇ ਵਿੱਚ ਬਹੁਤ ਲੋਕ ਅਪਲਾਈ ਕਰਨ ਲੱਗੇ ਨੇ। ਆਸਟ੍ਰੇਲੀਆ ਨੂੰ ਛੱਡ ਕੇ ਉਹਨਾਂ ਨੇ ਰੁੱਖ ਆਪਦਾ ਹੁਣ ਕੈਨੇਡਾ ਵੱਲ ਕੀਤਾ ਹੈ ਜੀ। ਬਿਲਕੁਲ। ਤੇ ਉੱਧਰ ਸੁਣਨ ਦੇ ਵਿੱਚ ਆਇਆ ਕਿ ਐਲਬਰਟਾ ਜਿਹੜੀ ਇਹ ਸ਼ਹਿਰ ਹੈ ਇਸ ਵਕਤ ਕੈਨੇਡਾ ਵਿੱਚ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ, ਇਹ ਸ਼ਹਿਰ ਨੇ ਸਭ ਨੂੰ ਮਾਤ ਪਾ ਦਿੱਤੀ। ਸਭ ਤੋਂ ਵੱਧ ਇਸ ਵਾਰੀ ਕਰੋਨਾ ਵਾਇਰਸ ਦੇ ਅੱਜ ਮਾਮਲੇ ਸਾਹਮਣੇ ਆਏ ਨੇ, ਲਗਭਗ 676 ਮਾਮਲੇ ਜਿਹੜੇ ਕਿ ਐਡਮਿੰਟਨ 'ਚ ਸਾਹਮਣੇ ਆਏ ਨੇ। ਮੌਂਟਰੀਅਲ ਦੇ ਵਿੱਚ 480 ਤੇ ਵੈਨਕੂਵਰ ਦੇ ਵਿੱਚ 386 ਮਾਮਲੇ ਸਾਹਮਣੇ ਆਏ ਨੇ। ਲਗਾਤਾਰ ਮਾਮਲੇ ਵੱਧ ਰਹੇ ਨੇ। ਐਡਮਿੰਟਨ ਵਾਲਾ ਤੁਸੀਂ ਕਹਿੰਦੇ ਤੁਹਾਡੀ ਖਬਰ ਨਹੀਂ ਆਉਂਦੀ, ਤੁਸੀਂ ਫੇਰ ਅੱਗੇ ਲੰਘੇ ਤਾਂ ਇਹੋ ਜਿਹੀ ਖਬਰ ਆਊਗੀ ਤਾਂ ਹੀ ਅਸੀਂ ਗੱਲ ਕਰਾਂਗੇ ਜੇ ਅਸੀਂ ਨਹੀਂ ਚਾਹੁੰਦੇ ਅਜਿਹੀਆਂ ਖਬਰਾਂ ਆਉਣ। ਪਰ ਐਡਮਿੰਟਨ ਦੇ ਵਿੱਚ ਇਹ ਹਾਲਾਤ ਅੱਗੇ ਨਾਲ ਵਧਣ ਲੱਗੇ ਹੋਏ ਆ। ਤਾਂ ਜਿਹੜੀ ਸੈਕੰਡ ਸਟੇਜ ਹੈਗੀ ਆ, ਇਟਸ ਅ ਸੀਰੀਅਸ ਮੈਟਰ। ਲੋਕਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਕਿ ਇੰਨੀ ਖੁੱਲ੍ਹ ਨਹੀਂ ਲੈਣੀ ਚਾਹੀਦੀ ਐਡਮਿੰਟਨ ਦੇ ਵਿੱਚ। ਹਾਲਾਂਕਿ ਇੰਨੀ ਆਬਾਦੀ ਵੀ ਹੈ ਨਹੀਂ ਗਈ ਹੈ, ਪਰ ਇੱਕ ਤਰ੍ਹਾਂ ਇਹ ਜਿਹੜੇ ਕੇਸ ਵਧਣ ਲੱਗੇ ਹੋਏ ਆ, ਇਹ ਕੋਈ ਚੰਗਾ ਰੁਝਾਨ ਨਹੀਂ ਹੈ। ਤੁਸੀਂ ਸੋਚਣ ਵਾਲੀ ਗੱਲ ਹੈ ਕਿ ਸਾਡੇ ਇਸ ਵੇਲੇ ਅੰਟਾਰੀਓ 'ਚ 293 ਕੇਸ ਹੀ ਹੈ ਜੀ, ਤੇ ਤੁਹਾਡੇ 500 ਤੋਂ ਉੱਪਰ ਕੇਸ ਹੈਗਾ ਜੀ। ਕਿੰਨਾ ਫਰਕ ਹੈਗਾ। ਸਾਡਾ ਅੰਟਾਰੀਓ ਕਿੰਨਾ ਵੱਡਾ, ਆਬਾਦੀ ਬਹੁਤ ਜ਼ਿਆਦਾ ਹੈਗੀ, ਤੁਹਾਡੇ ਘੱਟ ਹੈਗੀ ਹੈ। ਪਲੀਜ਼ ਬੀ ਕੇਅਰਫੁਲ। ਬਿਲਕੁਲ ਜੀ। ਤੇ ਉਧਰ ਭਾਰਤ ਦੀ ਗੱਲ ਕਰੀਏ, ਇਸ ਵਕਤ ਸਾਰੇ ਜਾਣਦੇ ਨੇ ਭਾਰਤ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਰਕਾਰੀ ਅੰਕੜਿਆਂ ਦੇ ਮੁਤਾਬਿਕ ਹਜੇ ਤੀਸਰੇ ਨੰਬਰ ਤੇ ਆ ਵਿਸ਼ਵ ਦੇ ਵਿੱਚ। ਜੋ ਕਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਤੀਸਰੇ ਨੰਬਰ ਤੇ ਆ। ਤੇ ਜੋ ਹੁਣ ਇੱਕ ਥੋੜੀ ਜੀ ਗੁੱਡ ਨਿਊਜ਼ ਅਸੀਂ ਕਹਿ ਸਕਦੇ ਹਾਂ ਉੱਥੋਂ ਸੁਣਨ ਨੂੰ ਮਿਲ ਰਹੀ ਹੈ ਕਿ ਭਾਰਤ ਦੇ ਜਿਹੜੇ ਇਸ ਵਕਤ ਮਿਨਿਸਟਰ ਨੇ, ਹੈਲਥ ਮਿਨਿਸਟਰ ਨੇ ਮਿਸਟਰ ਹਰਸ਼ਵਰਧਨ, ਉਹਨਾਂ ਦਾ ਕਹਿਣਾ ਹੈ ਕਿ ਜੇ ਸਾਰਾ ਕੁਝ ਏਦਾਂ ਹੀ ਚੱਲਦਾ ਰਿਹਾ, ਜੋ ਟ੍ਰਾਇਲਸ ਚੱਲ ਰਹੇ ਨੇ, ਤਾਂ ਸਾਲ ਦੇ ਅਖੀਰ ਤੱਕ ਭਾਰਤ ਵਿੱਚ ਵੀ ਕਰੋਨਾ ਵਾਇਰਸ ਦੀ ਵੈਕਸੀਨ ਜਿਹੜੀ ਆ ਸਕਦੀ ਆ। ਓਕੇ, ਆਹ ਖਬਰ ਨਾਲ ਆਈ ਐਗਰੀ ਤਾਂ ਜਿਹੜੀ ਪਹਿਲਾਂ ਆਈ ਸੀ 15 ਅਗਸਤ ਤੱਕ ਸਾਡਾ ਵੈਕਸੀਨ ਆ ਜਾਏਗਾ, ਉਹ ਕਿਸੇ ਨੇ ਚੰਗੀਆਂ ਗੱਲਾਂ ਨਹੀਂ ਹੈ। ਠੀਕ ਗੱਲ ਕਰਿਆ ਕਰੋ। ਆਈ ਨਹੀਂ ਹੈ, ਉਹ ਤਰੀਕ ਲੰਘ ਵੀ ਗਈ ਹੈ। ਜਿਹਨੇ ਪਾਰਟੀਆਂ ਮਾਰੀਆਂ ਸੀਗਾ ਉਹਦਾ ਹੁਣ ਕੀ ਕਰੋਗੇ? ਦਸੰਬਰ ਦੇ ਐਂਡ ਤੱਕ ਯੈਸ ਵੈਕਸੀਨ ਆਉਣ ਦੇ ਚਾਂਸਸ ਹੈਗੇ ਆ। ਇਹ ਸਾਰੀ ਦੁਨੀਆ ਦੇ ਵਿੱਚ ਆਉਣ ਦੇ ਚਾਂਸਸ ਹੈਗੇ। ਸਭ ਦੀ ਰੇਸ ਲੱਗੀ ਹੋਈ ਹੀ ਹੈ। ਜਿਹੜੇ ਕੇਸ ਵਧ ਰਹੇ ਨੇ ਤਾਂ ਇਟਸ ਅ ਵੈਰੀ ਬਿਗ ਇਸ਼ੂ। ਨੰਬਰ ਗਿਣਤੀ ਘੱਟ ਆ ਰਹੀ ਹੈ। ਜਿਵੇਂ ਤੁਸੀਂ ਗੱਲ ਕੀਤੀ ਹੈ ਜੀ, ਜਿਹੜੀ BBC ਦੀ ਨਿਊਜ਼ ਹੈਗੀ ਆ ਉਹਦੇ ਮੁਤਾਬਕ ਕੇਸ ਸ਼ਾਇਦ ਕਿਤੇ ਵੱਧ ਹੋਣਗੇ ਜੀ। ਜਿਹੜਾ ਨੰਬਰ ਆ ਰਿਹਾ ਜੇ ਕਿਤੇ ਵੱਧ ਹੋਣਗੇ, ਹੋ ਸਕਦਾ ਸਾਡੇ ਕੇਸਿਸ ਬ੍ਰਾਜ਼ੀਲ ਨਾਲੋਂ ਵੀ ਵੱਧ ਗਏ ਹੋਣ। ਅਸੀਂ ਸ਼ਾਇਦ ਦੂਜੇ ਨੰਬਰ ਤੇ ਆ ਗਏ। ਇਹ ਉੱਠੋ ਜਾਗੋ ਭਾਈ, ਕਿਉਂ ਪਏ ਹੋਏ ਹੋ? ਅਸੀਂ ਤਾਂ ਨੰਬਰ ਹੁਣ ਦੂਜੇ ਤੇ ਆ ਗਏ ਹਾਂ। ਕੁਛ ਕਰੋ ਆਪਣੇ ਕੰਟਰੀ ਦਾ। ਨਵਾਂ ਜਹਾਜ਼ ਲੈਣ ਲੱਗੇ ਹੋਏ ਹੋ, ਬਹੁਤ ਵੱਡਾ ਲੈਣਾ, ਕਹਿੰਦਾ ਨਵਾਂ ਚਾਹੀਦਾ ਹੈ ਜਾਂ ਕੁਛ ਚਾਹੀਦਾ, ਉਹ ਆ ਜਾਣਗੇ ਜੇ ਤੁਹਾਡਾ ਆਵਾਮ ਸਹੀ ਰਹੇਗਾ। ਪਲੀਜ਼ ਕੋਸ਼ਿਸ਼ ਕਰੋ ਕਿ ਜਿਹੜੀ ਆਪਣੀ ਦੇਸ਼ ਦੀ ਹਾਲਤ ਆਮ ਬੰਦੇ ਦੀ ਸੁਧਾਰੀ ਜਾਵੇ, ਨਾ ਕਿ ਪ੍ਰਧਾਨ ਮੰਤਰੀ ਤਾਂ ਕਿਸੇ ਵੀ ਜਹਾਜ਼ ਜਾ ਸਕਦਾ, ਕੋਈ ਐਸੀ ਗੱਲ ਨਹੀਂ ਹੈ। ਬੀਤੇ ਦਿਨੀ 15 ਅਗਸਤ ਦਾ ਦਿਹਾੜਾ ਮਨਾ ਕੇ ਹਟਿਆ, ਪਰ ਇੰਨੇ ਆਜ਼ਾਦੀ ਦੇ ਇੰਨੇ ਸਾਲ ਹੋਣ ਦੇ ਬਾਵਜੂਦ ਵੀ 73 ਸਾਲ ਹੋ ਚੁੱਕੇ ਨੇ, ਲਗਭਗ 73 ਸਾਲ ਦੇ ਬਾਵਜੂਦ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਅਜੇ ਤੱਕ ਨਾਗਰਿਕਾਂ ਨੂੰ ਉਹੀ ਨਹੀਂ ਮਿਲ ਪਾਈਆਂ। 75ਵੇਂ ਸਾਲ 'ਚ ਜਾ ਕੇ ਕਿਹਾ ਜਾ ਰਿਹਾ ਕਿ 2 ਸਾਲਾਂ ਦੇ ਅੰਦਰ ਅਸੀਂ ਹਰੇਕ ਬੰਦੇ ਦੇ ਸਿਰ ਤੇ ਛੱਤ ਹੋਏਗੀ। ਜਿਹੜੀਆਂ ਹੁਣ ਤੋਂ ਪਹਿਲੀਆਂ ਸਰਕਾਰਾਂ ਸੀ ਤੇ ਹੁਣ ਦੀ ਸਰਕਾਰ, ਸਾਰਿਆਂ ਨੂੰ ਲਾਹਨਤ ਹੈ ਇਸ ਗੱਲ ਦੀ ਕਿ ਇੰਨੇ ਸਾਲਾਂ ਮਗਰੋਂ ਵੀ ਤੁਸੀਂ ਸਾਰਿਆਂ ਲੋਕਾਂ ਨੂੰ ਛੱਤ ਨਹੀਂ ਦੇ ਸਕੇ। ਮੈਂ ਇਕੱਲੀ ਹੁਣ ਦੀ ਸਰਕਾਰ ਦੀ ਗੱਲ ਨਹੀਂ ਕਰਦਾ, ਜਿੰਨੀਆਂ ਹੁਣ ਤੱਕ ਆਈਆਂ ਨੇ, ਕਿਸੇ ਨੇ ਇਹ ਖਿਆਲ ਨਹੀਂ ਕੀਤਾ ਕਿ ਆਮ ਬੰਦੇ ਦੀ ਹਾਲਤ ਸੁਧਾਰਨੀ ਆ। ਹਰੇਕ ਨੇ, ਜਿੰਨੇ ਪੋਲੀਟੀਸ਼ੀਅਨ ਨੇ, ਕੁਛ ਇੱਕ ਨੂੰ ਛੱਡ ਕੇ ਸਾਰੇ ਅਮੀਰ ਹੋਏ ਨੇ ਅੱਗੇ ਨਾਲ, ਜਿੱਥੋਂ ਸ਼ੁਰੂ ਕੀਤਾ ਸੀਗਾ। ਆਮ ਬੰਦੇ ਦੀ ਹਾਲਤ ਉਦੋਂ ਗਰਕ ਰਹੀ ਹੈ, ਪਤਾ ਨਹੀਂ ਕਿੱਧਰ ਨੂੰ ਜਾ ਰਿਹਾ ਕੰਟਰੀ। ਬਿਲਕੁਲ ਜੀ। ਤੇ ਉਧਰ ਲਾਸਟ ਖਬਰ ਜਿਹੜੀ ਉਹ ਜ਼ਰੂਰ ਸਾਂਝੀ ਕਰ ਲਵਾਂਗੇ। ਸਰ ਕਹਿੰਦੇ ਕਿ ਡੈਟਰੋਇਟ ਦੇ ਵਿੱਚ ਇੱਕ ਮ੍ਰਿਤਕ ਮਹਿਲਾ ਦਾ ਜਦੋਂ ਫਿਊਨਰਲ ਕਰਨ ਲੱਗੇ ਤਾਂ ਬਾਅਦ ਵਿੱਚ ਪਤਾ ਲੱਗਿਆ, ਫਿਊਨਰਲ ਦੇ ਦੌਰਾਨ ਜਦੋਂ ਮਤਲਬ ਕਰਨ ਲੱਗੇ ਅੰਤਿਮ ਰਸਮਾਂ, ਕਿ ਉਸ ਔਰਤ ਦੇ ਸਾਹ ਚੱਲ ਰਹੇ ਸੀ। ਹਾਂ ਤਰਨ, ਦੇਖੋ ਕੈਸੀਆਂ ਗੱਲਾਂ ਹੋ ਜਾਂਦੀਆਂ ਨੇ। ਉਹਦੀ ਵਧੀ ਹੋਈ ਸੀ ਜਿਹਨੂੰ ਕਹਿੰਦੇ ਹੈ ਨਾ, ਉਹਨੂੰ ਕਰਾਰ ਦੇ ਦਿੱਤਾ ਕਿ ਅਸੀਂ ਡਿਕਲੇਅਰ ਕਰਤਾ ਕਿ ਅਸੀਂ ਹਸਪੀਟਲ ਦੇ ਵਿੱਚ ਵੀ ਸ਼ੀ ਇਜ਼ ਨਾਟ ਐਨੀਮੋਰ। ਉਹਦੇ ਪਰਿਵਾਰ ਨੂੰ ਕਹਿ ਦਿੱਤਾ ਗਿਆ ਸੀ, ਜਦ ਹੀ ਸਰਟੀਫਿਕੇਟ ਦਿੱਤਾ ਗਿਆ ਵੀ ਇਹਦੀ ਡੈਥ ਹੋ ਗਈ ਆ, ਜੇ ਤੁਸੀਂ ਇਹਦੇ ਫਿਊਨਰਲ ਅਰੇਂਜਮੈਂਟਸ ਕਰਨੇ ਕਰੋ। ਉਹਨਾਂ ਨੇ ਕਰ ਲਏ ਜੀ। ਫਿਊਨਰਲ ਹੋਮ ਦੇ ਵਿੱਚ ਜਦੋਂ ਫਿਊਨਰਲ ਹੋਮ ਦੇ ਵਿੱਚ ਸੀਗੀ ਤਾਂ ਲੱਗਿਆ ਉਹਨਾਂ ਨੂੰ ਕਿ ਇਹ ਸਾਹ ਲੈ ਰਹੀ ਹੈ। ਇਮੈਜਿਨ ਕਰੋ, ਜਿਹਨੇ ਡਿਕਲੇਅਰ ਕੀਤਾ ਉਹਨੇ ਕੀ ਡਿਕਲੇਅਰ ਕੀਤਾ ਸੀਗਾ, ਸਾਹ ਲੈ ਰਹੀ ਸੀਗੀ ਜੀ। ਉਹ ਤਾਂ ਜਦੋਂ ਉਹਨਾਂ ਨੇ ਐਂਬੂਲੈਂਸ ਸੱਦੀ ਹੈ ਜੀ, ਤੇ ਹੋਪਫੁਲੀ ਸ਼ੀ ਵਿਲ ਸਰਵਾਈਵ। ਬਿਲਕੁਲ ਜੀ। ਯੰਗ ਗਰਲ ਐਜ਼ ਵੈਲ। ਹਾਂਜੀ ਬਿਲਕੁਲ, ਐਵੇਂ ਦੇ ਕ੍ਰਿਸ਼ਮੇ ਕਈਆਂ ਨਾਲ ਹੁੰਦੇ ਰਹਿਣ ਤਾਂ ਵਧੀਆ ਗੱਲ ਆ ਵੈਸੇ। ਬਿਲਕੁਲ ਜੀ, ਬਿਲਕੁਲ। ਤੇ ਸਰ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ। ਜਾਣ ਤੋਂ ਪਹਿਲਾਂ ਅੱਜ ਫਿਰ ਕਿਸ ਮੁੱਦੇ ਉੱਤੇ ਸਾਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ, ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਤੁਸੀਂ ਫੋਨ ਰਾਹੀਂ ਜਾਂ ਫਿਰ ਕਮੈਂਟ ਕਰਕੇ ਸਰ ਦੇ ਸਵਾਲ ਦਾ ਜਵਾਬ ਦੇ ਸਕਦੇ ਹੋ। ਫਿਲਮੀ ਹਸਤੀ ਹੈ ਜੀ। ਇਹਨਾਂ ਦਾ ਜਨਮ 16 ਫਰਵਰੀ 1920 ਨੂੰ ਹੋਇਆ ਸੀਗਾ ਜੀ।
10 ਮਾਰਚ 1984 ਨੂੰ ਇਹ ਚੜ੍ਹਾਈ ਕਰ ਗਏ ਸਨ ਜੀ। ਇਹਨਾਂ ਨੇ ਖੈਰ ਹਿੰਦੀ ਫਿਲਮਾਂ 'ਚ ਤਾਂ ਕੰਮ ਕੀਤਾ ਜੀ, ਬਹੁਤ ਫਿਲਮਾਂ ਦੇ ਵਿੱਚ ਕੰਮ ਕੀਤਾ ਜੀ, ਪਰ ਇਹਨਾਂ ਨੇ ਇੰਟਰਨੈਸ਼ਨਲ ਫਿਲਮਾਂ 'ਚ ਵੀ ਕੰਮ ਕੀਤਾ ਹੈ। ਹੈਰੀ ਬਲੈਕ, ਨਾਰਥ ਵੈਸਟ ਫਰੰਟੀਅਰ, ਲਾਰੈਂਸ ਆਫ ਅਰੇਬੀਆ ਫਿਲਮ ਦੇਖਣ ਵਾਲੀ, ਜੇ ਕਿਸੇ ਨੇ ਦੇਖੀ ਨਹੀਂ ਤਾਂ ਦੇਖ ਲਿਓ, ਸੋਹਣੀ ਫਿਲਮ ਆ, ਉਹ 'ਚ ਵੀ ਇਹਨਾਂ ਦਾ ਹੈਗਾ। ਡੈਥ ਆਫ ਦ ਨਾਇਲ, ਇਹ 'ਚ ਇਹਨਾਂ ਨੇ ਕੀਤਾ ਜੀ, ਇੱਕ ਮਾਇਆ TV ਸੀਰੀਜ਼ ਸੀਗੀ US ਦੇ ਵਿੱਚ, ਉਹਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ। ਪੰਜਾਬੀ ਫਿਲਮਾਂ 'ਚ ਛੜਿਆਂ ਦੀ ਡੋਲੀ, ਨਾਨਕਾ ਨਾਮ ਜਹਾਜ਼ ਹੈ, ਯਮਲਾ ਜੱਟ ਹੈਲਨ ਦੇ ਨਾਲ ਇਹਨਾਂ ਨੇ ਕੰਮ ਕੀਤਾ ਸੀਗਾ ਜੀ। ਇਹਨਾਂ ਨੇ ਕਈ ਫਿਲਮਾਂ ਲਿਖੀਆਂ ਵੀ ਨੇ, ਡਾਇਰੈਕਟ ਵੀ ਕੀਤੀਆਂ ਨੇ। ਇਹਨਾਂ ਨੇ ਉਸ ਵੇਲੇ ਦੀ ਸਰਕਾਰ ਦੇ ਅਗੇਂਸਟ, ਇੰਦਰਾ ਗਾਂਧੀ ਦੀ ਸਰਕਾਰ ਸੀਗੀ, ਉਹਦੇ ਅਗੇਂਸਟ ਇੱਕ ਫਿਲਮ ਬਣਾਈ ਸੀਗੀ ਜਿਹੜੀ ਕਿ ਬੈਨ ਹੋ ਗਈ ਸੀਗੀ ਜੀ। ਇਟਾਲੀਅਨ ਫਿਲਮਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਜੀ। ਇਹਨਾਂ ਕਾਮੇਡੀ ਕੀਤੀ ਹੈ ਜੀ ਇਹਨਾਂ ਨੇ। ਆਇਆ ਜੀ ਕੋਈ ਨਾਮ? ਨਹੀਂ ਜੀ, ਅਜੇ ਤੱਕ ਤਾਂ ਕੋਈ ਨਾਮ ਨਹੀਂ ਆਇਆ। ਅਸੀਂ ਵੇਟ ਕਰ ਰਹੇ ਸੀ, ਸ਼ਾਇਦ ਕੋਈ ਦਰਸ਼ਕ ਸਾਨੂੰ ਇਸ ਬਾਰੇ ਦੱਸ ਸਕਣ। ਤਾਂ ਇਹਦਾ ਭਤੀਜਾ ਇਸ ਵੇਲੇ ਫਿਲਮ ਇੰਡਸਟਰੀ 'ਚ ਬੜਾ ਵੱਡਾ ਨਾਮ ਆ ਜੀ, ਉਹਦੇ ਤੇ ਦੋਸ਼ ਵੀ ਲੱਗੇ ਨੇ। ਜਿਹੜਾ ਆਹ ਮੁੰਡੇ ਦੀ ਡੈਥ ਹੋਈ ਹੈ, ਸੁਸ਼ਾਂਤ ਰਾਜਪੂਤ, ਮੇਰੇ ਖਿਆਲ ਜੀ ਸੁਸ਼ਾਂਤ ਸਿੰਘ ਰਾਜਪੂਤ, ਹਾਂ ਸੁਸ਼ਾਂਤ ਸਿੰਘ ਰਾਜਪੂਤ ਦੇ ਅਗੇਂਸਟ ਦੋਸ਼ ਲੱਗੇ ਨੇ ਕਿ ਇਹ ਗਰੁੱਪ ਹੈ ਜਿਹੜਾ ਉਹਨੇ ਇਹਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਇਹਨਾਂ ਦਾ ਭਤੀਜਾ ਜੀ, ਉਹ ਹੁਣ ਤਾਂ ਕੁਝ ਨਹੀਂ ਜੀ, ਸ਼ੁਕਾ ਸੀਗਾ ਜੀ, ਰੋਲ ਕੀਤਾ ਉਹਦੇ 'ਚ ਨਾਨਕ ਨਾਮ ਜਹਾਜ਼ ਦੇ ਵਿੱਚ। ਨਹੀਂ ਜੀ, ਕੋਈ ਜਵਾਬ ਨਹੀਂ ਆਇਆ। ਲੱਗਦਾ ਸਾਡੇ ਦਰਸ਼ਕ ਅੱਜ ਜਿਹੜਾ ਗੈਸ ਨਹੀਂ ਕਰ ਪਾ ਰਹੇ ਹੈਗੇ। ਸੋ ਇਸ ਤੋਂ ਪਹਿਲਾਂ ਕਿ ਅਸੀਂ ਜਵਾਬ ਦਈਏ, ਅਮਰਜੀਤ ਕੌਰ ਜੀ ਕਹਿ ਰਹੇ ਨੇ IS ਜੌਹਰ। ਬਿਲਕੁਲ ਸਹੀ ਜਵਾਬ ਹੈ ਜੀ, IS ਜੌਹਰ, ਇੰਦਰ ਸੈਨ ਜੌਹਰ ਹੈ ਜੀ। ਮੈਨੂੰ ਲੱਗ ਰਿਹਾ ਸੀ ਕਿਉਂਕਿ ਕਰਨ ਜੌਹਰ ਦੇ ਫਾਦਰ ਸਾਹਿਬ ਦਾ ਨਾਮ ਤਾਂ ਪਤਾ ਸੀ, ਉਸ ਤੋਂ ਅੱਗੇ ਨਹੀਂ ਮੈਨੂੰ ਪਤਾ ਸੀ। ਹਾਂਜੀ ਬਿਲਕੁਲ ਜੀ, ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ ਸੈਯਦ ਜਾਫਰੀ ਹੈ ਜੀ ਨਾਮ? ਨਹੀਂ ਜੀ, ਇਹ ਜੀ ਇਟਸ ਓਕੇ, IS ਜੌਹਰ। ਆਪਾਂ ਸੈਯਦ ਜਾਫਰੀ, ਤੁਸੀਂ ਸਹੀ ਗੱਲ ਕੀਤੀ, ਸੈਯਦ ਜਾਫਰੀ ਦੀ ਆਪਾਂ ਗੱਲ ਕੀਤੀ ਸੀਗੀ। ਸੈਯਦ ਜਾਫਰੀ ਨੇ ਬਹੁਤ ਫਿਲਮਾਂ 'ਚ ਕੰਮ ਕੀਤਾ ਐਂਡ ਉਹਨਾਂ ਦੀ ਤੇ ਇਹਨਾਂ ਦੀ ਉਮਰ ਦਾ ਫਰਕ ਹੈ ਜੀ। ਬਿਲਕੁਲ ਜੀ, ਸ਼ੁਕਰੀਆ ਸਰ, ਤੁਸੀਂ ਕਾਲ ਕੀਤੀ ਅੱਜ ਪ੍ਰੋਗਰਾਮ ਦੇ ਵਿੱਚ ਜੀ। ਇੱਕ ਦਰਸ਼ਕ ਹੋਰ ਜੁੜ ਗਏ ਨੇ, ਸ਼ਾਇਦ ਫੋਨ ਡਿਸਕਨੈਕਟ ਹੋ ਗਿਆ, ਅਸੀਂ ਮਾਫੀ ਚਾਹਾਂਗੇ, ਤੁਹਾਡਾ ਫੋਨ ਡਿਸਕਨੈਕਟ ਹੋ ਗਿਆ। ਸੋ IS ਜੌਹਰ, ਬਿਲਕੁਲ ਜੀ। ਹਾਂਜੀ, ਇਹ ਇਹਨਾਂ ਨੇ ਬਹੁਤ ਫਿਲਮਾਂ ਕੀਤੀਆਂ ਨੇ ਜੀ। ਔਰ ਹੀ ਵਾਸ ਅ ਵਰਸਟਾਈਲ ਐਕਟਰ, ਬੜੇ ਵਧੀਆ ਐਕਟਰ ਸੀਗੇ। ਕਾਮੇਡੀ ਬੜੀ ਕੀਤੀ ਹੈ ਜੀ ਇਹਨਾਂ ਨੇ। OP ਰਲਨ ਦੇ ਨਾਲ ਰਲ ਕੇ ਵੀ ਕਈ ਫਿਲਮਾਂ ਬਣਾਈਆਂ ਨੇ। ਅੱਜ ਇੰਨੇ ਕਾਫੀ ਜੀ, ਕੱਲ ਨੂੰ ਫੇਰ ਮਿਲਾਂਗੇ। ਸਤਿ ਸ੍ਰੀ ਅਕਾਲ। ਬਿਲਕੁਲ ਜੀ, ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ, ਤੇ ਆਨਸਰ ਜਿਹੜੇ ਆ ਸਾਨੂੰ ਜ਼ਰੂਰ ਦੱਸਦੇ ਰਿਹਾ ਕਰੋ ਨਾਲ ਦੀ ਨਾਲ। ਤੁਹਾਡੇ ਜਦੋਂ ਪਾਰਟਿਸਿਪੇਟ ਕਰਦੇ ਹੋ ਸਾਨੂੰ ਵੀ ਵਧੀਆ ਲੱਗਦਾ ਆ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ TV। ਸਤਿ ਸ੍ਰੀ ਅਕਾਲ।